बिना अकल वाला बंदा सत्ता के उपर बह जाए, सत्ता ते हो जाए काबज, फिर उस बंदे तो आपां की उम्मीद कर सकते हैं कि वह बंदा की साडे नाल, जदों कि उस बंदे नूं मन की बात आपदे घरे करनी चाहिए सी ते काम की बात लोकां नाल करनी चाहिए सी। जितदा है अज साडा किसानी अंदोलन जिहड़ा है मटका चौंक चंडीगढ़ ते 149वां दिन शामिल हो चुका है। ਅਸੀਂ रल के भुख हड़ताल करांगे ਜਦੋਂ तक बिल रद्द नहीं होंदे, उदों तक भुख हड़ताल जिहड़ी आ जारी रहेगी। सारियां स्ट्रैटजीआं बना लीआं, प्यार नाल भी गल करके देख ली, समझाउण दी भी कोशिश करके देख ली, डांगां भी खाई जाने आ, परचे भी दर्ज होई जांदे आ। उस सत्ता के नशे च चूर हो चुके अन्ने बोले हाकम नूं पता लग जाए कि लोकतंत्र लोकां दा, लोकां द्वारा ते लोकां लई शासन है, ते जे लोग सड़कां ने ते मैं इन्हां दी गल सुना ते अगला डाका साडा फिर सिद्धा ईवीएम ते जदों लोथां जाणगीआं इत्थों, अर्थीआं उठणगीआं, फिर तां ਉਹ भी ਤਾਂ करोना ਦੇ ਨਾਂ ਤੇ ਕਹਿ ਕੇ ਭੁੱਖਿਆਂ ਨੂੰ ਤਾਂ ਘਰਾਂ 'ਚ ਮਾਰੇ ਦੇਣਾ, ਫਿਰ ਅਸੀਂ ਕੁਝ ਕਰਕੇ ਮਰਾਂਗੇ ਸਮਾਜ ਦੇ ਲਈ। ਅਸੀਂ ਇਸ ਯੁੱਗ ਪਲਟਾਊ ਅੰਦੋਲਨ ਦਾ ਹਿੱਸਾ ਬਣਿਆ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਮੈਂ ਦੇਸ਼ ਨਹੀਂ ਆਪਣਾ ਮੰਨਦਾ, ਇੱਥੇ ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਉਹ ਦੇਸ਼ ਨਹੀਂ ਮੇਰਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ। जी बहुत माड़े आ, ठीक है। जिद्दां कि तुहानूं पता कि कॉलेज वगैरह स्कूल वगैरह यूनिवर्सिटियां वगैरह सारियां बंद करतीआं, ठीक है। कॉलेज दे विच जो स्टडी हुंदी है वो इस टाइम सब बंद ਅਸੀਂ ਜਾਈਏ, ਠੀਕ ਆ, ਆਪਾਂ ਫਾਰਮਰਸ ਦੇ ਨਾਲ, ਪਰ ਆਪਾਂ ਜ਼ਮੀਨ ਵਾਲੇ ਨਹੀਂ, ਪਰ ਜ਼ਮੀਰਾਂ ਵਾਲੇ ਆ। ਜੇ ਦੇਖਿਆ ਜਾਵੇ ਤਾਂ ਸਰਕਾਰ ਵਰਸਸ ਸਰਦਾਰ ਹੋ ਰਹੀ ਹੈ, ਸਰਕਾਰ ਫੇਲ ਹੋ ਰਹੀ ਹੈ। ਕਿ ਕਹਿੰਦੇ ਨੇ ਜੇ ਇਦਾਂ ਦੇ ਲੰਗਰ ਲਾਉਣ ਵਾਲੇ, ਲੋਕਾਂ ਦੀ ਜਾਨ ਬਚਾਉਣ ਵਾਲੇ, ਲੋਕਾਂ ਨੂੰ ਸਾਹ ਦੇਣ ਵਾਲੇ, ਮੈਡੀਸਨ ਦੇਣ ਵਾਲੇ ਜੇ ਆਤੰਕਵਾਦੀ ਨੇ, ਖਾਲਿਸਤਾਨੀ ਨੇ, ਤਾਂ ਲੋਕ ਆਪ ਮੁਹਾਰੇ ਹੋ ਕੇ ਕਹਿ ਰਹੇ ਨੇ ਕਿ ਅਸੀਂ ਖਾਲਿਸਤਾਨੀ ਆ। ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਭੀੜਾਂ ਇਕੱਠੀਆਂ ਨਾ ਆਉਣ। ਭੀੜਾਂ ਨਾਲ ਇਹ ਹੁੰਦਾ ਹੈ ਜਿਹੜਾ ਅੱਜ ਬੰਗਾਲ 'ਚ ਹੋਇਆ। ਲੱਗਿਆ ਹੋਇਆ ਸਾਡਾ ਮੋਹਾਲੀ ਬੈਸਟੈਕ ਮਾਲ, ਅਸੀਂ ਰੁਕਿਆ ਹੋਇਆ 18 ਅਕਤੂਬਰ ਤੋਂ ਜੀ। ਨਾ ਤਾਂ ਇਹਨਾਂ ਕੋਲ ਇੱਕ ਪਾਸੇ ਕਹਿੰਦੇ ਆਕਸੀਜਨ ਨਹੀਂ ਹੈਗੀ ਸਾਡੇ ਕੋਲ, ਦੂਜੇ ਪਾਸੇ ਕਹਿੰਦੇ ਮਾਸਕ ਲਾ ਕੇ ਰੱਖੋ। ਤੁਸੀਂ ਦੱਸੋ ਮਾਸਕ ਲਾ ਕੇ ਆਕਸੀਜਨ ਪੂਰੀ ਹੋ ਜਾਏਗੀ ਹੈਗਾ? ਹੁਣ ਤਾਂ ਕੋਈ ਲੀਡਰ ਨਹੀਂ ਮਰਿਆ ਹੈਗਾ। ਅਸੀਂ ਮੰਨ ਲੈਂਦੇ ਹਾਂ ਜੇ ਕੋਈ ਲੀਡਰ ਮਰਦਾ ਤਾਂ ਅਸੀਂ ਮੰਨੀਏ ਕਰੋਨਾ ਹੈਗਾ। ਸਰਕਾਰ ਕੋਲ ਆਕਸੀਜਨ ਹੈ, ਇਹਨਾਂ ਨੇ ਆਕਸੀਜਨ ਰੋਕਤੀ, ਆਕਸੀਜਨ ਮਿਲਣੀ ਨਹੀਂ। ਜਦੋਂ ਰੋਟੀ ਇਹਨਾਂ ਦੇ ਹੱਥ ਆ ਗਈ, ਇਹਨਾਂ ਨੇ ਰੋਟੀ ਵਾਸਤੇ ਲੋਕਾਂ ਨੂੰ ਤਰਸਾ ਦੇਣਾ। ਹੱਲ ਤਾਂ ਗੌਰਮੈਂਟ ਨੇ ਕੱਢਣਾ, ਮੰਗਣਾ ਸਾਡਾ ਹੱਕ ਹੈ। ਭੀੜ ਤਾਂ ਉੱਥੇ ਹੁੰਦੀ ਹੈ ਜਿੱਥੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ। ਕਿ ਅੱਜ ਪੰਜਾਬ ਨਾਲ ਹੋ ਰਿਹਾ, ਹਰਿਆਣਾ ਹਿਮਾਚਲ ਨਾਲ ਹੋ ਰਿਹਾ, ਕੱਲ੍ਹ ਨੂੰ ਬੰਗਾਲ ਵੀ ਵਿਕ ਜਾਏਗਾ। ਫਿਰ ਬੰਗਾਲੀਆਂ ਨੂੰ ਮੇਰੀ ਸਲਾਮ ਆ, ਉਹਨਾਂ ਨੇ ਬੰਗਾਲ ਵਿਕਣ ਤੋਂ ਬਚਾ ਲਿਆ। ਪਰ ਜੋ ਅੱਜ ਦੇ ਸਮੇਂ 'ਚ ਇਹ ਸਾਡੇ ਵਿੱਚ ਆਉਣਗੇ ਨਾ, ਕੱਲ੍ਹ ਨੂੰ ਉਹ ਸਾਡੇ 'ਚ ਖੜਨ ਦਾ ਹੱਕ ਵੀ ਰੱਖਣਗੇ। ਦੋ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਕੋਲ, ਚੰਗਿਆਂ ਤੋਂ ਜ਼ਿਆਦਾ ਚੰਗਾ ਚੁਣਨਾ, ਮਾੜਿਆਂ ਤੋਂ ਘੱਟ ਮਾੜਾ ਚੁਣਨਾ। ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ। ਮੈਂ ਖੁਸ਼ੀ ਸਰਾਂ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਪਹੁੰਚ ਚੁੱਕੇ ਹਾਂ ਜੀ ਮਟਕਾ ਚੌਂਕ ਤੇ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਕਿੰਨੀ ਤਿੱਖੀ ਆ। ਇਸ ਟਾਈਮ ਤੇ ਮੈਂ ਖੜੀ ਹਾਂ ਮਟਕਾ ਚੌਂਕ ਤੇ, ਬਟ ਬੇਸ਼ੱਕ ਜਿੰਨੀ ਮਰਜ਼ੀ ਤਿੱਖੀ ਧੁੱਪ ਹੋ ਜਾਏ, ਜਿੰਨੇ ਮਰਜ਼ੀ ਤੂਫਾਨ, ਹਨੇਰੀ, ਮੀਂਹ ਜੋ ਮਰਜ਼ੀ ਆ ਜਾਵੇ, ਪਰ ਇਹਨਾਂ ਲੋਕਾਂ ਦੇ ਹੌਸਲੇ ਬੁਲੰਦ ਨੇ। ਤੁਸੀਂ ਦੇਖ ਸਕਦੇ ਹੋ ਕਾਫੀ ਨੌਜਵਾਨ ਨਜ਼ਰ ਆ ਰਹੇ ਨੇ, ਰੋਜ਼ ਖੜਦੇ ਨੇ ਇੱਥੇ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ, ਲੋਕਾਂ ਨੂੰ ਅਵੇਅਰ ਕਰਨ ਦੇ ਲਈ, ਤੇ ਅਸੀਂ ਵੀ ਰੋਜ਼ਾਨਾ ਆ ਜਾਂਦੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਹਮੇਸ਼ਾ ਨਵੇਂ ਲੋਕ ਜਿਹੜੇ ਸਾਨੂੰ ਹਮੇਸ਼ਾ ਹੀ ਨਜ਼ਰ ਆਉਂਦੇ ਨੇ। ਨਵੇਂ ਲੋਕ ਜਿਹੜੇ ਨੇ ਜੁੜਦੇ ਜਾ ਰਹੇ ਨੇ, ਕੁਝ ਲੋਕ ਡੇਲੀ ਆ ਰਹੇ ਨੇ। ਤੇ ਇੱਥੇ ਜੇਕਰ ਦੇਖੀਏ ਤਾਂ ਇੱਥੇ ਦਾ ਪੱਕਾ ਧਰਨਾ ਲੱਗਾ ਆ। 24 ਘੰਟੇ ਇੱਥੇ ਜਿਹੜੇ ਲੋਕ ਰਹਿੰਦੇ ਨੇ ਮਟਕਾ ਚੌਂਕ ਦੇ ਉੱਪਰ, 24 ਘੰਟੇ ਜਿਹੜਾ ਇਹਨਾਂ ਨੇ ਕੁਝ ਬਣਾਏ ਹੋਏ ਨੇ, ਇੱਕ ਟੀਮਸ ਕਹਿ ਸਕਦੇ ਆ ਕਿ ਟੀਮ ਟਰਨ ਬਾਈ ਟਰਨ ਆਉਂਦੀਆਂ ਨੇ, ਕਾਫੀ ਟਾਈਮ ਤੱਕ ਇੱਥੇ ਬੈਠਣ ਦੀ ਰਹਿੰਦੀਆਂ ਨੇ। ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਇੱਥੇ ਜਿਹੜੇ ਕਾਫੀ ਨੌਜਵਾਨ ਨੇ ਬੈਠੇ ਹੋਏ ਨਜ਼ਰ ਆ ਰਹੇ ਨੇ। ਇੱਕੋ ਹੀ ਨਸ਼ਾ ਬੜਾਏ, ਬੁਰਜਾਂ ਦੇ ਸਾਕੇ ਲੱਗਦਾ, ਮੱਤਾਂ ਤੋਂ ਦੂਰ ਰੱਖੇ, ਜਾਣਨ ਇਹ ਕਿਵੇਂ ਰਾਤ ਨੂੰ ਮੁੜਦੇ ਨੇ ਖੇਤ ਨਕੇ, ਜਾਣਨ ਇਹ ਕਿਵੇਂ ਰਾਤ ਨੂੰ ਮੁੜਦੇ ਨੇ ਖੇਤ ਨਕੇ। ਸਾਨੂੰ ਜੋ ਖੌਫ ਦਿਖਾਉਂਦੇ, ਸਾਨੂੰ ਜੋ ਖੌਫ ਦਿਖਾਉਂਦੇ,
ਸਿਆਲਾਂ ਦੇ ਪਾਲੇ ਦਾ ਇੱਕੋ ਹੀ ਨਸ਼ਾ ਬੜਾ ਏ ਸਿੰਘ ਨੂੰ ਜਕਾਰੇ ਦਾ ਇੱਕੋ ਹੀ ਨਸ਼ਾ ਚਾਹੀਦਾ ਅਰਸੇ ਦੇ ਬਾਅਦ ਕਿਸੇ ਨੇ ਦਿੱਲੀ ਐ ਘੇਰੀ ਓਏ ਅਰਸੇ ਦੇ ਬਾਅਦ ਕਿਸੇ ਨੇ ਦਿੱਲੀ ਐ ਘੇਰੀ ਓਏ ਦੇਵੀ ਕੋਈ ਸ਼ਕਤੀ ਕਾਰਨ ਹੁੰਦੇ ਵਰਤਾਰੇ ਦਾ ਇੱਕੋ ਹੀ ਨਸ਼ਾ ਬੜਾ ਏ ਸਿੰਘ ਨੂੰ ਜਕਾਰੇ ਦਾ ਇੱਕੋ ਹੀ ਨਸ਼ਾ ਬੜਾ ਏ ਧਰਨੇ ਵਿੱਚ ਪੀਣੀ ਮਾੜੀ ਪੀਣੀ ਐ ਦਾਰੂ ਬਈ ਕਮੀਆਂ ਨਹੀਂ ਹੋਣ ਦੇਣੀਆਂ ਲਹਿਰਾਂ ਤੇ ਭਾਰੂ ਬਈ ਕਮੀਆਂ ਨਹੀਂ ਹੋਣ ਦੇਣੀਆਂ ਲਹਿਰਾਂ ਤੇ ਭਾਰੂ ਬਈ ਉੱਥੇ ਕੋਈ ਕੰਮ ਨਹੀਂ ਮਿੱਤਰੋ ਮਾਰੇ ਲਲਕਾਰੇ ਦਾ ਇੱਕੋ ਹੀ ਨਸ਼ਾ ਬੜਾ ਏ ਸਿੰਘ ਨੂੰ ਜਕਾਰੇ ਦਾ ਇੱਕੋ ਹੀ ਨਸ਼ਾ ਚਾਹੇ ਕਹਿੰਦੇ ਖੋਰੂ ਵਿੱਚ ਮੈਦਾਨ ਦੇ ਪਾ ਦੇਵੇ ਉਹੀ ਅਸਲ ਸਿਰੇ ਦਾ ਮੱਲ ਹੁੰਦਾ ਗੱਲਾਂ ਕਰਨੀਆਂ ਬਹੁਤ ਸਕਾਲੀਆਂ ਨੇ ਧੱਫਾ ਇੱਕ ਨਹੀਂ ਗਰਦਨ ਤੇ ਝੱਲ ਹੁੰਦਾ ਗੀਤ ਗਾਉਣੇ ਤੇ ਖੇਡਣੀ ਨਾ ਖੇਡ ਸੌਖੀ ਦਮ ਖਿੱਚਿਆ ਹਿੱਕ ਦਾ ਪਲ ਹੁੰਦਾ ਭਾਮੀਆਂ ਵਾਲਿਆ ਬੜੀਏ ਗਣਿਤ ਔਖੀ ਬਿਨਾਂ ਅਕਲ ਦੇ ਸਵਾਲ ਨਹੀਂ ਹੱਲ ਹੁੰਦਾ ਹੁਣ ਜਦੋਂ ਬਿਨਾਂ ਅਕਲ ਵਾਲਾ ਬੰਦਾ ਸੱਤਾ ਦੇ ਉੱਪਰ ਬਹਿ ਜਾਵੇ ਸੱਤਾ ਤੇ ਹੋ ਜਾਵੇ ਕਾਬਜ ਫਿਰ ਉਸ ਬੰਦੇ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਉਹ ਬੰਦਾ ਕੀ ਸਾਡੇ ਨਾਲ ਜਦੋਂ ਕਿ ਉਸ ਬੰਦੇ ਨੂੰ ਮਨ ਕੀ ਬਾਤ ਆਪਦੇ ਘਰੇ ਕਰਨੀ ਚਾਹੀਦੀ ਸੀ ਤੇ ਕੰਮ ਕੀ ਬਾਤ ਲੋਕਾਂ ਨਾਲ ਕਰਨੀ ਚਾਹੀਦੀ ਸੀ ਘਰੇ ਕੋਈ ਗੱਲ ਕਰਨ ਵਾਲਾ ਨਹੀਂ ਤੇ ਮਨ ਕੀ ਬਾਤ ਲੋਕਾਂ ਨਾਲ ਪਿਆ ਕਰਦਾ ਸੋ ਗੱਲ ਉਹਦੇ ਲਈ ਵੀ ਲਿਖ ਦਿੰਨੇ ਆ ਕਿ ਫਿਰਕਾ ਪ੍ਰਸਤੀ ਨੂੰ ਕਾਜੀ ਦੀ ਛਿੱਟ ਜਾਣੋ ਦੁੱਧ ਮਾਨਵੀ ਪਿਆਰ ਦਾ ਫਿੱਟਦਾ ਏ ਤਾਨਾ ਸ਼ਾਹ ਲੋਕਾਈ ਦੇ ਦਿਲਾਂ ਵਿੱਚੋਂ ਗਲਤ ਹਰਫ ਦੇ ਵਾਂਗ ਹੀ ਮਿਟਦਾ ਏ ਹਾਕਮ ਜਾਣੇ ਕਮਜ਼ੋਰੀ ਜਦ ਸ਼ਾਂਤੀ ਨੂੰ ਹਾਕਮ ਜਾਣੇ ਕਮਜ਼ੋਰੀ ਜਦ ਸ਼ਾਂਤੀ ਨੂੰ ਹੁੰਦਾ ਪੱਥਰ ਜਵਾਬ ਫਿਰ ਇੱਟ ਦਾ ਏ ਹੋਮੇ ਚੜੇ ਆਕਾਸ਼ ਜਦ ਸਤਵੇਂ ਤੇ ਲੋਕ ਰੋਹੀ ਭੁੰਜੇ ਲਾ ਸਿੱਟਦਾ ਏ ਨੇਕੀ ਆਈਏ ਬਦੀ ਦੇ ਨਾਲ ਪਿੜਦੀ ਕੋਈ ਨਵਾਂ ਨਹੀਂ ਜੰਗ ਇਹ ਨਿੱਤ ਦਾ ਏ ਹਰ ਸੰਘਰਸ਼ ਦਾ ਇਹ ਇਤਿਹਾਸ ਦੱਸੇ ਸਦਾ ਸਿਰੜ ਤੇ ਸਿਦਕ ਹੀ ਜਿੱਤਦਾ ਏ ਸਦਾ ਸਿਰੜ ਤੇ ਸਿਦਕ ਹੀ ਜਿੱਤਦਾ ਏ ਅੱਜ ਸਾਡਾ ਕਿਸਾਨੀ ਅੰਦੋਲਨ ਜਿਹੜਾ ਹੈ ਮਟਕਾ ਚੌਂਕ ਚੰਡੀਗੜ੍ਹ ਤੇ 149ਵਾਂ ਦਿਨ ਸ਼ਾਮਲ ਹੋ ਚੁੱਕਿਆ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸੱਤਾ ਦੇ ਨਸ਼ੇ 'ਚ ਚੂਰ ਹੋ ਚੁੱਕੀ ਅੰਨੀ ਬੋਲੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਉਹਨੂੰ ਅਸੀਂ ਸੁਨੇਹਾ ਦੇਣ ਦੇ ਲਈ ਹੁਣ ਇੱਕ ਰਣਨੀਤੀ ਨੂੰ ਤਿੱਖਾ ਕਰਨ ਦੇ ਲਈ ਤੇਜ਼ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉਪਰਾਲਾ ਕਰ ਰਹੇ ਹਾਂ ਕਿ ਸਾਡੇ ਜਿੰਨੇ ਵੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਵਲੰਟੀਅਰ ਨੇ ਅਸੀਂ ਰਲ ਕੇ ਭੁੱਖ ਹੜਤਾਲ ਕਰਾਂਗੇ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਭੁੱਖ ਹੜਤਾਲ ਜਿਹੜੀ ਆ ਜਾਰੀ ਰਹੇਗੀ ਜੇ ਭੁੱਖ ਹੜਤਾਲ ਨਾਲ ਵੀ ਨਾ ਸਰਿਆ ਤੇ ਅਸੀਂ ਮਰਨ ਵਰਤ ਤੇ ਵੀ ਬੈਠਣ ਨੂੰ ਤਿਆਰ ਹਾਂ ਸੋ ਇਸ ਕਰਕੇ ਮੈਂ ਹੁਣ ਸਾਡੇ ਨਾਲ ਦੇ ਵੀਰਾਂ ਨੂੰ ਵੀ ਅਪੀਲ ਕਰਾਂ ਕਿ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ ਫਿਰ ਬਾਕੀ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਜੀ ਹਾਂ ਜੀ ਵੀ ਤੁਹਾਨੂੰ ਕਿਉਂ ਲੱਗ ਰਿਹਾ ਕਿ ਹੁਣ ਭੁੱਖ ਹੜਤਾਲ ਤੇ ਬੈਠਣ ਦੀ ਜ਼ਰੂਰਤ ਆ ਕਿ ਉਸ ਤਰੀਕੇ ਦੇ ਨਾਲ ਮਸਲੇ ਦਾ ਹੱਲ ਹੋਏਗਾ ਗੱਲ ਇਦਾਂ ਜੀ ਅਸੀਂ ਹੁਣ ਇੰਨੇ ਦਿਨਾਂ ਤੋਂ ਲਗਾਤਾਰ ਸੰਘਰਸ਼ ਦੇ ਨਾਲ ਜੁੜੇ ਹੋਏ ਆ ਸਾਰੀਆਂ ਸਟ੍ਰੈਟਜੀਆਂ ਬਣਾ ਲੀਆਂ ਪਿਆਰ ਨਾਲ ਵੀ ਗੱਲ ਕਰਕੇ ਦੇਖ ਲਈ ਸਮਝਾਉਣ ਦੀ ਵੀ ਕੋਸ਼ਿਸ਼ ਕਰਕੇ ਦੇਖ ਲਈ ਡਾਂਗਾਂ ਵੀ ਖਾਈ ਜਾਂਦੇ ਆ ਪਰਚੇ ਵੀ ਦਰਜ ਹੋਈ ਜਾਂਦੇ ਆ ਉਸ ਤੋਂ ਬਾਅਦ ਵੀ ਸਰਕਾਰ ਜਾਗ ਨਹੀਂ ਰਹੀ ਤੇ ਅਸੀਂ ਚਾਹੁੰਦੇ ਆ ਕਿ ਸ਼ਾਇਦ ਜਿਸ ਅੰਨ ਦੇ ਲਈ ਅਸੀਂ ਇਹ ਅੰਦੋਲਨ ਕਰ ਰਹੇ ਆ ਸ਼ਾਇਦ ਉਸ ਅੰਨ ਨੂੰ ਤਿਆਗਣ ਤੋਂ ਬਾਅਦ ਹੀ ਉਸ ਸਰਕਾਰ ਦੇ ਕੰਨਾਂ ਤੱਕ ਜੂੰ ਸਰਕ ਜਾਵੇ ਸ਼ਾਇਦ ਉਸ ਸੱਤਾ ਦੇ ਨਸ਼ੇ 'ਚ ਚੂਰ ਹੋ ਚੁੱਕੇ ਅੰਨੇ ਬੋਲੇ ਹਾਕਮ ਨੂੰ ਪਤਾ ਲੱਗ ਜਾਵੇ ਕਿ ਲੋਕਤੰਤਰ ਲੋਕਾਂ ਦਾ ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ ਤੇ ਜੇ ਲੋਕ ਸੜਕਾਂ ਦੇ ਤੇ ਮੈਂ ਇਹਨਾਂ ਦੀ ਗੱਲ ਸੁਣਾ ਸੰਵਿਧਾਨ ਦੇ ਅੱਖਰ ਜਿਹੜੇ ਨੇ ਉਹ ਇਕੱਲੇ ਲਿਖੇ ਨਾ ਰਹਿ ਜਾਣ ਸੰਵਿਧਾਨ ਸਾਨੂੰ ਜੇ ਫਰੀडम ਆਫ ਸਪੀਚ ਦਿੰਦਾ ਫਰੀडम ਆਫ ਪ੍ਰੋਟੈਸਟ ਦਿੰਦਾ ਤਾਂ ਸੰਵਿਧਾਨ ਦੇ ਅਨੁਛੇਦ 19 ਤੋਂ 21 ਦੇ ਅਨੁਸਾਰ ਹੀ ਅਸੀਂ ਇੱਥੇ ਬੈਠੇ ਹਾਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਸਿੱਧਕੀ ਬਣ ਕੇ ਬੈਠੇ ਹਾਂ ਸਿਰੜ ਦੇ ਵਿੱਚ ਬੈਠੇ ਹਾਂ ਸੋ ਬੇਨਤੀ ਇਹੀ ਹੈ ਸਰਕਾਰ ਨੂੰ ਕਿ ਬਹੁਤ ਸਮਾਂ ਹੋ ਚੁੱਕਿਆ ਬੜਾ ਪਰਖ ਲਿਆ
ਤੇ ਹੁਣ ਤੁਹਾਡੀ ਜਿਹੜੀ ਪਰਖ ਦੀ ਘੜੀ ਆ ਖਤਮ ਹੋ ਚੁੱਕੀ ਹੈ। ਹੁਣ ਤੁਸੀਂ ਆਪਣਾ ਡਿਸੀਜਨ, ਆਪਣਾ ਜਿਹੜਾ ਤੁਸੀਂ ਧੱਕੇ ਨਾਲ ਥੋਪਿਆ ਹੋਇਆ ਫੈਸਲਾ ਹੈ, ਇਹਨੂੰ ਵਾਪਸ ਲਓ। ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਲੋਕ ਨਾ ਘਰਾਂ ਨੂੰ ਮੁੜਦੇ ਆ, ਨਾ ਮੁੜਨਗੇ ਤੇ ਨਾ ਮੁੜੇ ਸੀ। ਤੁਸੀਂ ਬੰਗਾਲ ਦਾ ਦੇਖ ਲਓ ਕਿ ਬੰਗਾਲ ਤੇ ਪੰਜਾਬ ਦੋ ਇਦਾਂ ਦੇ ਸੂਬੇ ਹੋਏ ਨੇ ਜਿਹੜੇ ਹਮੇਸ਼ਾ ਹੀ ਕੇਂਦਰ ਦੇ ਉਲਟ ਭੁਗਤੇ ਨੇ, ਤੇ ਬੰਗਾਲ ਤੋਂ ਜਿਹੜੀ ਲਹਿਰ ਸ਼ੁਰੂ ਹੋ ਚੁੱਕੀ ਹੈ ਤੇ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹਦਾ ਸਿੱਟਾ ਮਿਲ ਜਾਣਾ ਹੈ। ਤੇ ਅਗਲਾ ਡਾਕਾ ਸਾਡਾ ਫਿਰ ਸਿੱਧਾ ਈਵੀਐਮ ਤੇ ਆ। ਜਦੋਂ ਈਵੀਐਮ ਖਤਮ, ਜਦੋਂ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਜਿਹੜੀ ਸੱਤਾਧਾਰੀ ਕਾਬਜ਼ ਧਿਰ ਹੈ, ਉਹ ਹੁਣ ਸੰਵਿਧਾਨ ਨੂੰ ਖਤਮ ਕਰਨ ਦੇ ਲਈ ਕਾਹਦੇ ਜ਼ਰੀਏ ਬਣ ਕੇ ਆਈ ਹੈ? ਈਵੀਐਮ ਦੇ ਜ਼ਰੀਏ। ਤੇ ਜੇ ਸਾਡੇ ਤਿੰਨੇ ਕਾਲੇ ਕਾਨੂੰਨ ਰੱਦ ਹੁੰਦੇ ਆ, ਨਹੀਂ ਵੀ ਰੱਦ ਹੁੰਦੇ, ਉਸ ਦੇ ਨਾਲ ਵੀ ਸਾਡਾ ਜਿਹੜਾ ਈਵੀਐਮ ਦਾ ਵਿਰੋਧ ਜਿਹੜਾ ਜਾਰੀ ਰਹੇਗਾ, ਤਾਂ ਕਿ ਗਲਤ ਤੇ ਸ਼ਰਾਰਤੀ ਅਨਸਰ ਸੱਤਾ ਦੇ ਵਿੱਚ ਆ ਕੇ ਲੋਕਾਂ ਨੂੰ ਐਵੇਂ ਸੜਕਾਂ ਤੇ ਰੋਲਣ ਨਾ। ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ, ਉਹਨਾਂ ਦਾ ਫਰਜ਼ ਨਹੀਂ ਬਣਦਾ। ਲੋਕਾਂ ਨੇ ਚੁਣ ਕੇ ਤੁਹਾਨੂੰ ਸੱਤਾ 'ਚ ਪਜਾਇਆ, ਤੁਸੀਂ ਆਪ ਨਹੀਂ ਸੱਤਾ ਦੇ ਵਿੱਚ ਆਏ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤੇ ਤੁਸੀਂ ਲੋਕਾਂ ਦੀ ਗੱਲ ਲੈ ਕੇ ਜਾਣੀ ਸੀ ਉੱਥੇ, ਨਾ ਕਿ ਲੋਕਾਂ ਨੂੰ ਸੜਕਾਂ ਤੇ ਰੋਲਣਾ ਸੀ। ਬਿਲਕੁਲ ਉਹੀ ਚੀਜ਼ ਹੈ, ਕਿਉਂਕਿ ਆਮ ਜਨਤਾ ਨੇ ਸਰਕਾਰਾਂ ਨੂੰ ਬਣਾਇਆ, ਪਰ ਹੁਣ ਆਮ ਜਨਤਾ ਹੀ ਸੜਕਾਂ ਤੇ ਬੈਠੀ ਹੋਈ ਆ ਆਪਣੀ ਗੱਲਾਂ ਨੂੰ ਸਰਕਾਰਾਂ ਦੇ ਤੱਕ ਪਹੁੰਚਾਉਣ ਦੇ ਲਈ। ਜਿੱਥੇ 24 ਘੰਟੇ ਉੱਥੇ ਦਿੱਲੀ 'ਚ ਪ੍ਰੋਟੈਸਟ ਤੇ ਲੋਕ ਬੈਠੇ ਹੋਏ ਨੇ, ਉੱਥੇ ਮਟਕਾ ਚੌਂਕ ਦੇ ਵਿੱਚ 24 ਘੰਟੇ ਦਾ ਪ੍ਰੋਟੈਸਟ ਸਟਾਰਟ ਹੋ ਗਿਆ। ਹੁਣ ਤੁਸੀਂ ਕਿ ਤੁਸੀਂ ਭੁੱਖ ਹੜਤਾਲ ਤੱਕ ਜਾਓਗੇ ਤਾਂ ਵੀ ਕੋਈ ਹੱਲ ਨਾ, ਫਿਰ ਉਸ ਤੋਂ ਵੀ ਅੱਗੇ ਜਾਓਗੇ। ਉਸ ਤੋਂ ਬਾਅਦ ਮਰਨ ਵਰਤ ਰੱਖਾਂਗੇ ਜੀ, ਫਿਰ ਲੋਥਾਂ ਜਾਣਗੀਆਂ ਇੱਥੋਂ, ਅਰਥੀਆਂ ਉੱਠਣਗੀਆਂ। ਫਿਰ ਤਾਂ ਉਹ ਵੀ ਤਾਂ ਕਰੋਨਾ ਦੇ ਨਾਂ ਤੇ ਕਹਿ ਕੇ ਭੁੱਖਿਆਂ ਨੂੰ ਤਾਂ ਘਰਾਂ 'ਚ ਮਾਰੇ ਦੇਣਾ। ਫਿਰ ਅਸੀਂ ਕੁਝ ਕਰਕੇ ਮਰਾਂਗੇ ਸਮਾਜ ਦੇ ਲਈ। ਫਿਰ ਅਸੀਂ ਇੱਥੇ ਐਲਾਨ ਕਰਤਾ ਇਹ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਇਹ ਜਾਰੀ ਕਰ ਦੇਣਾ ਕਿ ਇੱਥੇ ਭੁੱਖ ਹੜਤਾਲ ਤੇ ਬੈਠਣਾ ਸ਼ੁਰੂ ਕਰ ਦਿੱਤਾ ਜਾਊਗਾ। ਉਹ ਤੋਂ ਬਾਅਦ ਵੀ ਸਰਕਾਰ ਨਹੀਂ ਮੰਨਦੀ ਤੇ ਅਸੀਂ ਮਰਨ ਵਰਤ ਤੇ ਬੈਠਾਂਗੇ। ਫਿਰ ਇਹਦੇ ਨਾਲ ਦੀ ਨਾਲ ਪਹਿਲਾਂ ਇਹ ਚੀਜ਼ਾਂ ਬੜੀਆਂ ਹੁੰਦੀਆਂ ਸੀ ਕਿ ਸਰਕਾਰਾਂ ਜਿਹੜੀਆਂ ਸੀ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਵੰਡਦੀਆਂ ਸੀ। ਤੁਸੀਂ ਉਹਦੇ ਲਈ ਬੜਾ ਵਧੀਆ ਉਪਰਾਲਾ ਕਰ ਰਹੇ ਹੋ, 14 ਤਰੀਕ ਨੂੰ ਇੱਥੇ ਇਕੱਠੇ ਹੋ ਕੇ ਈਦ ਮਨਾ ਰਹੇ ਹੋ, ਉਹਦੇ ਬਾਰੇ ਦੱਸੋ। ਅਸੀਂ ਰਾਮ ਨੌਮੀ ਜਿਹੜੀ ਹੁਣੇ ਲੰਘ ਕੇ ਗਈ ਹੈ ਉਹ ਵੀ ਮਨਾਈ, ਅਸੀਂ ਵਿਸਾਖੀ ਵੀ ਮਨਾਈ, ਤੇ ਅਸੀਂ ਹੁਣ 26 ਜਿਹੜਾ 25 ਦਾ ਜਿਹੜਾ ਕ੍ਰਿਸਚਨ ਭਾਈਚਾਰੇ ਦਾ ਤਿਉਹਾਰ ਸੀ ਈਸਾ ਮਸੀਹ ਦਾ, ਉਹ ਵੀ ਮਨਾਇਆ। ਤੇ ਹੁਣ ਅਸੀਂ ਜਿਹੜਾ ਈਸਾਈ ਆਪਣਾ ਮੁਸਲਮਾਨ ਭਾਈਚਾਰੇ ਦੀ ਜਿਹੜੀ ਈਦ ਆ ਰਹੀ ਹੈ, ਉਹਦਾ ਅਸੀਂ 14 ਤਰੀਕ ਨੂੰ ਮਿੱਠੀ ਖੀਰ ਦਾ ਲੰਗਰ ਹੈ ਤੇ ਕਵਾਲੀਆਂ ਦਾ ਪ੍ਰੋਗਰਾਮ ਅਸੀਂ ਉਲੀਕ ਦਿੱਤਾ, ਤੇ ਉਹ ਪ੍ਰੋਗਰਾਮ ਹੋ ਕੇ ਰਹੇਗਾ, ਹਰ ਹਾਲ 'ਚ ਰਹੇਗਾ। ਤੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਵੱਡੀ ਗਿਣਤੀ ਦੇ ਵਿੱਚ ਲੋਕ ਆਣਗੇ, ਮੁਸਲਮਾਨ ਭਾਈਚਾਰਾ ਵੀ ਆਏਗਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਸਾਂਝੇ ਰਲ ਕੇ ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣਗੇ, ਕਿਉਂਕਿ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ। ਅੰਦੋਲਨ ਸਾਰਿਆਂ ਦਾ ਸਾਂਝਾ, ਕਿਸੇ ਇੱਕ ਧਰਮ, ਕਿਸੇ ਇੱਕ ਜਾਤ, ਕਿਸੇ ਇੱਕ ਬਰਾਦਰੀ ਦਾ ਅੰਦੋਲਨ ਨਹੀਂ। ਸੋ ਇਹਦੇ ਨਾਲ ਦੀ ਨਾਲ ਜੇ ਦੇਖੇ, ਤੁਸੀਂ ਗੀਤ ਗਾ ਰਹੇ ਸੀ ਪਹਿਲਾਂ, ਇਹ ਤੁਸੀਂ ਖੁਦ ਲਿਖੇ ਹੋਏ ਨੇ? ਇਹ ਮੇਰਾ ਦੋਸਤ ਹੈ ਵਿੱਕੀ ਭਾਮੀਆਂ ਵਾਲਾ, ਉਹਨੇ ਲਿਖੇ ਹੋਏ ਨੇ। ਤੇ ਇੱਕ ਸਾਡਾ ਇੱਕ ਬਹੁਤ ਵਧੀਆ ਬੁਲਾਰਾ ਹੈ ਮੁੰਡਾ, ਉਹ ਲਿਖਦਾ। ਕੁਛ ਕਾ ਦਾਸ ਨੂੰ ਵੀ ਲਿਖਣ ਦਾ ਚਾਅ ਹੈ। ਮੇਰਾ ਕਵਿਸ਼ਰੀ ਜਥਾ ਸਤਨਾਮ ਸਿੰਘ ਟਾਂਡਾ ਨਾਂ ਤੇ ਖੁਦ ਵੀ ਲਿਖ ਲੈਂਦੇ ਆ। ਕੁਝ ਕੁ ਚੀਜ਼ਾਂ ਆਪਣੀਆਂ ਲਿਖੀਆਂ ਹੋਈਆਂ ਨੇ, ਕੁਝ ਕਿਸੇ ਦੀਆਂ ਲਿਖੀਆਂ ਹੋਈਆਂ ਨੇ। ਪਰ ਗੱਲ ਇਹ ਹੈ ਕਿ ਅਸੀਂ ਇਸ ਯੁੱਗ ਪਲਟਾਊ ਅੰਦੋਲਨ ਦਾ ਹਿੱਸਾ ਬਣਿਆ, ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਲੋਕ ਲਹਿਰਾਂ ਖੜੀਆਂ ਹੁੰਦੀਆਂ ਨੇ, ਉਹਦੇ 'ਚ ਕਲਮ ਦਾ ਬੜਾ ਵੱਡਾ ਯੋਗਦਾਨ ਰਿਹਾ। ਤੇ ਜਦੋਂ ਵੀ ਕਲਮਾਂ ਚੱਲੀਆਂ ਨੇ, ਤੇ ਉਹਨਾਂ ਕਲਮਾਂ ਨੇ ਜ਼ਾਲਮ ਦੀ ਨੱਕ 'ਚ ਦਮ ਕਰਕੇ ਰੱਖਿਆ, ਕੀਤਾ ਤੇ ਕਰਦੇ ਰਹਿਣਗੇ। ਸੋ ਉਸ ਕਲਮ ਦੇ ਆਧਾਰ ਤੇ ਹੀ ਮੈਂ ਤੁਹਾਨੂੰ ਕੁਝ ਕੁ ਗੱਲਾਂ ਸੁਣਾ ਰਿਹਾ ਸੀ। ਤੇ ਉਹਨਾਂ ਗੱਲਾਂ ਦੇ ਵਿੱਚੋਂ ਹੀ ਇੱਕ ਹੋਰ ਜਿਹੜਾ ਭਾਮੀਆਂ ਵਾਲੇ ਮੇਰੇ ਵੀਰ ਨੇ, ਵਿੱਕੀ ਨੇ ਲਿਖਿਆ ਹੋਇਆ ਗੀਤ ਹੈ, ਉਹ ਮੈਂ ਤੁਹਾਡੇ ਨਾਲ ਰੂਬਰੂ ਕਰਾਂ ਕਿ ਦਿੱਲੀਏ ਨਾ ਕਰ ਮਜਬੂਰ ਤੂੰ ਕਿਸਾਨ ਨੂੰ, ਅੰਨਦਾਤਾ ਬਣ ਜਿਹੜਾ ਪਾਲਦਾ ਜਹਾਨ ਨੂੰ, ਕਹੀ ਦਾਤੀ ਛੱਡ ਕਿਤੇ ਅਸਲਾ ਚਕਾ ਦੀ ਨਾ, ਮੁੜ ਕੇ 84 ਵਾਲਾ ਦੌਰ ਦੁਹਰਾ ਦੀ ਨਾ। ਕਿੰਨੀਆਂ ਮਾਵਾਂ ਦੇ ਪੁੱਤ ਖਾ ਗਈਏ ਤੂੰ ਦਿੱਲੀਏ, ਭੈਣਾਂ ਦੇ ਵੀ ਵੀਰ ਮਰਵਾ ਗਈਏ ਤੂੰ ਦਿੱਲੀਏ, ਸੁਹਾਗਣਾ ਨੂੰ ਫੇਰ ਕਿਤੇ ਵਿਧਵਾ ਬਣਾ ਦੀ ਨਾ, ਮੁੜ ਕੇ 84 ਵਾਲਾ ਦੌਰ ਦੁਹਰਾ ਦੀ ਨਾ। ਸਾਰਾ ਕੁਝ ਜੁੜਿਆ ਕਿਸਾਨ ਵੀਰਾਂ ਨਾਲ ਏ, ਚਾਹੇ ਉਹ ਲੋਹਾਰ ਚਾਹੇ ਬੈਠਾ ਸੁਨਿਆਰ ਏ, ਕੰਮਕਾਰ ਵਾਲਾ ਪੱਠਾ ਸਭ ਦਾ ਬਿਠਾ ਦੀ ਨਾ, ਮੁੜ ਕੇ 84 ਵਾਲਾ ਦੌਰ ਦੁਹਰਾ ਦੀ ਨਾ। ਭਾਮੀਆਂ ਵਾਲਾ ਤਾਂ ਮੰਗੇ ਸਭ ਦੀਆਂ ਖੈਰਾਂ ਨੂੰ, ਮਨ 'ਚ ਮਿਟਾ ਦੋ ਤੁਸੀਂ ਸਾਰੇ ਵੈਰਾਂ ਨੂੰ, ਐਵੇਂ ਗੀਤ ਵਿੱਕੀ ਕੋਲੋਂ ਸੱਚ ਦੇ ਲਿਖਾ ਦੀ ਨਾ, ਮੁੜ ਕੇ 84 ਵਾਲਾ ਦੌਰ ਦੁਹਰਾ ਦੀ ਨਾ। ਹੁਣ ਅਸੀਂ 84 ਵਾਲੇ ਦੌਰ ਤੋਂ ਕਿਉਂ ਚਿੰਤਤ ਹਾਂ ਕਿ ਸਾਡੀ ਇੱਕ ਪੂਰੀ ਦੀ ਪੂਰੀ ਨਸਲ ਖਤਮ ਹੋਈ ਹੈ। ਉਸ ਨਸਲਕੁਸ਼ੀ ਦੇ ਉਹ ਇੱਕ ਕ੍ਰਿਟਿਸਿਜ਼ਮ ਹੋਇਆ ਬਹੁਤ ਵੱਡਾ, ਇੱਕ ਨਸਲਕੁਸ਼ੀ ਹੋਈ ਹੈ ਜਿਹਦਾ ਹੁਣ ਤੱਕ ਇਨਸਾਫ ਨਹੀਂ ਮਿਲਿਆ। ਸੇ ਅਸੀਂ ਹੁਣ ਇਨਸਾਫ ਦੀ ਇਹਨਾਂ ਤੋਂ ਉਮੀਦ ਵੀ ਨਹੀਂ ਕਰ ਸਕਦੇ। ਬੜੀਆਂ SITਆਂ ਬਣੀਆਂ, ਬੜੇ ਫੈਸਲੇ ਆਏ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜੀ SIT ਬਣੀ ਸੀ ਉਹ 'ਤੇ ਵੀ ਸਰਕਾਰ ਨੇ ਰੋਕ ਲਾ ਦਿੱਤੀ। ਸੋ ਹੁਣ ਬੜਾ ਔਖਾ ਜਿਹਾ ਅਸੀਂ ਆਪਣੇ ਆਪ ਨੂੰ ਇੱਕ ਘੁਟਨ ਜੀ ਮਹਿਸੂਸ ਕਰਨ ਲੱਗ ਗਏ ਹੁਣ ਇਸ ਦੇਸ਼ ਦੇ, ਕਿਉਂਕਿ ਮੈਂ ਦੇਸ਼ ਨਹੀਂ ਆਪਣਾ ਮੰਨਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਮੈਂ ਦੇਸ਼ ਨਹੀਂ ਆਪਣਾ ਮੰਨਦਾ ਇੱਥੇ ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਉਹ ਦੇਸ਼ ਨਹੀਂ ਮੇਰਾ ਹੋ ਸਕਦਾ
ਜਿੱਥੇ ਅੱਗਾਂ ਲੱਗਣ ਬਾਣੀ ਨੂੰ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਗੁਰੂ ਗ੍ਰੰਥ ਸਾਹਿਬ ਦੀਆਂ ਸੜਕਾਂ ਤੇ ਪੋਥੀਆਂ ਰੋਲੀਆਂ ਜਾਣ, ਤੇ ਉਹ ਦੇਸ਼, ਉਹ ਭਾਰਤ ਜਿਹਦੇ ਲਈ 93% ਅਸੀਂ ਸ਼ਹੀਦੀਆਂ ਦਿੱਤੀਆਂ ਹੋਣ, ਤੇ ਉਹ ਭਾਰਤ ਸਾਨੂੰ ਅੱਜ 2% ਕਹਿ ਕੇ ਘੱਟ ਗਿਣਤੀ ਕਹਿ ਕੇ ਸਾਡੇ ਨਾਲ ਐਡਾ ਬਖਰੇਵੇਂ ਵਾਲਾ, ਐਡਾ ਮਤਰੇਈ ਵਾਲਾ ਜਿਹੜਾ ਵਿਵਹਾਰ ਕਰ ਰਿਹਾ। ਇਹ ਕਈ ਲੀਡਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਕਿ ਪੰਜਾਬ ਨੂੰ ਤਾਂ ਅਸੀਂ ਕਿਸੇ ਗਿਣਤੀ 'ਚ ਨਹੀਂ ਮੰਨਦੇ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਪੰਜਾਬ ਇੱਕ ਉਹ ਸੂਬਾ ਹੈ, ਜੇ 200 ਸਾਲ ਅੰਗਰੇਜ਼ ਰਾਜ ਕਰਕੇ ਗਏ ਨੇ ਤੇ ਪੰਜਾਬ ਤੇ ਸਿਰਫ 50 ਸਾਲ ਕਰਕੇ ਗਏ ਆ। ਸਭ ਤੋਂ ਬਾਅਦ ਪੰਜਾਬ ਉਹਨਾਂ ਦੇ ਕਾਬੂ ਦੇ ਵਿੱਚ ਆਇਆ। ਸੋ ਇਸ ਕਰਕੇ ਅਸੀਂ ਆਪਣੇ ਵੱਲੋਂ ਜੋ ਏਜੰਡਾ ਤੁਹਾਨੂੰ ਦੱਸਿਆ ਹੈ, ਉਸ ਏਜੰਡੇ ਤੇ ਅਸੀਂ ਬੜੀ ਜਲਦੀ ਕੰਮ ਕਰਾਂਗੇ, ਤੇ ਸਾਡਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਉਹ ਤੋਂ ਅਸੀਂ ਪਿੱਛੇ ਨਹੀਂ ਮੁੜਾਂਗੇ। ਪ੍ਰੋਗਰਾਮ ਸਾਡਾ ਇਦਾਂ ਹੀ ਜਾਰੀ ਰਹੇਗਾ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੁਝ ਲਿਖਿਆ ਜਾ ਰਿਹਾ ਹੈ ਪਰ ਜੋ ਨਜ਼ਰ ਆ ਰਿਹਾ ਉਹਦੇ ਉੱਪਰ ਸਾਫ਼ ਨਜ਼ਰ ਆਇਆ ਕਿਸਾਨ ਏਕਤਾ ਚੰਡੀਗੜ੍ਹ। ਹਾਂਜੀ, ਕੀ ਨਾਮ ਹੈ? ਸਹਿਜਵੀਰ ਸਿੰਘ। ਓਕੇ, ਇਹ ਕੀ ਲਿਖ ਰਹੇ ਹੋ ਤੁਸੀਂ? ਇਹ ਜੀ ਪ੍ਰੈਸ ਦੇ ਦੁਆਰਾ ਨੂੰ ਆਪਾਂ ਨੂੰ ਦੱਸਣਾ ਚਾਹੁੰਦੇ ਆ ਕਿ ਹਾਂ ਵੀ ਸਾਡੇ ਕਿਸਾਨ ਦੇ ਵੀਰ ਜੋ ਬੈਠੇ ਆ ਇੱਥੇ, ਉਹਨਾਂ ਨੂੰ ਮਤਲਬ ਕਿ ਆਪਾਂ ਦੱਸਣਾ ਚਾਹੁੰਦੇ ਕਿ ਜਿੱਦਾਂ ਆਪਾਂ ਉਹਨਾਂ ਨੂੰ ਕੀ ਆਪਾਂ ਕੀ ਇੱਥੇ ਕਿਉਂ ਬੈਠੇ ਆ ਇੱਥੇ, ਠੀਕ ਆ। ਦਿੱਲੀ ਦੇ ਵਿੱਚ ਲੋਕ ਬੈਠੇ ਆ, ਉਹ ਵੀ ਮਤਲਬ ਕਿ ਭੁੱਖ ਹੜਤਾਲ ਕਰ ਰਹੇ ਆ, ਠੀਕ ਆ। ਅਸੀਂ ਵੀ ਇੱਥੇ ਬਹਿ ਕੇ ਉਹਨਾਂ ਦੇ ਦੁਆਰਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਾਂ ਇੱਥੇ ਬਹਿ ਕੇ ਉਹਨਾਂ ਦਾ ਸਾਥ ਦੇ ਰਹੇ ਆ। ਇਹ ਨਹੀਂ ਕਿ ਆਪਾਂ ਜਿਹੜੇ ਇੱਥੇ ਲੋਕਲ ਜਿੰਨੇ ਵੀ ਆ ਸਾਰੇ, ਠੀਕ ਆ, ਕਈ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਹੈਗੇ, ਉਹਨਾਂ ਨੂੰ ਦੱਸਾਂਗੇ ਕਿ ਘਰੋਂ ਬਾਹਰ ਨਿਕਲੋ ਤੇ ਸਰਕਾਰ ਦੇ ਨਾਲ ਆਪਾਂ ਲੜੀਏ ਕਿ ਅੱਗੇ ਜੋ ਕਿ ਇਹ ਬਿੱਲ ਪਾਸ ਹੋਏ ਆ ਇਹ ਸਾਡੇ ਲਈ ਚੰਗੇ ਨਹੀਂ ਆ। ਯੂਥ ਬੱਚੇ ਬੜੇ ਨਜ਼ਰ ਆ ਰਹੇ ਆ, ਸਕੂਲਾਂ ਕਾਲਜਿਸ ਦੇ ਵਿੱਚ ਸਟੱਡੀ ਚੱਲ ਰਹੀ ਆ, ਚਾਹੇ ਵਰਕਿੰਗ ਨੇ, ਉਹ ਵੀ ਆ ਕੇ ਪੂਰਾ ਸਾਥ ਦੇ ਰਹੇ ਆ। ਕਿਵੇਂ ਦੇਖ ਰਹੇ ਹੋ ਕਿ ਕੀ ਹਾਲਾਤ ਨੇ ਇਸ ਟਾਈਮ ਦੇਸ਼ 'ਚ? ਹਾਲਾਤ ਤਾਂ ਜੀ ਬਹੁਤ ਮਾੜੇ ਆ, ਠੀਕ ਆ। ਜਿੱਦਾਂ ਕਿ ਤੁਹਾਨੂੰ ਪਤਾ ਕਿ ਕਾਲਜ ਵਗੈਰਾ, ਸਕੂਲ ਵਗੈਰਾ, ਯੂਨੀਵਰਸਿਟੀਆਂ ਵਗੈਰਾ ਸਾਰੀਆਂ ਬੰਦ ਕਰਤੀਆਂ, ਠੀਕ ਆ। ਕਾਲਜ ਦੇ ਵਿੱਚ ਜੋ ਸਟੱਡੀ ਹੁੰਦੀ ਹੈ ਉਹ ਇਸ ਟਾਈਮ ਸਭ ਬੰਦ ਆ, ਆਨਲਾਈਨ ਹੋ ਰਹੀ ਹੈ। ਆਨਲਾਈਨ ਤੁਹਾਨੂੰ ਵੀ ਪਤਾ ਕਿ ਕਿੰਨਾ ਕੁ ਬੱਚੇ ਪੜ੍ਹਦੇ ਆ, ਕਿੰਨਾ ਕੁ ਨਹੀਂ ਪੜ੍ਹ ਸਕਦੇ। ਆਨਲਾਈਨ ਵਿੱਚ ਕੁਝ ਸਮਝ ਨਹੀਂ ਲੱਗਦਾ ਹੈਗਾ, ਠੀਕ ਹੈ। ਇਸ ਕਰਕੇ ਸਰਕਾਰ ਨੂੰ ਹੋਣਾ ਚਾਹੀਦਾ ਕਿ ਜੋ ਕਾਲਜ ਵਗੈਰਾ ਬੰਦ ਕਰ ਰਹੇ ਆ ਉਹਨਾਂ ਨੂੰ ਖੋਲ੍ਹੋ, ਚਾਹੇ ਉਹ 50% ਖੋਲ੍ਹੋ ਜਾਂ 100% ਖੋਲ੍ਹੋ, ਪਰ ਖੋਲ੍ਹੋ ਜ਼ਰੂਰ। ਬੱਚਿਆਂ ਦੀ ਆਫਲਾਈਨ ਕਲਾਸਿਸ ਲਗਵਾਓ, ਉਹਨਾਂ ਨੂੰ ਦੱਸੋ ਕਿ ਜੋ ਹੋ ਰਿਹਾ ਇੱਥੇ ਆਪਣੇ ਦੇਸ਼ ਦੇ ਨਾਲ ਹੋ ਰਿਹਾ, ਸਾਡੇ ਨਾਲ ਹੋ ਰਿਹਾ, ਉਹਨਾਂ ਬਾਰੇ ਉਹਨਾਂ ਨੂੰ ਗਿਆਨ ਦਿੱਤਾ ਜਾਵੇ। ਇਹ ਚੀਜ਼ਾਂ ਬੜੀਆਂ ਹੀ ਬਾਰ-ਬਾਰ ਕਿ ਇਹ ਲੋਕ ਤਾਂ ਅਵੇਲੇ ਨੇ, ਤਾਂ ਕਰਕੇ ਬਾਹਰ ਆਣ ਕੇ ਬੈਠੇ ਹੋਏ ਨੇ, ਤਾਂ ਕਰਕੇ ਪ੍ਰੋਟੈਸਟ ਕਰ ਰਹੇ, ਕੰਮ ਨਹੀਂ ਇਹਨਾਂ ਨੂੰ ਤਾਂ ਕੋਈ। ਨਹੀਂ ਜੀ, ਇੱਦਾਂ ਦਾ ਕੋਈ ਨਹੀਂ ਆ, ਇਹ ਤਾਂ ਸਰਕਾਰ ਦਾ ਵਹਿਮ ਹੈ, ਠੀਕ ਹੈ। ਜਿੰਨੇ ਵੀ ਆਪਾਂ ਬੈਠੇ ਕੋਈ ਵਿਹਲਾ ਨਹੀਂ ਆ, ਸਾਰੇ ਕਾਲਜ ਦੇ ਸਟੂਡੈਂਟਸ ਆ, ਕੋਈ ਆਪਣੀ ਜੋਬ ਛੱਡ ਕੇ ਆ ਰਿਹਾ ਵਾ, ਕੋਈ ਕੁਝ ਛੱਡ ਕੇ ਆ ਰਿਹਾ ਵਾ। ਉਹ ਇੱਥੇ ਤਾਂ ਆ ਰਿਹਾ ਕਿ ਉਹਨਾਂ ਨੂੰ ਪਤਾ ਕਿ ਜੇ ਆਉਣ ਵਾਲੇ ਫਿਊਚਰ ਵਿੱਚ ਜੇ ਇਹ ਬਿੱਲ ਫੇਲ ਨਾ ਹੋਏ, ਬੰਦ ਨਾ ਕੀਤੇ ਗਏ, ਤੇ ਆਉਣ ਵਾਲੇ ਫਿਊਚਰ ਵਿੱਚ ਬਹੁਤ ਤੰਗੀ ਹੋਊਗੀ। ਤੁਸੀਂ ਲੋਕਲ ਹੋ ਇੱਥੋਂ? ਹਾਂਜੀ, ਲੋਕਲ ਹੈ। ਓਕੇ, ਤੇ ਲੋਕਲ ਪੇਰੈਂਟਸ ਨੇ ਕਦੇ ਸਟਾਰਟਿੰਗ ਕਿੰਨੇ ਕੁ ਟਾਈਮ ਤੋਂ ਆ ਰਹੇ ਹੋ? ਪੇਰੈਂਟਸ ਵੀ ਆ ਰਹੇ ਨੇ? ਨਹੀਂ, ਪੇਰੈਂਟਸ ਨਹੀਂ ਆ ਰਹੇ ਸੀਗੇ। ਅਸੀਂ ਜਦੋਂ ਸਟਾਰਟ ਹੋਇਆ ਨਾ, ਪ੍ਰੋਟੈਸਟ ਸਟਾਰਟ ਹੋਇਆ, ਉਦੋਂ ਦੇ ਅਸੀਂ ਆ ਰਹੇ ਹਾਂ। ਉਦੋਂ ਸਟਾਰਟਿੰਗ ਤੋਂ ਪੂਰਾ ਸਾਥ ਦੇ ਰਹੇ ਹੋ, ਨਾਲ ਫਰੈਂਡ ਸਰਕਲ ਵੀ ਆ ਰਿਹਾ? ਹਾਂਜੀ, ਫਰੈਂਡ ਸਰਕਲ ਵੀ ਆ ਰਿਹਾ। ਤੇ ਫਰੈਂਡਸ ਦੇ ਵਿੱਚ ਗੱਲਾਂ ਹੁੰਦੀਆਂ ਹੋਣਗੀਆਂ ਪ੍ਰੋਟੈਸਟ ਨੂੰ ਲੈ ਕੇ, ਕਿਵੇਂ ਗੱਲਬਾਤ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਕਿ ਇਹ ਮੁੱਦਾ ਇੰਨਾ ਵੱਡਾ ਹਾਈਲਾਈਟ ਹੋਇਆ ਵਾ, ਚ ਇੰਨਾ ਜ਼ਿਆਦਾ ਦੇਸ਼ ਦੇ ਵਿੱਚ ਚੀਜ਼ ਦਾ ਰੌਲਾ ਪਿਆ ਆ? ਹਾਂਜੀ, ਇਹ ਤਾਂ ਜੀ ਗੱਲਾਂ ਆਪਣੇ ਵਿੱਚ ਹੁੰਦੀਆਂ ਵਾ। ਕੋਈ ਕਹਿੰਦਾ ਕਿ ਨਹੀਂ ਜਾਣਾ ਚਾਹੀਦਾ, ਕੋਈ ਕਹਿੰਦਾ ਜਾਣਾ ਚਾਹੀਦਾ, ਪਰ ਮੈਂ ਤਾਂ ਇੱਕੋ ਸਲਾਹ ਦਊਂਗਾ ਬਈ ਅਸੀਂ ਜਾਈਏ, ਠੀਕ ਆ। ਆਪਾਂ ਫਾਰਮਰਸ ਦੇ ਨਾਲ, ਪਰ ਆਪਾਂ ਜ਼ਮੀਨਾਂ ਵਾਲੇ ਨਹੀਂ, ਪਰ ਜ਼ਮੀਰਾਂ ਵਾਲੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਹਮੇਸ਼ਾ ਆਉਂਦੇ ਹੋ, ਪੋਸਟਰ ਦੇਖ ਰਹੀ ਹਾਂ, ਗੈਸ ਤੁਹਾਡੇ ਹੱਥ 'ਚ ਦੇਖ ਰਹੀ ਹਾਂ, ਇੱਥੇ ਲੰਗਰ ਲੱਗ ਰਹੇ ਨੇ, ਸੇਵਾ ਲੱਗਦੀਆਂ ਨੇ, ਲੋਕਾਂ ਦੇ ਵੱਲੋਂ ਆ ਕੇ ਚਾਹੇ ਥੋੜਾ ਬਹੁਤ ਜਿੰਨਾ ਵੀ ਕਰ ਸਕਦੇ ਕੰਟਰੀਬਿਊਟ ਕਰਕੇ ਜਾਂਦੇ ਨੇ, ਜ਼ਰੂਰ ਕਿ ਸੇਵਾ ਕੀਤੀ ਜਾਵੇ। ਫੰਡਿੰਗ ਦਾ ਬੜਾ ਰੌਲਾ ਸੀ ਸ਼ੁਰੂ ਤੋਂ, ਫੰਡਿੰਗ ਕਹਿੰਦੇ ਕਿ ਫੰਡਿੰਗ ਜਿਹੜੀ ਇਹਨਾਂ ਨੂੰ ਬਾਹਰੋਂ ਪੈਸਾ ਆ ਰਿਹਾ ਆ, ਉਹਦਾ ਲੰਗਰ ਲੱਗ ਰਹੇ ਨੇ, ਮੇਲੇ ਮਨਾਏ ਜਾ ਰਹੇ ਨੇ, ਜਸ਼ਨ ਹੋ ਰਹੇ ਨੇ ਦਿੱਲੀ ਦੇ ਹੱਦਾਂ ਤੇ। ਨਹੀਂ, ਜਸ਼ਨ ਨਹੀਂ ਹੈਗੇ, ਜਸ਼ਨ ਇਹਨਾਂ ਨੂੰ ਜਸ਼ਨ ਲੱਗਦੇ ਨੇ। ਦੇਖੋ ਇਹ ਲੋਕ ਨੇ ਜਿਹੜੇ ਆਕਸੀਜਨ ਪ੍ਰੋਵਾਈਡ ਕਰ ਰਹੇ ਨੇ, ਲੰਗਰ ਇਹ ਨੇ, ਹਨਾ, ਲੋਕਾਂ ਦੀ ਜਾਨ ਬਚਾ ਰਹੇ ਨੇ। ਇਹਨਾਂ ਕੋਲ ਇਹ ਐਕਚੁਅਲ ਅੱਜ ਦੇਖਿਆ ਜਾਵੇ ਤਾਂ ਸਰਕਾਰ ਵਰਸਸ ਸਰਦਾਰ ਹੋ ਰਹੀ ਆ। ਸਰਕਾਰ ਫੇਲ ਹੋ ਰਹੀ ਆ ਤੇ ਆਪਣੀ ਸਰਦਾਰ ਉਹ ਜਿਹੜੇ ਆਕਸੀਜਨ ਦੇ ਰਹੇ ਨੇ, ਮੈਡੀਸਨ ਪ੍ਰੋਵਾਈਡ ਕਰ ਰਹੇ ਨੇ, ਜੋ ਸਰਕਾਰਾਂ ਦੇ ਕੰਮ ਨੇ ਉਹ ਅਸੀਂ ਕਰ ਰਹੇ ਨੇ। ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਇਹਨਾਂ ਨੇ ਬਦਨਾਮ ਕੀਤਾ ਹੋਇਆ, ਇਹ ਬਹੁਤ ਦੇਰ ਤੋਂ ਕਰਦੇ ਸੀਗੇ ਕਿ ਸਰਦਾਰ ਲੋਕ ਇਦਾਂ ਨੇ, ਇਹ ਖਾਲਿਸਤਾਨੀ ਨੇ, ਇਹ ਫਲਾਣਾ ਨੇ, ਇਹ ਟਮਕਾਣਾ ਨੇ। ਦੇਖੋ ਅੱਜ ਲੋਕੀ ਦੇਖ ਕੇ ਕਹਿੰਦੇ ਨੇ ਜੇ ਇਦਾਂ ਦੇ ਲੰਗਰ ਲਾਉਣ ਵਾਲੇ, ਲੋਕਾਂ ਦੀ ਜਾਨ ਬਚਾਉਣ ਵਾਲੇ, ਲੋਕਾਂ ਨੂੰ ਸਾਹ ਦੇਣ ਵਾਲੇ, ਮੈਡੀਸਨ ਦੇਣ ਵਾਲੇ ਜੇ ਆਤੰਕਵਾਦੀ ਨੇ, ਖਾਲਿਸਤਾਨੀ ਨੇ, ਤਾਂ ਲੋਕ ਆਪ ਮੁਹਾਰੇ ਹੋ ਕੇ ਕਹਿ ਰਹੇ ਨੇ ਕਿ ਅਸੀਂ ਖਾਲਿਸਤਾਨੀ ਆ। ਜੀ, ਤੁਸੀਂ ਗੱਲ ਕੀਤੀ ਕਿ ਜਿਹੜੇ ਲੋਕ ਆਪ ਕੰਮ ਕਰ ਰਹੇ ਨੇ, ਸਰਕਾਰਾਂ ਬਣਦੀਆਂ ਨੇ ਕਿ ਸਰਕਾਰਾਂ ਦੇਸ਼ 'ਚ ਜਦੋਂ ਕੋਈ ਵਿਪਤਾ ਆਵੇ, ਕੋਈ ਪ੍ਰੋਬਲਮ ਤੇ ਸਰਕਾਰਾਂ ਸਾਥ ਦੇਣ, ਅੱਗੇ ਹੋ ਕੇ ਪੂਰਾ ਆਪਣੇ ਦੇਸ਼ ਨੂੰ ਸੰਭਾਲਣ। ਪਰ ਦੇਸ਼ 'ਚ ਜੋ ਹਾਲਾਤ ਨੇ ਤੇ ਲੋਕ ਹੀ ਆਪਣੇ ਆਪ ਨੂੰ ਸੰਭਾਲ ਰਹੇ ਨੇ। ਇਹ ਚੀਜ਼ਾਂ ਆ ਰਹੀ ਕਿ ਆਤਮ ਨਿਰਭਰ ਬਣੋ, ਆਪਣੇ ਕੰਮ ਆਪ ਜਿਸ ਤਰੀਕੇ ਨਾਲ ਕਰਨ ਨੂੰ ਕਿਹਾ ਗਿਆ, ਲੋਕੀ ਉਹ ਚੀਜ਼ਾਂ ਹੋ ਰਹੀਆਂ ਨੇ। ਕੀ ਲੱਗਦਾ ਫਿਰ ਸਰਕਾਰਾਂ ਦਾ ਦੇਸ਼ 'ਚ ਹੋਣਾ ਜ਼ਰੂਰੀ ਆ? ਨਹੀਂ, ਸਰਕਾਰ ਤਾਂ ਬਿਲਕੁਲ ਫੇਲ ਹੋ ਰਹੀ ਆ। ਸਰਕਾਰਾਂ ਨੇ ਐਕਚੁਅਲ ਬਿਮਾਰੀ ਕੋਈ ਨਹੀਂ ਹੈ, ਬਿਮਾਰੀ ਸਰਕਾਰਾਂ ਨੇ ਬਣਾਈ ਹੋਈ ਆ। ਦੇਖੋ ਕੋਈ ਵੀ ਬਿਮਾਰੀ ਆ ਸਰੀਰ ਤੱਕ ਠੀਕ ਹੈ, ਜਦੋਂ ਸਾਈਕੋਲੋਜੀਕਲ ਹੋ ਜਾਏ, ਹਾਈਪਰ ਹੋ ਜਾਂਦੀ ਹੈ ਨਾ, ਉਹਨੂੰ ਆਪਾਂ ਸਾਈਕੋਲੋਜੀਕਲ ਬਣਾ ਰਹੇ ਹਾਂ। ਆਪਾਂ ਲੋਕਾਂ ਨੂੰ ਬਿਮਾਰੀ ਤੋਂ ਡਰ ਨਹੀਂ, ਲੋਕਾਂ ਨੂੰ ਭੁੱਖ ਦਾ ਡਰ ਹੈ।
ਲੋਕਾਂ ਨੂੰ ਘਰ ਬਿਠਾ ਦਿੱਤਾ ਗਿਆ ਹੈ, ਲੋਕਾਂ ਨੂੰ ਆਪਣੀ ਰੋਟੀ ਦਾ ਡਰ ਹੈ, ਲੋਕ ਉਸ ਡਰ ਦੇ ਨਾਲ ਬਿਮਾਰ ਹੋ ਰਹੇ ਨੇ, ਇਹਨਾਂ ਕੋਲ ਇਲਾਜ ਨਹੀਂ ਹੋ ਰਿਹਾ। ਐਕਚੁਅਲ ਇਹ ਕਹਿੰਦੇ ਆ ਕਰੋਨਾ ਆਮ ਵਾਇਰਲ, ਅਸੀਂ ਸਰਦੀ ਖਾਂਸੀ ਸ਼ੁਰੂ ਤੋਂ ਦੇਖਦੇ ਹਾਂ, ਇੱਕ ਤੋਂ ਦੂਜੇ ਨੂੰ ਹੋ ਜਾਂਦੀ ਆ, ਉਹਦਾ ਇਲਾਜ ਹੋ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਐਕਚੁਅਲੀ ਇਹ ਇਲਾਜ ਜਾਣ ਕੇ ਫੇਲ ਕਰ ਰਹੇ ਨੇ, ਇਹ ਦਿਖਾਉਣਾ ਚਾਹੁੰਦੇ ਆ ਕਿ ਕਿਸਾਨ ਅੰਦੋਲਨ 'ਚ ਇਕੱਠ ਹੈ, ਉਹ ਕਰ ਰਹੇ ਨੇ। ਐਕਚੁਅਲ ਆਪਣੀ ਰੈਲੀਆਂ ਇਹਨਾਂ ਨੇ ਕਰਕੇ ਦੇਖੀਆਂ, ਉਹਨਾਂ 'ਚ ਨਹੀਂ ਹੋਇਆ। ਅੱਜ ਤੱਕ ਤੁਸੀਂ ਦੇਖੋ ਆਪਣੇ ਇਹਨਾਂ ਨੇ ਪ੍ਰਧਾਨ ਮੰਤਰੀ ਨੇ ਕਦੇ ਮਾਸਕ ਨਹੀਂ ਲਾਇਆ ਸੀਗਾ। ਇਕੱਠ ਦੀ ਗੱਲ ਕੀਤੀ ਆ, ਤੋਮਰ ਸਾਹਿਬ ਕਹਿੰਦੇ ਸੀ ਭੀੜਾਂ ਦੇ ਨਾਲ ਹੱਲ ਨਹੀਂ ਹੁੰਦੇ, ਜਿਹੜੀ ਇੰਨੀ ਭੀੜ ਇਕੱਠੀ ਕੀਤੀ ਹੋਈ ਹੈ ਇਹਦੇ ਨਾਲ ਮਸਲੇ ਦਾ ਹੱਲ ਨਹੀਂ ਹੋਏਗਾ। ਨਹੀਂ, ਤੋਮਰ ਸਾਹਿਬ ਤਾਂ ਉਹਨਾਂ ਨੂੰ ਡਰ ਸੀਗਾ, ਉਹ ਡਰ ਉਹਨਾਂ ਦਾ ਸੱਚਾ ਨਿਕਲਿਆ। ਉਹ ਆਪਾਂ ਬੰਗਾਲ 'ਚ ਦੇਖ ਲਿਆ ਹੈ ਨਾ, ਉਹ ਉਹਨਾਂ ਦੀ ਯੂਪੀ ਦੀ ਪੰਚਾਇਤੀ ਇਲੈਕਸ਼ਨਾਂ 'ਚ ਦੇਖ ਲਿਆ, ਉਹ ਅੱਗੇ ਹੁਣ ਯੂਪੀ ਦੇ ਇਲੈਕਸ਼ਨਾਂ 'ਚੋਂ ਵੀ ਡਰ ਰਹੇ ਨੇ। ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਭੀੜਾਂ ਇਕੱਠੀਆਂ ਨਾ ਹੋਣ। ਭੀੜਾਂ ਨਾਲ ਇਹ ਹੁੰਦਾ ਹੈ ਜਿਹੜਾ ਅੱਜ ਬੰਗਾਲ 'ਚ ਹੋਇਆ, ਉਹਨਾਂ ਨੇ ਪੰਜ ਸੂਬਿਆਂ 'ਚ ਚੋਣਾਂ ਹੋਈਆਂ, ਚਾਰਾਂ ਚੱਪਣ ਨਤੀਜੇ ਦੇਖ ਲਏ। ਇਹ ਭੀੜਾਂ ਦਾ ਹੀ ਹੱਲ ਹੈ। ਜਦੋਂ ਲੋਕ ਆਪ ਮੁਹਾਰੇ ਹੋ ਕੇ ਨਹੀਂ ਉੱਠਾਂਗੇ, ਸਰਕਾਰਾਂ ਨੂੰ ਤਾਂ ਇਦਾਂ ਲੱਗਦਾ ਕਿ ਇਹ ਮਰ ਗਏ ਨੇ, ਇਹਨਾਂ ਨੇ ਮਾਰਤੇ ਨੇ। ਪਰ ਇਹ ਆਪ ਦੇਖ ਸਕਦੇ ਆਪਾਂ, ਲੋਕ ਜਦ ਤੱਕ ਲੋਕ ਨਹੀਂ ਉੱਠਣਗੇ, ਲੋਕ ਆਪਣੀ ਆਵਾਜ਼ ਨਹੀਂ ਚੱਕਣਗੇ, ਤਾਂ ਲੋਕਾਂ ਨੂੰ ਕਹਿੰਦੇ ਨਹੀਂ ਕਿ ਜਦੋਂ ਬੱਚਾ ਰੋਂਦਾ ਹੈ, ਰੋਣ ਤੋਂ ਬਾਅਦ ਹੀ ਮਾਂ ਨੂੰ ਪਤਾ ਲੱਗਦਾ ਕਿ ਇਹਨੂੰ ਭੁੱਖ ਲੱਗੀ ਹੈ। ਜਦੋਂ ਆਪਾਂ ਹੀ ਨਹੀਂ ਦੱਸਾਂਗੇ ਸਾਨੂੰ ਭੁੱਖ ਕੀ ਹੈ, ਸਾਨੂੰ ਲੋੜ ਕੀ ਹੈ, ਨੀਡਸ ਕੀ ਹੈ ਸਰਕਾਰਾਂ ਤੋਂ, ਤਾਂ ਸਰਕਾਰਾਂ ਨੂੰ ਪਤਾ ਕਿੱਦਾਂ ਲੱਗਾ। ਸਰਕਾਰਾਂ ਤਾਂ ਫੇਲ ਹੁੰਦੀਆਂ ਸੀਗੀਆਂ, ਇਹ ਵੀ ਸਰਕਾਰ, ਪਿਛਲੀਆਂ ਵੀ ਸਰਕਾਰਾਂ ਕੁਝ ਕੰਮ ਕਰਦੀਆਂ ਨੇ, ਅਦਰਵਾਈਜ਼ ਫੇਲ ਹੀ ਹੁੰਦੀਆਂ। ਇਹ ਆਪਣੇ ਦੇਖੋ, ਇਹਨਾਂ ਨੂੰ ਆਪ ਦੇਖਣਾ ਚਾਹੀਦਾ। ਮੈਂ ਤਾਂ ਪਹਿਲੀ ਗੱਲ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੇ ਆਪਣੇ ਅਫਸਰ ਨੇ, ਮੰਤਰੀ ਨੇ, ਇਹਨਾਂ ਦਾ ਇਲਾਜ ਪ੍ਰਾਈਵੇਟੇਸ਼ਨ 'ਚ, ਪ੍ਰਾਈਵੇਟ ਹਸਪਤਾਲ 'ਚ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਜੇ ਪ੍ਰਾਈਵੇਟ ਹਸਪਤਾਲ 'ਚ ਕਰਾਉਂਦੇ ਆ, ਆਪਣੇ ਖਰਚਿਆਂ 'ਤੇ ਕਰਾਉਣ, ਉਹ ਸਾਡੇ ਖਰਚਿਆਂ 'ਤੇ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਜੋ ਸਿਸਟਮ ਬਣਾਏ ਨੇ ਸਰਕਾਰੀਆਂ 'ਚ, ਉਹਦੇ 'ਚ ਇਹਨਾਂ ਦੇ ਬੱਚੇ ਪੜ੍ਹਨ, ਇਹਨਾਂ ਦੇ ਇਲਾਜ ਹੋਣ, ਤਾਂ ਇਹਨਾਂ ਨੂੰ ਪਤਾ ਚੱਲੇਗਾ ਕਿ ਉੱਥੇ ਦੇ ਹਾਲਾਤ ਕੀ ਨੇ। ਇਹਦਾ ਪ੍ਰਾਈਵੇਟੇਸ਼ਨਾਂ 'ਚ ਪੜ੍ਹ ਰਹੇ ਨੇ, ਪ੍ਰਾਈਵੇਟ 'ਚ ਇਲਾਜ ਹੋ ਜਾਂਦਾ। ਸਰਕਾਰੀਆਂ ਦਾ ਇਹਨਾਂ ਨੂੰ ਕੀ ਪਤਾ ਕੀ ਮਸ਼ੀਨਰੀਜ਼ ਉਹਨਾਂ ਨੂੰ ਚਾਹੀਦੀਆਂ ਨੇ, ਕੀ ਡਾਕਟਰ ਨੂੰ ਕੀ ਚੀਜ਼ ਦਾ, ਇਹਨਾਂ ਨੂੰ ਕੁਝ ਨਹੀਂ ਪਤਾ। ਇਹ ਕਾਗਜ਼ਾਂ 'ਚ ਹੋ ਜਾਂਦਾ, ਬਾਕੀ ਇੱਥੇ ਕੁਝ ਨਹੀਂ ਮਿਲਦਾ ਉਹਨਾਂ ਨੂੰ। ਗੱਲ ਕਰੀਏ ਯੂਥ ਦੇ ਨਾਲ, ਤਾਂ ਇੱਕ ਚੀਜ਼ ਬੜਾ ਦੇਖਣ ਨੂੰ ਮਿਲੀ ਸੀ ਬਾਲੀਵੁੱਡ ਇੰਡਸਟਰੀ 'ਚ, ਕੰਗਣਾ ਦੇ ਵੱਲੋਂ ਜਿਸ ਤਰੀਕੇ ਨਾਲ ਬਿਆਨ ਆਏ ਸੀ, 100 ਰੁਪਏ ਦੇ ਵਿੱਚ ਲੇਡੀਜ਼ ਆ ਜਾਂਦੀਆਂ ਨੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਉਹ ਚੀਜ਼ਾਂ। ਪਰ ਹੁਣ ਕੰਗਣਾ ਦਾ ਟਵਿੱਟਰ ਅਕਾਊਂਟ ਪਰਮਾਨੈਂਟਲੀ ਸਸਪੈਂਡ ਕਰ ਦਿੱਤਾ ਗਿਆ, ਉਸ ਚੀਜ਼ ਨੂੰ ਕਿਵੇਂ ਦੇਖਦੇ? ਦੇਖੋ, ਉਹ ਤਾਂ ਹੋਣਾ ਹੀ ਸੀ, ਕਿਉਂਕਿ ਜਿਹੜਾ ਉਹਦਾ ਲਾਸਟ ਟਵੀਟ ਸੀ ਉਹਦਾ ਇਹ ਸੀ, ਉਹਨੇ ਮੋਦੀ ਨੂੰ ਬੋਲਿਆ ਕਿ ਜੋ ਉਹਦਾ अर्ਲੀ 2000 ਚ ਉਹਦਾ ਜੋ ਰੋਲ ਸੀ, ਮੀਨਸ ਕਿ ਜੋ ਉਹਨੇ ਗੁਜਰਾਤ 'ਚ ਦੰਗੇ ਫਸਾਦ ਕਰਵਾਏ ਆ ਜਿਹਦੇ ਨਾਲ ਇੰਨੇ ਮੁਸਲਿਮ ਲੋਕ ਮਰੇ ਆ, ਤਾਂ ਮਤਲਬ ਉਹ ਮੋਦੀ ਨੂੰ ਉਹ ਬੋਲ ਰਹੀ ਸੀ ਕਿ ਇੱਥੇ ਬੰਗਾਲ 'ਚ ਵੀ ਉਹੀ ਕਰੇ, ਮੀਨਸ ਜੋ ਇਨੋਸੈਂਟ ਲੋਕ ਹੈ ਉਹਨਾਂ ਨੂੰ ਮਾਰੇ। ਤੇ ਹੁਣ ਅਗਰ ਬੰਗਾਲ 'ਚ ਜੋ ਹੋ ਰਿਹਾ ਸੀ ਉਹਦੇ ਕਿਸੇ ਸਰਕਾਰ ਦਾ ਤਾਂ ਕੁਝ ਗਿਆ ਨਹੀਂ, ਨਾ ਤਾਂ ਮਮਤਾ ਬੈਨਰਜੀ ਦਾ ਕੁਝ ਜਾਣਾ, ਨਾ ਤਾਂ ਬੀਜੇਪੀ ਦਾ ਕੁਝ ਜਾਣਾ, ਤੇ ਜਿਹੜੇ ਲੋਕ ਮਰਨਗੇ ਉਹ ਇਨੋਸੈਂਟ ਮਰਨਗੇ, ਔਰ ਉਹੀ ਹੁੰਦਾ ਆ ਰਿਹਾ ਅੱਜ ਤੱਕ, ਤੇ ਅੱਗੇ ਵੀ ਉਹ ਇਹੀ ਚਾਹੁੰਦੀ ਸੀ ਕਿ ਉੱਥੇ ਵੀ ਇਹੀ ਹੋਏ। ਸੋ ਉੱਥੇ ਹੀ ਕੰਗਣਾ ਦੇ ਵੱਲੋਂ ਇੱਕ ਪੋਸਟ ਅਪਲੋਡ ਕੀਤੀ ਗਈ ਸੀ ਇੰਸਟਾਗ੍ਰਾਮ ਦੇ ਉੱਪਰ ਕਿ ਕਰੋਨਾ ਵਾਇਰਸ ਵਿੱਚ ਭੇਟ ਵਿੱਚ ਆ ਚੁੱਕੀ ਹੈ, ਜਿਸ ਤੋਂ ਬਾਅਦ ਉਹਨੇ ਇਹ ਚੀਜ਼ ਕਹੀ ਕਿ ਬੜਾ ਇੱਕ ਨਾਰਮਲ ਜਿਹਾ ਫਲੂ ਆ, ਮੈਂ ਜਲਦੀ ਠੀਕ ਹੋ ਜਾਵਾਂਗੀ। ਉਹ ਪੋਸਟ ਵੀ ਇੰਸਟਾਗ੍ਰਾਮ ਦੇ ਉੱਪਰੋਂ ਡਿਲੀਟ ਹੋ ਗਈ। ਹਾਂਜੀ, ਤੇ ਉਹ ਵੀ ਕਿਉਂਕਿ ਉਹਨੇ ਬੋਲਿਆ ਕਿ ਜੋ ਕਰੋਨਾ ਹੈ ਉਹਦਾ ਰੀਜ਼ਨ ਇਹ ਦੱਸਿਆ ਗਿਆ ਕਿ ਜੋ ਕਰੋਨਾ ਹੈ ਉਹ ਇੱਕ ਨਾਰਮਲ ਫਲੂ ਨਹੀਂ ਹੈ, ਇਹਨੂੰ ਇੱਕ ਮਤਲਬ ਕਿ ਬਹੁਤ ਹਾਈ ਉਹ ਬਣਾਇਆ ਹੋਇਆ, ਇੱਕ ਮਤਲਬ ਇੱਕ ਡਰ ਹੈ ਇੱਕ ਕਰੋਨਾ ਦਾ, ਬਟ ਇੰਨਾ ਹੈ ਨਹੀਂ। ਉਹ ਤਾਂ ਹਰ ਇੱਕ ਦੀ ਆਪਣੀ ਆਪਣੀ ਇਮਿਊਨਿਟੀ ਹੈ, ਤੇ ਅੱਗੇ ਵੀ ਕਰੋਨਾ ਵੀ ਇੱਕ ਟਾਈਪ ਦਾ ਨਹੀਂ ਹੈ, ਕੁਝ ਮਤਲਬ ਘੱਟ ਇਫੈਕਟ ਕਰਦਾ ਤੇ ਕੋਈ ਜ਼ਿਆਦਾ ਇਫੈਕਟ ਕਰਦਾ। ਸੋ ਹਰ ਇੱਕ ਦਾ ਮਤਲਬ ਡਿਫਰੈਂਟ ਹੈ, ਤੇ ਪਰਸਨ ਤੇ ਵੀ ਇਫੈਕਟ ਕਰਦਾ। ਅਗਰ ਤਾਂ ਮਤਲਬ ਟੋਟਲੀ ਹੈਲਦੀ ਆ ਬੰਦਾ ਤਾਂ ਨਹੀਂ ਉਹ ਤੇ ਇਫੈਕਟ ਕਰੇਗਾ, ਅਗਰ ਕੁਝ ਹੈ ਉਹਨੂੰ ਪ੍ਰੋਬਲਮ ਤਾਂ ਉਹ ਤੇ ਇਫੈਕਟ ਕਰੇਗਾ। ਹੁਣ ਕਿਵੇਂ ਚੀਜ਼ਾਂ ਨੂੰ ਦੇਖ ਰਹੇ ਹੋ ਕਿ ਹੁਣ ਕੰਗਣਾ ਦਾ ਪਹਿਲਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ, ਹੁਣ ਇੰਸਟਾਗ੍ਰਾਮ ਦੇ ਉੱਪਰ ਪੋਸਟਾਂ ਡਿਲੀਟ ਹੋ ਰਹੀਆਂ ਨੇ, ਉਸ ਤੋਂ ਬਾਅਦ ਪੜਾਸ ਨਜ਼ਰ ਆ ਰਹੀ ਹੈ ਕੰਗਣਾ ਦੀ ਚੀਜ਼ਾਂ ਨੂੰ ਲੈ ਕੇ? ਤੇ ਉਹ ਤੇ ਵਧੀਆ ਹੋ ਰਿਹਾ ਉਹਦੇ ਨਾਲ, ਕਿਉਂਕਿ ਉਹਦਾ ਕੰਮ ਹੀ ਇਹ ਹੈ ਕਿ ਨਾ ਉਹਦਾ ਕੋਈ ਲੈਣ ਦੇਣ ਹੁੰਦਾ ਹੈ, ਬਸ ਮੂੰਹ ਚੁੱਕ ਕੇ ਆ ਕੇ ਉਹਨੇ ਕੁਝ ਨਾ ਕੁਝ ਬੋਲਣਾ ਹੀ ਹੈ, ਔਰ ਉਹ ਵੀ ਨੈਗੇਟਿਵ ਚੀਜ਼ਾਂ ਹੀ ਬੋਲਣੀਆਂ ਜਿਹਦੇ ਕਰਕੇ ਮਾਹੌਲ ਹੋਰ ਖਰਾਬ ਹੋਏ। ਸੋ ਅਗਰ ਇਹ ਹੋ ਰਿਹਾ ਔਰ ਅੱਗੇ ਵੀ ਹੁੰਦਾ ਰਹੇ ਤਾਂ ਵਧੀਆ ਰਹੇਗਾ। ਕਿਵੇਂ ਦੇਖ ਰਹੇ ਹੋ ਹੁਣ ਪੂਰੇ ਪ੍ਰੋਟੈਸਟ ਨੂੰ? ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਪ੍ਰੋਟੈਸਟ ਜਿੰਨਾ ਤਿੱਖਾ ਹੋ ਰਿਹਾ ਹੈ, ਕਦੋਂ ਹੱਲ ਹੋਏਗਾ, ਕਿਹੜੇ ਹੋਰ ਸਟ੍ਰੈਟਜੀ ਅਪਣਾਈਆਂ ਜਾ ਸਕਦੀਆਂ, ਸਰਕਾਰਾਂ ਜਿਹੜੇ ਕਦੋਂ ਤੱਕ ਮੰਨ ਜਾਣਗੀਆਂ? ਦੇਖ, ਸਰਕਾਰ ਨੂੰ ਮੰਨਣਾ ਤਾਂ ਪਏਗਾ, ਇਹ ਤਾਂ ਫਿਕਸ ਹੈ। ਤੇ ਸਰਕਾਰ ਹੁਣ ਕਰੋਨਾ ਦਾ ਬਣਾ ਰਹੀ ਹੈ ਕਿ ਹਾਂ ਲੋਕਡਾਊਨ ਲਗਾ ਰਹੀ ਹੈ ਕਿ ਪ੍ਰੋਟੈਸਟ ਘਟ ਜਾਏਗਾ, ਬਟ ਉਹਦੇ ਨਾਲ ਕਰਕੇ ਤਾਂ ਕਦੇ ਪ੍ਰੋਟੈਸਟ ਘਟੇਗਾ ਨਹੀਂ, ਕਿਉਂਕਿ ਪੀਕ ਤੇ ਪੁੱਜ ਚੁੱਕਿਆ, ਇੰਨੇ ਕਿਸਾਨ ਸ਼ਹੀਦ ਹੋ ਚੁੱਕੇ, ਤਾਂ ਹੁਣ ਤਾਂ ਪਿੱਛੇ ਹਟਣ ਵਾਲੇ ਹੈ ਹੀ ਨਹੀਂ। ਸੋ ਇਹ ਤਾਂ ਫਿਕਸ ਹੈ ਕਿ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਤਾਂ ਪਿੱਛੇ ਹਟਣਗੇ ਨਹੀਂ, ਚਾਹੇ ਉਹ ਜੋ ਮਰਜ਼ੀ ਕਰ ਲੇ। ਸੋ ਬਿੱਲ ਕੈਂਸਲ ਕਰਵਾ ਕੇ ਹੀ ਹਟਣ। ਤੁਸੀਂ ਕਰੋਨਾ ਦੀ ਗੱਲ ਕੀਤੀ ਹੈ, ਕੀ ਲੱਗਦਾ ਹੈ ਕਰੋਨਾ ਹੈ ਇੰਨਾ ਜਿੰਨਾ ਕਿਹਾ ਜਾ ਰਿਹਾ? ਦੇਖੋ, ਕਰੋਨਾ ਤਾਂ ਹੈ, ਬਟ ਇੰਨਾ ਜ਼ਿਆਦਾ ਵੀ ਨਹੀਂ ਹੈ ਜਿੰਨਾ ਨਿਊਜ਼ ਨੇ ਬਣਾ ਦਿੱਤਾ। ਨਿਊਜ਼ 'ਚ ਇਹ ਚੱਲ ਰਿਹਾ ਕਿ ਮਤਲਬ ਉਹਨੂੰ ਆਪਣੇ ਅਕੋਰਡਿੰਗ ਘਟਾ ਰਹੇ। ਪਹਿਲਾਂ ਇਹਨਾਂ ਨੇ ਜਿੰਨਾ ਕਰੋਨਾ ਘਟਾਉਣਾ ਸੀ ਘਟਾ ਦਿੱਤਾ, ਤੇ ਹੁਣ ਜਿੰਨਾ ਇਹਨਾਂ ਨੇ ਵਧਾਉਣਾ ਸੀ ਵਧਾ ਦਿੱਤਾ। ਬਸ ਉਹੀ ਹੈ ਕਿ ਨਿਊਜ਼ 'ਚ ਜੋ ਆ ਰਿਹਾ ਉਹ ਝੂਠ ਆ ਰਿਹਾ ਹਮੇਸ਼ਾ,
ਤੇ ਬਾਕੀ ਕਰੋਨਾ ਚਲੋ ਹੈ ਤਾਂ ਹੈ, ਫਲੂ ਤਾਂ ਹੈ, ਬਾਕੀ ਕੁਝ ਤੇ ਇਫੈਕਟ ਕਰਦਾ, ਬਟ ਅਗਰ ਹੈਲਦੀ ਇਨਸਾਨ ਹੈ ਤਾਂ ਉਹਤੇ ਇਫੈਕਟ ਨਹੀਂ ਹੁੰਦਾ ਇੰਨਾ। ਕੀ ਲੱਗਦਾ ਹੈ ਦੇਸ਼ 'ਚ ਲੋਕਡਾਊਨ ਲੱਗਣਾ ਚਾਹੀਦਾ ਹੈ ਮੁਕੰਮਲ ਤੌਰ ਤੇ? ਨਹੀਂ, ਜਮਾ ਵੀ ਨਹੀਂ, ਕਿਉਂਕਿ ਇਹਦੇ ਨਾਲ ਅਗਰ ਨੁਕਸਾਨ ਹੋਏਗਾ ਤਾਂ ਜੋ ਗਰੀਬ ਹੈ ਜਿਹਨੇ ਆਪਣੀ ਡੇਲੀ ਰੋਟੀ ਕਮਾ ਕੇ ਖਾਣੀ ਹੈ ਉਹ ਭੁੱਖੇ ਮਰਨਗੇ, ਤੇ ਭੁੱਖਮਰੀ ਨਾਲ ਇੰਨੀਆਂ ਜ਼ਿਆਦਾ ਮੌਤਾਂ ਹੋਣਗੀਆਂ ਜਿੰਨੀਆਂ ਕਰੋਨਾ ਨਾਲ ਨਹੀਂ ਹੋਣੀਆਂ। ਸੋ ਲੋਕਡਾਊਨ ਤਾਂ ਕਦੇ ਵੀ ਨਾ ਲੱਗੇ, ਕਿਉਂਕਿ ਇਹਨੇ ਲਾਸਟ ਈਅਰ ਲਗਾਇਆ ਸੀ ਲੋਕਡਾਊਨ, ਤਾਂ ਉਦੋਂ ਵੀ ਬਹੁਤ ਲੋਕ ਭੁੱਖਮਰੀ ਨਾਲ ਮਰੇ। ਤੇ ਔਰ ਅਗਰ ਇਹਨਾਂ ਨੇ ਲੋਕਡਾਊਨ ਲਗਾਇਆ ਤਾਂ ਉਹਦੇ ਵਿੱਚ ਮੋਦੀ ਨੇ ਕੀ ਕੀਤਾ, ਆਪਣੀਆਂ ਨੀਤੀਆਂ ਲਾਗੂ ਕੀਤੀਆਂ, ਦੇਸ਼ ਵੇਚਣ ਤੇ ਤੁਰ ਪਿਆ ਉਹਨੇ ਪਹਿਲਾਂ ਤਾਂ ਸਟੀਲ ਪਲਾਂਟ ਵੇਚਿਆ, ਉਹਦੀ ਜੋ ਕੀਮਤ ਸੀ ਉਹ ਤੋਂ ਕਿਤੇ ਘੱਟ ਕੀਮਤ ਤੇ ਵੇਚਿਆ ਉਹ ਪ੍ਰਾਈਵੇਟ ਅਦਾਰਿਆਂ ਨੂੰ, ਤੇ ਹੁਣ ਉਹ ਕਿਸਾਨੀ ਨੂੰ ਵੀ ਵੇਚ ਰਿਹਾ, ਤੇ ਇਹਦੇ 'ਚ ਵੀ ਪ੍ਰਾਈਵੇਟ ਸੈਕਟਰ ਆਉਂਦਾ, ਉਹ ਕਰੋਨਾ ਦੀ ਆੜ ਵਿੱਚ ਹੀ ਉਹ ਲੈ ਕੇ ਆ ਰਿਹਾ। ਸੋ ਅਗਰ ਉਹ ਅੱਗੇ ਲੋਕਡਾਊਨ ਲਗਾਏਗਾ ਤਾਂ ਅੱਗੇ ਆਪਣੀਆਂ ਹੋਰ ਨੀਤੀਆਂ ਅਪਣਾਏਗਾ, ਇਹ ਸੋਚ ਕੇ ਕਿ ਲੋਕ ਘਰ ਬੈਠੇ ਆ ਤੇ ਬਾਹਰ ਨਹੀਂ ਪ੍ਰੋਟੈਸਟ ਕਰਨ ਆ ਸਕਣਗੇ। ਸੋ ਲੋਕਡਾਊਨ ਤਾਂ ਜਮਾ ਵੀ ਨਹੀਂ। ਕਿਵੇਂ ਦੇਖ ਰਹੇ ਹੋ ਹੁਣ ਪੂਰੇ ਅੰਦੋਲਨ ਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਟਾਈਮ ਤੇ ਹਰ ਕੋਈ ਡਟਿਆ ਹੈ? ਤੁਸੀਂ ਲੋਕ ਇੱਥੇ ਡਟੇ ਹੋ, ਦਿੱਲੀ 'ਚ ਲੋਕ ਡਟੇ ਹੋਏ ਨੇ, ਸਰਕਾਰਾਂ ਕਿਸ ਰੀਜ਼ਨ ਦੇ ਕਰਕੇ, ਰੀਜ਼ਨ ਕੀ ਮੰਨਦੇ ਕਿ ਹਾਂ ਇਹ ਰੀਜ਼ਨ ਹੋ ਸਕਦਾ ਹੈ ਕਿ ਇਸ ਕਰਕੇ ਸਰਕਾਰਾਂ ਨਹੀਂ ਮੰਨ ਰਹੀਆਂ? ਸਰਕਾਰ ਮੋਦੀ ਦਾ ਪਹਿਲਾਂ ਆਪਣੇ ਭਗਤਾਂ ਤੇ ਵਿਸ਼ਵਾਸ ਸੀ ਅੰਧਾ, ਠੀਕ ਹੈ, ਤੇ ਹੁਣ ਉਹਦਾ ਨਿਕਲ ਚੁੱਕਿਆ ਵਹਿਮ ਬੰਗਾਲ ਦੀਆਂ ਚੋਣਾਂ ਤੋਂ। ਸੋ ਹੁਣ ਉਹਨੂੰ ਥੋੜੀ ਬਹੁਤੀ ਅਕਲ ਆਈ ਹੈ ਤਾਂ ਮੰਨ ਜਾਏਗਾ। ਤੁਸੀਂ ਭਗਤਾਂ ਦੀ ਗੱਲ ਕੀਤੀ, ਅਜੇ ਬਹੁਤ ਸਾਰੇ ਇਦਾਂ ਦੇ ਅੰਧ ਭਗਤ ਨੇ ਜੋ ਕਿ ਅਜੇ ਵੀ ਇਹ ਚੀਜ਼ ਕਹਿੰਦੇ ਨੇ ਕਿ ਬੀਜੇਪੀ ਸਰਕਾਰ ਬਹੁਤ ਵਧੀਆ ਹੈ, ਜੋ ਕੁਝ ਵੀ ਹੋ ਰਿਹਾ ਬਹੁਤ ਵਧੀਆ ਹੈ, ਇਹਦੇ ਨਾਲ ਬਹੁਤ ਫਾਇਦਾ ਹੋਏਗਾ ਜਿਹੜੇ ਕਾਨੂੰਨ ਆ ਰਹੇ ਨੇ। ਨਹੀਂ, ਉਹਨਾਂ ਦੇ ਤਾਂ ਨਾ ਉਹਨਾਂ ਦਾ ਇੱਕ ਬਲਾਈਂਡ ਟਰਸਟ ਹੈ, ਪਤਾ ਨਹੀਂ ਕੁਝ ਤਾਂ ਪੜ੍ਹੇ ਲਿਖੇ ਲੋਕ ਜਿਨ੍ਹਾਂ ਨੂੰ ਸਮਝ ਹੈ ਨਾ ਉਹ ਵੀ ਮਤਲਬ ਅੱਖਾਂ ਬੰਦ ਕਰਕੇ ਲੱਗੇ ਹੋਏ ਨੇ, ਤੇ ਪਤਾ ਨਹੀਂ ਉਹਨਾਂ ਦੇ ਮਾਈਂਡ 'ਚ ਕੀ ਚੱਲ ਰਿਹਾ। ਬ੍ਰੇਨ ਵਾਸ਼ ਮੋਦੀ ਨੇ ਇੰਨਾ ਕਰ ਦਿੱਤਾ ਹੋਇਆ ਨਾ ਲੋਕਾਂ ਦਾ ਕਿ ਉਹ ਉਹਦੇ ਪਿੱਛੇ ਅੱਖਾਂ ਬੰਦ ਕਰਕੇ ਚਲੇ ਗਏ, ਬਸ ਜੋ ਮੋਦੀ ਕਰ ਰਿਹਾ ਸਹੀ ਹੈ। ਕੁਝ ਭਗਤਾਂ ਦੀ ਹੈ, ਬਟ ਕੁਝ ਨੂੰ ਅਕਲ ਵੀ ਆਈ ਹੈ, ਹਰ ਇੱਕ ਇਦਾਂ ਦਾ ਨਹੀਂ ਹੈ, ਕੁਝ ਨੂੰ ਸਮਝ ਵੀ ਆਈ ਹੈ, ਤਾਂ ਕੁਝ ਬਦਲੇ ਵੀ, ਉਹਨਾਂ ਨੇ ਆਪਣਾ ਮਾਈਂਡ ਚੇਂਜ ਵੀ ਕੀਤਾ, ਬਟ ਫਿਰ ਵੀ ਹਜੇ ਸਟਿਲ ਹੈ ਕੁਝ ਲੋਕ। ਤੁਸੀਂ ਕੀ ਕਰ, ਤੁਹਾਡੇ ਪੇਰੈਂਟਸ ਕੀ ਕਰਦੇ ਨੇ? ਮੇਰੇ ਪੇਰੈਂਟਸ, ਪਾਪਾ ਤਾਂ ਟੀਚਰ ਹੈ ਬਟ ਖੇਤੀ ਦਾ ਵੀ ਹੈ ਘਰੇ। ਓਕੇ, ਸੋ ਫਿਰ ਕਿਸ ਚੀਜ਼ ਕਰਕੇ ਆਉਂਦੇ ਹੋ? ਸਪੋਰਟ ਕਰਨ ਲਈ ਕਿਸਾਨਾਂ ਨੂੰ, ਜਾਂ ਪਾਪਾ ਫਾਰਮਰ ਨੇ ਤਾਂ, ਜਾਂ ਕਾਨੂੰਨ ਰੱਦ ਕਰਵਾਣੇ ਹੀ ਕਰਵਾਉਣੇ? ਨਹੀਂ, ਸਪੋਰਟ ਤਾਂ ਹੈ ਹੀ ਆ, ਤੇ ਕਾਨੂੰਨ ਵੀ ਰੱਦ ਕਰਵਾਉਣੇ, ਕਿਉਂਕਿ ਜੋ ਗਲਤ ਹੋਏਗਾ ਉੱਥੇ ਤਾਂ ਖੜਾਂਗੇ ਹੀ, ਚਾਹੇ ਉਹ ਕਿਸਾਨੀ ਦੀ ਗੱਲ ਹੈ, ਚਾਹੇ ਹੋਰ ਕਿਸੇ ਵੀ ਫੀਲਡ ਦੀ ਗੱਲ ਹੈ, ਜਿੱਥੇ ਗਲਤ ਹੋਏਗਾ ਉੱਥੇ ਖੜਾਂਗੇ ਹੀ। ਹਾਂਜੀ, ਕੀ ਨਾਮ ਹੈ? ਅੰਮ੍ਰਿਤ ਸਿੰਘ ਹੈ ਜੀ। ਓਕੇ, ਹਾਂਜੀ, ਤੁਹਾਡਾ? ਮੇਰਾ ਗੁਰਪ੍ਰੀਤ ਸਿੰਘ ਹੈ ਜੀ। ਓਕੇ, ਤੁਸੀਂ ਕਿੱਥੋਂ ਆਏ ਹੋ? ਅਸੀਂ ਮੋਹਾਲੀ ਦੇ ਨਾਲ, ਸਾਡਾ ਪਿੰਡ ਮੇਰਾ ਚਾਚੋ ਮਾਜਰਾ ਤੇ ਬਾਈ ਦਾ ਪਿੰਡ ਮਟਰਾ ਹੈ। ਓਕੇ, ਅੱਜ ਫਸਟ ਡੇ ਹੈ ਕਿ ਡੇਲੀ ਆ ਰਹੇ ਹੋ? ਵੈਸੇ ਅਸੀਂ ਪੱਕਾ ਮੋਰਚਾ ਲੱਗਿਆ ਹੋਇਆ, ਸਾਡਾ ਮੋਹਾਲੀ ਬੈਸਟੈਕ ਮਾਲ ਅਸੀਂ ਰੁਕਿਆ ਹੋਇਆ 18 ਅਕਤੂਬਰ ਤੋਂ ਜੀ। ਤੇ ਅੱਜ ਅਸੀਂ ਆਏ ਸੀਗੇ ਇੱਥੇ ਮਟਕਾ ਚੌਂਕ ਦੇ ਕੁਝ, ਮੈਂ ਕਿਹਾ ਚਲੋ ਇਹਨਾਂ ਦਾ ਹੌਸਲਾ ਅਫਜ਼ਾਈ ਵਾਸਤੇ ਅਸੀਂ ਪਹੁੰਚੇ ਸੀਗੇ। ਬਹੁਤ ਵਧੀਆ ਇੱਥੇ ਨੌਜਵਾਨ ਜਿਹੜੇ ਹੈਗੇ ਆ ਆਪਣਾ ਸੰਘਰਸ਼ ਜਿਹੜਾ ਕਾਇਮ ਕੀਤਾ ਹੋਇਆ ਹੈ, ਅਸੀਂ ਵਧਾਈ ਦਿੰਦੇ ਆ ਇਹ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ, ਕਿਉਂਕਿ ਨਾ ਚੰਡੀਗੜ੍ਹ ਦੇ ਵਿੱਚ ਜਿਹੜਾ ਇਹ ਸੰਘਰਸ਼ ਸ਼ੁਰੂ ਕੀਤਾ ਹੈ ਇਹਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਇਹਨਾਂ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਬਹੁਤ ਜ਼ਿਆਦਾ ਜਿਹੜੇ ਲੋਕ ਹੈਗੇ ਆ ਉਹ ਦੇਖ ਕੇ ਘਰੋਂ ਵੱਧ ਤੋਂ ਵੱਧ ਜਿਹੜੇ ਲੋਕ ਹੈਗੇ ਇਹਨਾਂ ਨਾਲ ਜੁੜ ਰਹੇ ਆ, ਤੇ ਸਾਡੇ ਸੰਘਰਸ਼ ਨੂੰ ਇਹ ਬਹੁਤ ਵਧੀਆ ਉਪਲਬਧੀ ਪੈਦਾ। ਜੀ, ਗੱਲ ਕਰੀਏ ਪੂਰੇ ਪੰਜਾਬ 'ਚ ਇਸ ਟਾਈਮ ਤੇ ਬਹੁਤ ਜਗ੍ਹਾ ਤੇ ਲੋਕ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਲੋਕ ਦਿੱਲੀ ਨਹੀਂ ਜਾ ਪਾਏ ਸੜਕਾਂ ਦੇ ਉੱਤਰ ਆਏ ਨੇ, ਘਰਾਂ ਦੇ ਵਿੱਚੋਂ ਬਾਹਰ ਆ ਕੇ ਪੂਰਾ ਸਾਥ ਦੇ ਰਹੇ ਨੇ। ਕਿਵੇਂ ਦੇਖ ਰਹੇ ਹੋ ਪੂਰੇ ਅੰਦੋਲਨ ਨੂੰ? ਕਿਉਂਕਿ ਇਹ ਕਿਹਾ ਜਾਂਦਾ ਤਾਂ ਵਿਹਲੇ ਲੋਕ ਨੇ, ਕੰਮ ਨਹੀਂ ਹੈਗਾ ਤਾਂ ਕਰਕੇ ਸੜਕਾਂ ਤੇ ਬੈਠੇ ਨੇ। ਦੇਖੋ, ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਲੋਕ ਦਿੱਲੀ ਨਹੀਂ ਗਏ ਹੈਗੇ, ਜਿਹੜੇ ਲੋਕ ਇੱਥੇ ਸੰਘਰਸ਼ ਕਰ ਰਹੇ ਆ ਇਹ ਵੀ ਇੱਕ ਪ੍ਰੋਟੈਸਟ ਲੋਕਾਂ ਨੂੰ, ਮਤਲਬ ਇਹ ਪਤਾ ਲੱਗਦਾ ਹੈਗਾ ਵੀ ਜਿਵੇਂ ਹੁਣ ਮੰਨ ਲਓ ਆਪਣਾ ਚੰਡੀਗੜ੍ਹ ਮੰਨ ਕੇ ਚੱਲੋ ਤੁਸੀਂ, ਚੰਡੀਗੜ੍ਹ ਦੇ ਵਿੱਚ ਪਹਿਲਾਂ ਬੜਾ ਘੱਟ ਸੀਗਾ, ਪੰਜਾਬ ਤੋਂ ਜਿਵੇਂ ਲਹਿਰ ਉੱਠੀ ਸੀਗੀ, ਹੁਣ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਅਫਸਰ ਹੈਗੇ ਆ, ਮੰਤਰੀ ਹੈਗੇ ਆ, ਉਹ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਆ। ਤੇ ਇਹ ਜਿਹੜੇ ਸੰਘਰਸ਼ ਕਰ ਰਹੇ ਆ ਜਿੰਨੇ ਮੰਨ ਲਓ ਪੰਜਾਬ ਲਾ ਲਓ, ਮੋਹਾਲੀ, ਜਿੰਨੇ ਸਾਰੇ ਪਾਸੇ ਪ੍ਰੋਟੈਸਟ ਜਿਹੜਾ ਹੋ ਰਿਹਾ, ਇਹ ਐਵੇਂ ਮੰਨ ਕੇ ਚਲੋ ਇਹ ਆਪਣਾ ਇੱਕ ਸਕੂਲ ਹੈ, ਜਿਵੇਂ ਇੱਥੋਂ ਬੱਚੇ ਸਕੂਲ ਤੋਂ ਸਿੱਖ ਕੇ ਅੱਗੇ ਜਾਂਦੇ ਆ, ਇਹ ਸਟਾਰਟਿੰਗ ਹੈ। ਤੇ ਦਿੱਲੀ ਮੰਨ ਕੇ ਚਲੋ ਇੱਕ ਕਾਲਜ ਹੋ ਗਿਆ, ਉੱਥੇ ਜਿਹੜੇ ਹੈਗੇ ਇੱਥੋਂ ਪੜ੍ਹ ਕੇ ਉੱਥੇ ਜਾ ਰਹੇ ਆ, ਉੱਥੇ ਸੰਘਰਸ਼ ਪੂਰਾ ਕਾਇਮ ਹੋਇਆ। ਮਤਲਬ ਇੱਥੋਂ ਜਿਹੜੀ ਇਹ ਖੜ ਰਹੇ ਆ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਇੱਥੇ ਸੰਘਰਸ਼ ਦੇ ਵਿੱਚ ਲੋਕ ਖੜੇ ਹੁੰਦੇ ਆ, ਇਹਨਾਂ ਦੇ ਖੜਨ ਨਾਲ ਲੋਕ ਜੁੜ ਰਹੇ ਆ ਸਾਡੇ ਨਾਲ। ਇੱਥੋਂ ਲੋਕ ਕਿਹਾ ਜਾਂਦਾ ਹੈ ਫਰੀडम ਆ ਦੇਸ਼ ਦੇ ਵਿੱਚ, ਲੋਕਾਂ ਨੂੰ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਨੇ, ਬੋਲ ਸਕਦੇ ਨੇ, ਬਟ ਅੱਜ ਜਦੋਂ ਲੋਕੀ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ, ਆਪਣੇ ਰਾਈਟਸ ਦਾ ਇਸਤੇਮਾਲ ਕਰ ਰਹੇ ਨੇ, ਤਾਂ ਸਰਕਾਰਾਂ ਦੇ ਕੰਨਾਂ ਤੇ ਇੱਕ ਜੂੰ ਤੱਕ ਨਹੀਂ ਸਰਕ ਰਹੀ। ਸਰਕਾਰਾਂ ਸਾਡੀਆਂ ਇੰਨੀਆਂ ਨਕੰਮੀਆਂ ਹੈਗੀਆਂ ਜੀ। ਹੁਣ ਤੁਸੀਂ ਮੰਨ ਕੇ ਚਲੋ ਜਿਵੇਂ ਹੁਣ ਕਰੋਨਾ ਦੇ ਵਿੱਚ ਕੀ ਕੀਤਾ, 1 ਸਾਲ ਹੋ ਗਿਆ ਕਰੋਨਾ ਆਏ ਨੂੰ, ਠੀਕ ਹੈ। ਹੁਣ ਇਹ ਸਾਡੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਕਰੋਨਾ ਲਾਗੂ ਕਰ ਰਹੇ ਆ। ਜੇ ਸਰਕਾਰਾਂ ਸਾਡੀਆਂ ਚੰਗੀਆਂ ਹੁੰਦੀਆਂ, 1 ਸਾਲ ਹੋ ਗਿਆ, 1 ਸਾਲ ਦੇ ਵਿੱਚ ਇਹਨਾਂ ਇੱਕ ਵੀ ਦੱਸ ਦਿਓ, ਕੋਈ ਇੱਕ ਵੀ ਉਪਲਬਧੀ ਇਹਨਾਂ ਦੀ ਹੋਵੇ 1 ਸਾਲ ਦੇ ਵਿੱਚ। ਇਹਨਾਂ ਨੇ ਕੋਈ ਹਸਪੀਟਲ, ਕੋਈ ਹੁਣ ਨਾ ਤਾਂ ਇਹਨਾਂ ਕੋਲ, ਇੱਕ ਪਾਸੇ ਕਹਿੰਦੇ ਆਕਸੀਜਨ ਨਹੀਂ ਹੈਗੀ ਸਾਡੇ ਕੋਲ, ਦੂਜੇ ਪਾਸੇ ਕਹਿੰਦੇ ਮਾਸਕ ਲਾ ਕੇ ਰੱਖੋ। ਤੁਸੀਂ ਦੱਸੋ ਮਾਸਕ ਲਾ ਕੇ ਆਕਸੀਜਨ ਪੂਰੀ ਹੋ ਜਾਏਗੀ? ਸਾਡੀਆਂ ਨਕੰਮੀ ਸਰਕਾਰਾਂ ਨੂੰ ਅਸੀਂ ਇਹੀ ਨੌਜਵਾਨਾਂ ਨੂੰ ਸਾਰਿਆਂ ਨੂੰ ਅੱਗੇ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ
ਇਹ ਸਰਕਾਰਾਂ ਨੂੰ ਜ਼ੀਰੋ ਖਾਤਾ, ਜਿਵੇਂ ਕਰਨਾਟਕਾ ਦੇ ਵਿੱਚ ਤੁਸੀਂ ਦੇਖ ਲਓ ਖਾਤਾ ਨਹੀਂ ਖੁੱਲ੍ਹਿਆ ਹੈਗਾ ਬੀਜੇਪੀ ਸਰਕਾਰ ਦਾ। ਐਵੇਂ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਤੇ ਚੰਗੀ ਸਰਕਾਰਾਂ ਅੱਗੇ ਲੈ ਕੇ ਆਉਣ ਦੀ ਲੋੜ ਹੈਗੀ ਸਾਨੂੰ। ਤੁਹਾਨੂੰ ਕੀ ਲੱਗਦਾ ਹੈ ਕਰੋਨਾ ਹੈ ਦੇਸ਼ ਦੇ ਵਿੱਚ? ਦੇਖੋ ਜੀ, ਜਿਹੜੀ ਇਹ ਡਿਜ਼ੀਜ਼ ਹੈਗਾ ਇਹਨੂੰ ਸੀਰੀਅਸਲੀ ਵੀ ਲੈਣਾ ਚਾਹੀਦਾ, ਪਰ ਜਿਹੜੇ ਇਸ਼ੂ ਨੇ ਅੱਜ ਜੋ ਫਾਰਮਰਸ ਦੇ ਜੋ ਹਾਲਾਤ ਨੇ ਤੇ ਇਹਨੂੰ ਵੀ ਬਹੁਤ ਜ਼ਰੂਰ ਹੈ ਜੋ ਸਰਕਾਰ ਨੂੰ ਦੇਖਣਾ ਚਾਹੀਦਾ ਇਹਨਾਂ ਨੂੰ, ਤੇ ਜਿਹੜੇ ਲਾਜ਼ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਨੂੰ ਖਤਮ ਕਰਕੇ। ਕੀ ਲੱਗਦਾ ਹੈ ਪਿਛਲੇ ਸਾਲ ਵੀ ਮਾਰਚ ਵਿੱਚ ਕਹਿੰਦੇ ਕਰੋਨਾ, ਇਸ ਸਾਲ ਵੀ ਮਾਰਚ ਵਿੱਚ ਕਰੋਨਾ, ਇਹ ਚੀਜ਼ਾਂ ਕਿਉਂ? ਪਿਛਲੇ ਸਾਲ ਚਲੋ ਲੋਕਾਂ ਨੂੰ ਪਤਾ ਨਹੀਂ ਸੀਗਾ ਵੀ ਕਰੋਨਾ ਆਇਆ, ਚਲੋ ਸਾਰਿਆਂ ਦੇ ਮਨ 'ਚ ਇੱਕ ਡਰ ਸੀਗਾ, ਪਰ ਕਰੋਨਾ ਤੋਂ ਥੋੜੇ ਟਾਈਮ ਬਾਅਦ ਇਹਨਾਂ ਨੇ ਇਹ ਜਿਹੜੇ ਬਿੱਲ ਹੈ ਕਿ ਲਾਗੂ ਕਰਤੇ। ਤੇ ਹੁਣ ਦੁਬਾਰੇ ਜਦੋਂ ਦਿੱਲੀ ਸੰਘਰਸ਼ ਵਿੱਚ ਇੰਨੇ ਟਾਈਮ ਤੋਂ ਲੋਕ ਬੈਠੇ ਆ, ਇਹਨਾਂ ਨੇ ਦੇਖਿਆ ਵੀ ਬੰਗਾਲ ਇਲੈਕਸ਼ਨ ਤੋਂ ਬਾਅਦ ਹੁਣ ਤੁਸੀਂ ਦੇਖੋ ਪਹਿਲਾਂ ਕੁੰਭ ਦਾ ਮੇਲਾ ਹੋਇਆ, ਉਦੋਂ ਕੋਈ ਉਹ ਨਹੀਂ ਹੋਇਆ। ਜਦੋਂ ਹੁਣ ਦੁਬਾਰੇ ਇਹਨੇ ਦੇਖਿਆ ਵੀ ਇਹਨੂੰ ਫੇਲ ਕਰਨ ਵਾਸਤੇ ਦੁਬਾਰੇ ਫਿਰ ਪਲੈਨਿੰਗ ਕਰ ਰਹੇ ਆ ਵੀ ਹੁਣ ਲੋਕ ਜਾਗ ਚੁੱਕੇ ਨੇ, ਲੋਕਾਂ ਨੂੰ ਪਤਾ ਚੱਲ ਚੁੱਕਿਆ ਚਲੋ ਇੱਕ ਛੋਟਾ ਜਿਹਾ ਵਾਇਰਸ ਹੈਗਾ ਹੈ, ਇਹ ਹੌਲੀ ਹੌਲੀ ਆਪਣੇ ਆਪ ਇਹ ਠੀਕ ਹੋ ਜਾਂਦਾ। ਜਿਵੇਂ ਹੁਣ ਹਸਪੀਟਲ ਜਿਹੜਾ ਬੰਦਾ ਹਸਪੀਟਲ ਚਲੇ ਜਾਂਦਾ ਹੈ ਉਹੀ ਮਰਦਾ ਹੈਗਾ, ਹੁਣ ਤਾਂ ਕੋਈ ਲੀਡਰ ਨਹੀਂ ਮਰਿਆ ਹੈਗਾ। ਅਸੀਂ ਮੰਨ ਲੈਂਦੇ ਹਾਂ ਜੇ ਕੋਈ ਲੀਡਰ ਮਰਦਾ ਹੈ ਤਾਂ ਅਸੀਂ ਮੰਨੀਏ ਕਰੋਨਾ ਹੈਗਾ। ਇਹ ਸਾਰੀਆਂ ਇਹਨਾਂ ਦੀਆਂ ਪਲੈਨਿੰਗਾਂ ਹੈਗੀਆਂ ਹੈ ਤੇ ਜੋ ਸਾਰਾ ਫੇਲ ਹੁੰਦੀਆਂ ਜਾ ਰਹੀਆਂ ਨੇ ਇਹਨਾਂ ਦੀਆਂ। ਸੋ ਕਿਵੇਂ ਦੇਖ ਰਹੇ ਹੋ ਹੁਣ ਪੂਰੇ ਅੰਦੋਲਨ ਨੂੰ? ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕਿ ਜਿਹੜੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ? ਜਿਹੜੇ ਸਾਡੇ ਆਹ ਤਿੰਨੇ ਖੇਤੀ ਕਾਨੂੰਨ ਹੈਗੇ ਆ, ਇਹ ਜਦੋਂ ਤੱਕ ਰੱਦ ਨਹੀਂ ਹੁੰਦੇ ਹੈਗੇ ਅਸੀਂ ਉਨੀ ਟਾਈਮ ਆਹ ਆਪਣੀ ਲੜਾਈ ਜਾਰੀ ਰੱਖਾਂਗੇ। ਤੇ ਚਾਹੇ ਸਾਨੂੰ 2022 ਤੱਕ ਜਾਂ 2024 ਤੱਕ ਬੈਠਣਾ ਪਵੇ ਅਸੀਂ ਬੈਠਾਂਗੇ, ਕਿਉਂਕਿ ਜੇ ਆਹ ਬਿੱਲ ਰੱਦ ਨਹੀਂ ਹੁੰਦੇ ਤਾਂ ਐ ਮੰਨ ਕੇ ਚੱਲੋ ਵੀ ਅਸੀਂ ਜਿਉਂਦੇ ਜੀ ਮਰ ਜਾਾਂਗੇ। ਹੁਣ ਤੁਸੀਂ ਐਵੇਂ ਦੇਖ ਕੇ ਚੱਲੋ, ਹੁਣ ਆਕਸੀਜਨ ਸਰਕਾਰ ਕੋਲ ਆਕਸੀਜਨ ਹੈ, ਇਹਨਾਂ ਨੇ ਆਕਸੀਜਨ ਰੋਕਤੀ, ਆਕਸੀਜਨ ਮਿਲਣੀ ਨਹੀਂ। ਜਦੋਂ ਰੋਟੀ ਇਹਨਾਂ ਦੇ ਹੱਥ ਆ ਗਈ, ਇਹਨਾਂ ਨੇ ਰੋਟੀ ਵਾਸਤੇ ਲੋਕਾਂ ਨੂੰ ਤਰਸਾ ਦੇਣਾ ਹੈ। ਇਸ ਨਾਲੋਂ ਚੰਗਾ ਹੈ ਵੀ ਆਪਾਂ ਲੜ ਲਈਏ, ਆਉਣ ਵਾਲਾ ਜਿਹੜਾ ਸਾਡਾ ਫਿਊਚਰ ਹੈ, ਸਾਡੇ ਜਿਹੜੇ ਬੱਚੇ ਹੈ ਉਹ ਇਸ ਜਿਹੜੇ ਬਿੱਲ ਹੈ ਇਹਨਾਂ ਦਾ ਸ਼ਿਕਾਰ ਨਾ ਹੋਣ ਤੇ ਵਧੀਆ ਜਿਹੜਾ ਸਾਡਾ ਮਤਲਬ ਫਿਊਚਰ ਹੈ ਉਹ ਸਾਡਾ ਚੰਗਾ ਰਹਿ ਜਾਊਗਾ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਅਲੱਗ-ਅਲੱਗ ਜਗ੍ਹਾ ਤੇ ਧਰਨਾ ਲੱਗ ਰਿਹਾ, ਅਲੱਗ-ਅਲੱਗ ਚੌਂਕਾਂ ਦੇ ਵਿੱਚ ਲੋਕ ਖੜ ਰਹੇ ਨੇ, ਸੜਕਾਂ ਤੇ ਆ ਰਹੇ ਨੇ, ਪਰ ਉੱਥੇ ਬੜੀ ਚੀਜ਼ਾਂ ਆਉਂਦੀਆਂ ਕਿ ਇਸ ਤਰੀਕੇ ਨਾਲ ਭੀੜ ਇਕੱਠੀ ਕਰਕੇ ਜਾਂ ਇਸ ਤਰੀਕੇ ਨਾਲ ਪ੍ਰੋਟੈਸਟ ਕਰਕੇ ਹੱਲ ਨਹੀਂ ਨਿਕਲਣੇ। ਦੇਖੋ ਜੀ, ਹੱਲ ਤਾਂ ਗਵਰਨਮੈਂਟ ਨੇ ਕੱਢਣਾ, ਮੰਗਣਾ ਸਾਡਾ ਹੱਕ ਹੈ। ਭੀੜ ਤਾਂ ਉੱਥੇ ਹੁੰਦੀ ਹੈ ਜਿੱਥੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ। ਸਾਨੂੰ ਜ਼ਰੂਰਤ ਹੈ, ਅਸੀਂ ਇਕੱਠੇ ਹੋਵਾਂਗੇ। ਜਿਹਨੂੰ ਭੁੱਖ ਲੱਗੇਗੀ ਉਹ ਖਾਣੇ ਲਈ ਜਾਏਗਾ। ਅਸੀਂ ਤਾਂ ਬਾਹਰ ਨਿਕਲਣਾ ਹੀ ਆ ਤੇ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲ ਕਰਦੇ ਹਾਂ, ਅੱਜ ਫੇਰ ਅਪੀਲ ਆ ਵੀ ਇਹਨਾਂ ਦੇ ਬਿੱਲ ਜਿਹੜੇ ਆ ਉਹ ਰੱਦ ਕਰ ਦਿਓ, ਇਹਨਾਂ ਨੂੰ ਵਾਪਸ ਪੰਜਾਬ, ਹਰਿਆਣਾ, ਯੂਪੀ ਜਿੱਥੇ ਇੱਥੋਂ ਦੇ ਵੀ ਹੈਗੇ ਆ ਇਹਨਾਂ ਨੂੰ ਵਾਪਸ ਜਾਣ ਦਿਓ। ਆ ਜਿਹੜੀ ਤੁਸੀਂ ਪ੍ਰੋਬਲਮ ਲਈ ਫਿਰਦੇ ਹੋ ਨਾ, ਐਡੀ ਵੱਡੀ ਇਹ ਰਹਿਣੀ ਨਹੀਂ। ਅਟੈਂਸ਼ਨਾਂ ਨਾਲ ਸਾਡੇ ਪੀਐਮ ਸਾਹਿਬ ਵੀ ਬਾਹਰ ਨਹੀਂ ਨਿਕਲਦੇ ਹੈਗੇ, ਉਹ ਵੀ ਬਾਹਰ ਨਿਕਲਣ। ਤੁਸੀਂ ਨੈਕਸਟ ਕੁਐਸਚਨ ਪੁੱਛੋ। ਸੋ ਇਹਦੇ ਨਾਲ ਦੇ ਨਾਲ ਜੇ ਹੁਣ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਬੰਗਾਲ ਦੇ ਵਿੱਚ ਜੋ ਕਰਾਰੀ ਸੱਟ ਲੱਗੀ ਆ ਬੀਜੇਪੀ ਨੂੰ, ਕਿਵੇਂ ਸਮਝੋ ਕੀ ਕਾਰਨ ਰਿਹਾ ਹੈ? ਦੇਖੋ ਜੀ, ਸਭ ਤੋਂ ਵੱਡਾ ਕਾਰਨ ਤਾਂ ਲੋਕਾਂ ਦੇ ਸਾਹਮਣੇ ਜਿਹੜਾ ਚੈਨਲ, ਤੁਹਾਡੇ ਵਰਗੇ ਚੈਨਲ ਵਧੀਆ ਆ, ਜਿਹੜਾ ਸੱਚ ਦਿਖਾਇਆ ਚੈਨਲਾਂ ਨੇ, ਉਹ ਲੋਕਾਂ ਨੇ ਗੱਲ ਐਕਸੈਪਟ ਕੀਤੀ, ਮੰਨੀ ਆ ਕਿ ਅੱਜ ਪੰਜਾਬ ਨਾਲ ਹੋ ਰਿਹਾ, ਹਰਿਆਣਾ ਹਿਮਾਚਲ ਨਾਲ ਹੋ ਰਿਹਾ, ਕੱਲ੍ਹ ਨੂੰ ਬੰਗਾਲ ਵੀ ਵਿਕ ਜਾਏਗਾ। ਫਿਰ ਬੰਗਾਲੀਆਂ ਨੂੰ ਮੇਰੀ ਸਲਾਮ ਆ, ਉਹਨਾਂ ਨੇ ਬੰਗਾਲ ਵਿਕਣ ਤੋਂ ਬਚਾ ਲਿਆ। ਸੋ ਕਿਵੇਂ ਦੇਖ ਰਹੇ ਹੋ 2022 ਦੇ ਇਲੈਕਸ਼ਨਸ ਨੂੰ? ਹੁਣ ਇਸ ਵਾਰ ਕਿਵੇਂ ਰਿਜ਼ਲਟ ਰਹੇਗਾ? ਉਹੀ ਜਿੱਤਣਗੇ ਜੋ ਲੋਕਾਂ ਨਾਲ ਖੜਨਗੇ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦਾ ਨਾਮ ਨਹੀਂ ਲੈਂਦਾ ਹੈਗਾ, ਪਰ ਜੋ ਅੱਜ ਦੇ ਸਮੇਂ 'ਚ ਇਹ ਸਾਡੇ ਵਿੱਚ ਆਉਣਗੇ ਨਾ, ਕੱਲ੍ਹ ਨੂੰ ਉਹ ਸਾਡੇ 'ਚ ਖੜਨ ਦਾ ਹੱਕ ਵੀ ਰੱਖਣਗੇ। ਸੋ ਉੱਥੇ ਹੀ ਜੇ ਦੇਖਿਆ ਜਾਵੇ ਕੰਗਣਾ ਦੇ ਵੱਲੋਂ ਬੜੀਆਂ ਚੀਜ਼ਾਂ ਆ ਰਹੀਆਂ ਸੀ, ਕੰਗਣਾ ਰਣੌਤ ਦੇ ਵੱਲੋਂ 100 ਰੁਪਏ 'ਚ ਬੀਬੀਆਂ ਆ ਰਹੀਆਂ ਨੇ ਜੀ, ਇਹ ਤਾਂ ਵਿਕੇ ਹੋਏ ਲੋਕ ਨੇ, ਉਹਨਾਂ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਤਾ, ਇੰਸਟਾਗ੍ਰਾਮ ਤੋਂ ਪੋਸਟਾਂ ਡਿਲੀਟ ਹੋ ਰਹੀਆਂ ਨੇ। ਹੁਣ ਕੀ ਚੀਜ਼ ਸਮਝ ਰਹੇ ਹੋ? ਪਹਿਲੀ ਗੱਲ ਤਾਂ ਤੁਹਾਡਾ ਸਵਾਲ ਕੰਗਣਾ ਬਾਰੇ ਮੈਂ ਬੋਲਣਾ ਨਹੀਂ ਜੀ ਚਾਹੁੰਦਾ, ਕਿਉਂਕਿ ਮਾਨਸਿਕ ਰੋਗੀ ਹੈ, ਔਰਤ ਹੈ। ਮਾਨਸਿਕ ਰੋਗੀਆਂ ਦਾ ਕੋਈ ਇਲਾਜ ਕਰਾਓ, ਪਹਿਲਾਂ ਉਹ ਪ੍ਰੋਪਰ ਦਿਮਾਗੀ ਤੌਰ ਤੇ ਠੀਕ ਹੋਣ, ਫਿਰ ਉਹ ਸਮਾਜ ਦੇ ਵਿੱਚ ਆਉਣ, ਸਮਾਜ ਨਾਲ ਸਮਾਜ ਵਰਗਾ ਵਰਤਣ। ਸਾਨੂੰ ਉਹ ਕਮਲੇ ਸਦਾਈ ਦੱਸਦੀ ਹੈ, ਸਾਨੂੰ ਕਹਿੰਦੀ ਵੀ 100 ਰੁਪਏ ਤੇ ਆਈਆਂ ਹੋਈਆਂ ਬੀਬੀਆਂ ਆ। ਉਹ ਬੀਬੀਆਂ ਕਹਿੰਦੀਆਂ ਅਸੀਂ ਉਹਨੂੰ 1000 ਰੁਪਏ ਦਿਹਾੜੀ ਦੇਵਾਂਗੇ, ਉਹਨਾਂ ਦੇ ਆ ਕੇ ਪਰੌਂਠੇ ਪਕਾਉਣ ਲੱਗ ਜਾਵੇ ਉਹਨਾਂ ਦੇ ਘਰਾਂ ਦੇ ਵਿੱਚ। ਟਵਿੱਕਰ ਅਕਾਊਂਟ ਨੇ ਉਹਦਾ ਬੰਦ ਕੀਤਾ ਆ। ਟਵਿੱਕਰ ਅਕਾਊਂਟ ਦਾ ਮੈਂ ਧੰਨਵਾਦ ਕਰਦਾ ਆ। ਫੇਸਬੁੱਕ ਨੂੰ ਵੀ ਮੈਂ ਕਹਾਂਗਾ, ਸਾਰਿਆਂ ਨੂੰ ਮੈਂ ਕਹਾਂਗਾ ਕਿ ਬੰਦ ਕਰ ਦਿਓ, ਕਿਉਂਕਿ ਐਵੇਂ ਤੜਫਾਊ ਭੜਕਾਊ ਮੈਸੇਜ ਘਰ ਬੈਠੇ ਹੀ ਐਵੇਂ ਲਾਈਵ ਹੋ ਕੇ ਬਾਰ-ਬਾਰ ਦੇਈ ਜਾਂਦੀ ਹੈ। ਉਹਦੀ ਆਦਤ ਹੈ, ਉਹ ਮਾਨਸਿਕ ਪੱਖੋਂ ਮੇਰੇ ਖਿਆਲ ਠੀਕ ਨਹੀਂ ਹੈਗੀ। ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਕਿਵੇਂ ਦੇਖ ਰਹੇ ਹੁਣ ਪੂਰੇ ਅੰਦੋਲਨ ਨੂੰ ਕਿ ਕੀ ਹੁਣ ਰਿਜ਼ਲਟ ਰਹੇਗਾ, ਕਦੋਂ ਤੱਕ ਹੱਲ ਹੋਏਗਾ? ਮੈਂ ਤੁਹਾਡੇ ਰਾਹੀਂ ਪਹਿਲੋਂ ਵਿਜ਼ਨ ਪੰਜਾਬ ਰਾਹੀਂ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੇ ਤੁਹਾਡਾ ਧੰਨਵਾਦ ਕਰਦਾ। ਧੰਨਵਾਦ ਇਸ ਕਰਕੇ ਕਰਦਾ ਕਿ ਡੇ 1 ਤੋਂ
ਜਿਹੜੇ ਦੀਪਕ ਚਰਾਲਥਰ ਜੀ ਨੇ ਮੇਨ ਇਹਨਾਂ ਦੇ ਰਿਪੋਰਟਰ, ਉਹ ਲੋਕਾਂ ਦੀ ਤੇ ਗਰਾਊਂਡ ਲੈਵਲ ਤੇ ਰਹਿ ਕੇ ਉਹ ਰਿਪੋਰਟਿੰਗ ਕਰ ਰਹੇ ਆ। ਤੇ ਰਿਪੋਰਟਿੰਗ ਦੇ ਵਿੱਚ ਤੁਸੀਂ ਵੇਖੋਗੇ ਵੀ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ, ਜਦੋਂ ਤੁਸੀਂ ਛੱਡ ਦਿਓ ਮੁਗਲਾਂ ਦਾ ਰਾਜ, ਸਿਰਫ ਅੰਗਰੇਜ਼ਾਂ ਦਾ ਰਾਜ 200 ਸਾਲ ਦਾ ਵੇਖ ਲਓ, ਉਹਦੇ ਵਿੱਚ ਵੀ ਉਦੋਂ ਵੀ ਇਹੋ ਜਿਹੇ ਲੋਕ ਸਨ ਜਿਹੜੇ ਕਹਿੰਦੇ ਸਨ ਵੀ ਕੱਖ ਨਹੀਂ ਹੋਣ ਵਾਲਾ। 200 ਸਾਲ ਲੜਾਈ ਲੜੀ, ਪਰ ਉਦੋਂ ਕੀ ਸੀ, ਉਦੋਂ ਦੁਸ਼ਮਣ ਸਾਡੇ ਸਾਹਮਣੇ ਸੀ, ਬਾਹਰੋਂ ਆਇਆ ਦੁਸ਼ਮਣ ਸੀ। ਹੁਣ ਜਿਹੜਾ ਦੁਸ਼ਮਣ ਹੈ ਇੱਕ ਤਰ੍ਹਾਂ ਨਾਲ ਲੋਕਾਂ ਦਾ, ਉਹ ਸੰਵਿਧਾਨਿਕ ਤੌਰ ਤੇ ਆਪਣਾ ਉਹਨੂੰ ਹੱਕ ਮਿਲੇ ਹੋਏ ਨੇ ਕਿ ਪੂੰਜੀਪਤੀਆਂ ਤੇ ਸਰਮਾਏਦਾਰਾਂ ਦੀ ਉਹ ਜਿਹੜੀ ਪਾਲਿਸੀ ਹੈ ਉਹਨੂੰ ਲਾਗੂ ਕਰੇ। ਤੇ ਬਦਕਿਸਮਤੀ ਇਹ ਹੈ ਕਿ ਜਿਹੜਾ ਸਮਰਥਨ ਉਹਨਾਂ ਨੂੰ ਬਹੁਮਤ ਮਿਲਿਆ, ਉਹ ਇੰਨਾ ਜ਼ਿਆਦਾ ਮਿਲ ਗਿਆ ਕਿ ਉਹ ਬੇਲਗਾਮ ਘੋੜੇ ਵਾਂਗੂ ਭੱਜ ਰਹੇ ਨੇ। ਤੁਹਾਡਾ ਹੁਣੇ ਤੁਸੀਂ ਸਾਥੀ ਨੂੰ ਸਵਾਲ ਕੀਤਾ ਵੀ ਬੰਗਾਲ 'ਚ ਕੀ ਹੋਇਆ ਜਾਂ ਪੰਜਾਬ 'ਚ ਕੀ ਹੋਏਗਾ। ਬੰਗਾਲ ਤੇ ਪੰਜਾਬ ਆਜ਼ਾਦੀ ਦੀ ਲੜਾਈ ਦੇ ਵਿੱਚ ਦੋਵੇਂ ਮੋਹਰੀ ਰਹੇ ਨੇ। ਬੰਗਾਲ 'ਚੋਂ ਲਹਿਰਾਂ ਉੱਠਦੀਆਂ ਸੀ, ਪੰਜਾਬ 'ਚੋਂ ਲਹਿਰਾਂ ਉੱਠਦੀਆਂ ਸੀ। ਇਹ ਜਿਹੜੀ ਸ਼ੁਰੂਆਤ ਹੈ, ਉਹ ਕਿਸਾਨ ਜਿਹੜੇ ਸਾਡੇ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਹੈ, ਉਹ ਉੱਥੇ ਮੈਸੇਜ ਦੇਣ 'ਚ ਸਫਲ ਰਹੀ। ਨਹੀਂ ਤਾਂ ਇੰਨਾ ਪੋਲਰਾਈਜੇਸ਼ਨ ਕੀਤਾ ਗਿਆ ਮੇਨ ਲੀਡਰਸ਼ਿਪ ਵੱਲੋਂ, ਲੋਕ ਉਹਦੇ ਝਾਂਸੇ 'ਚ ਨਹੀਂ ਆਏ। ਲੋਕਾਂ ਨੇ ਕਿਸਾਨਾਂ ਦੀ ਗੱਲ ਮੰਨੀ। ਨਾਲ ਇੱਕ ਮੈਂ ਗੱਲ ਹੋਰ ਵਾਅਦਾ ਕਰ ਦਿਆਂ, ਕਿਉਂਕਿ ਉਹ ਮੈਂ ਵਾਰ-ਵਾਰ ਕਹਿਣਾ ਕਿ ਜਿੱਥੇ ਕਿਸਾਨਾਂ ਦੀ ਵੱਡੀ ਉੱਥੇ ਸਮੂਲਤ ਰਹੀ, ਉੱਥੇ ਜਿਹੜੇ ਹਿੰਦੁਸਤਾਨ ਦੇ ਮੁਲਾਜ਼ਮ ਤੇ ਮਜ਼ਦੂਰ ਨੇ ਉਹਨਾਂ ਦੀ ਵੀ ਉੱਥੇ ਵੱਡੀ ਸਮੂਲੀਅਤ ਆ ਔਰ ਵੱਡੇ ਮਜ਼ਦੂਰ ਨੇ। ਤੇ ਉਹਨਾਂ ਨੇ ਜਦੋਂ ਵੇਖਿਆ ਕਿ ਫਿਰਕਾ ਪ੍ਰਸਤ ਧਿਰ ਨੂੰ ਜਿਹੜੀ ਕਿ ਸਾਰਾ ਕੁਝ ਨਿੱਜੀਕਰਨ ਕਰ ਰਹੀ ਹੈ, ਵੇਚ ਰਹੀ ਹੈ, ਉਹਨੂੰ ਹਰਾਉਣ ਵਾਸਤੇ ਕਿਹੜਾ ਆਪਸ਼ਨ ਹੈ ਸਾਡੇ ਕੋਲ? ਦੋ ਚੀਜ਼ਾਂ ਹੁੰਦੀਆਂ ਨੇ ਤੁਹਾਡੇ ਕੋਲ, ਚੰਗਿਆਂ ਤੋਂ ਜ਼ਿਆਦਾ ਚੰਗਾ ਚੁਣਨਾ, ਮਾੜਿਆਂ ਤੋਂ ਘੱਟ ਮਾੜਾ ਚੁਣਨਾ। ਇਸ ਕਰਕੇ ਲੋਕਾਂ ਕੋਲ ਆਪਸ਼ਨ ਸੀ। ਉਹਨਾਂ ਨੇ ਉੱਥੇ ਜਿਹੜੀ ਹੈ ਕੀਤੀ, ਬਹੁਤ ਵਧੀਆ ਕੀਤਾ, ਪਰ ਉਹਦੇ 'ਚ ਸਾਡਾ ਸੰਯੁਕਤ ਮੋਰਚੇ ਨੇ ਬੜੀ ਮਿਹਨਤ ਕੀਤੀ, ਉੱਥੇ ਜਾ ਕੇ ਜਾਗਰੂਕ ਕੀਤਾ, ਉਹਦਾ ਫਲ ਹੈ। ਤੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਇਹ ਕਿਵੇਂ ਰਹੇਗਾ, ਸਾਨੂੰ ਹਾਈਪਰ ਨਹੀਂ ਹੋਣਾ ਚਾਹੀਦਾ। ਮੇਰੀ ਆਪਣੀ ਸੋਚ ਹੈ ਕਿ ਭਾਵੇਂ ਸਾਡੀ ਲੀਡਰਸ਼ਿਪ ਕਹਿ ਰਹੀ ਹੈ ਵੱਡੇ ਨੇ, ਉਹਨਾਂ ਦੇ ਬਰਾਬਰ ਨਹੀਂ, ਪਰ ਇਹਨੇ ਅਜੇ ਹੋਰ ਮੈਚਿਓਰ ਹੋਣਾ ਸੰਘਰਸ਼ ਨੇ। ਸੰਘਰਸ਼ ਦੀ ਜਿਹੜੀ ਪੀਕ ਹੈ, ਉਹ ਹੋ ਸਕਦੀ ਪੀਕ ਦੇ ਵਿੱਚ ਜਿਹੜਾ ਮੈਚਿਓਰਟੀ ਹੈ ਉਹ ਅਜੇ ਆਉਣੀ ਹੈ। ਅਜੇ ਸਾਡੇ ਵਿੱਚ ਕਈ ਲੋਕ ਨੇ ਜਿਹੜੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ਼ਿਪ ਦੇ ਵਿਰੁੱਧ ਬੋਲਦੇ ਆ, ਲੱਤਾਂ ਖਿੱਚਦੇ, ਸਾਰਾ ਕੁਝ ਇੱਕ ਪ੍ਰੋਸੈਸ ਹੈ। ਦੁੱਧ ਕੱਢਦੇ ਆ, ਫਿਰ ਦਹੀਂ ਜਮਾਉਂਦੇ ਆ, ਫਿਰ ਮੱਖਣ ਕੱਢਦੇ ਆ, ਉਹਦੇ 'ਚ ਘਿਓ ਕੱਢਦੇ ਆ। ਹਜੇ ਘਿਓ ਵਾਲੀ ਪੋਜੀਸ਼ਨ ਨਾਲ ਅਸੀਂ ਜਾ ਰਹੇ ਹਾਂ। ਤੇ ਵਿਸ਼ਵਾਸ ਕਰੋ ਕਿ ਇੱਕ ਦਿਨ ਜਿੱਤ ਸੰਯੁਕਤ ਕਿਸਾਨ ਮੋਰਚੇ ਦੇ ਪੂਰੇ ਭਾਰਤ ਦੇ ਕਿਸਾਨਾਂ ਦੀ ਹੋਣੀ ਹੈ। ਸੋ ਇੱਥੇ ਅਸੀਂ ਦੇਖ ਸਕਦੇ ਹਾਂ, ਸਾਨੂੰ ਬਜ਼ੁਰਗ ਵੀ ਨਜ਼ਰ ਆ ਰਹੇ ਨੇ, ਜੈਂਟਸ ਵੀ ਨਜ਼ਰ ਆ ਰਹੇ ਨੇ। ਬਾਰ-ਬਾਰ ਇਹ ਚੀਜ਼ ਬੜੀ ਕਹੀ ਜਾਂਦੀ ਸੀ ਕਿ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ। ਤੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਦੇ ਹੌਸਲੇ ਇਹਨਾਂ ਨੇ ਕਿ ਬਜ਼ੁਰਗ ਇੱਥੇ ਸੜਕਾਂ ਤੇ ਖੜੇ ਹੋਏ ਨੇ। ਹਾਂਜੀ ਹਾਂਜੀ, ਕੀ ਕਰੀਏ ਜੀ, ਖੜਾਏ ਵੀ ਉਸਨੇ, ਗਵਰਨਮੈਂਟ ਨੇ ਖੜਾਏ ਜੀ, ਗਵਰਨਮੈਂਟ ਨੇ ਖੜਾਏ ਹੈ, ਆਪਣੇ ਆਪ ਤੇ ਖੜੇ ਹੈਗੇ। ਜੇ ਬਜ਼ੁਰਗ ਖੜੂਗੇ ਤਾਂ ਹੀ ਬੱਚੇ ਖੜਨਗੇ। ਇਹ ਸੋਚਦੇ ਬੱਚੇ ਖੜ ਜਾਣ, ਬੱਚੇ ਕੋਈ ਨਾ ਕੋਈ ਖਰਾਬੀ ਕਰਨਗੇ, ਫਿਰ ਅਸੀਂ ਚੱਕ ਦਾਂਗੇ ਕੰਮ ਨੂੰ, ਅਸੀਂ ਆਪਣੇ ਕਾਨੂੰਨ ਪਾਸ ਕਰ ਦਾਂਗੇ, ਲੇਕਿਨ ਅਸੀਂ ਪਾਸ ਹੋਣ ਦੇਣ ਵਾਲੇ ਨਹੀਂ ਹੈ। ਪਹਿਲੀ ਗੱਲ ਤਾਂ ਕਾਨੂੰਨ ਠੀਕ ਹੈ ਜੀ, ਠੀਕ ਹੈ ਜੀ। ਜਦੋਂ ਤੱਕ ਅਸੀਂ ਬਜ਼ੁਰਗ ਖੜੇ ਹਾਂ, ਇਹ ਅੰਦੋਲਨ ਪਾਸ ਨਹੀਂ ਹੋਣ ਦੇਣਾ, ਚਾਹੇ ਕੁਝ ਵੀ ਕਰ ਲੈਣ। ਇਹ ਕਹਿੰਦੇ ਸੀ ਭੀੜਾਂ ਦੇ ਨਾਲ ਹੱਲ ਨਹੀਂ ਹੁੰਦੇ ਮਸਲਿਆਂ ਦੇ, ਤੁਹਾਨੂੰ ਕੀ ਲੱਗਦਾ ਭੀੜ ਨਾਲ ਹੱਲ ਨਹੀਂ ਨਿਕਲੇਗਾ? ਨਾ ਯਾਦ ਨਹੀਂ ਨਿਕਲਣਾ। ਕੀ ਲੱਗਦਾ ਭੀੜਾਂ ਦੇ ਨਾਲ ਹੱਲ ਨਹੀਂ ਹੋਏਗਾ? ਕਹਿੰਦੇ ਭੀੜਾਂ ਦੇ ਨਾਲ ਹੱਲ ਨਹੀਂ ਹੋਣਾ, ਇੰਨੇ ਭੀੜ ਇਕੱਠੀ ਕੀਤੀ ਹੋਈ ਆ। ਹਾਂਜੀ, ਭੀੜ ਨਾਲੇ ਹੋਊਗਾ ਜੀ, ਇਕੱਲਾ ਬੰਦਾ ਤਾਂ ਹੱਲ ਨਹੀਂ ਕਰ ਸਕਦਾ। ਹੁਣ ਅੰਦੋਲਨ ਭੀੜੇ ਹੁੰਦਾ, ਇੱਕ ਉਹ ਪੂਰਾ ਬਲਦਾ ਹਿੱਲਿਆ ਪਿਆ। ਇਹ ਕਹਿੰਦਾ ਇਹ ਖੁਦ ਕੰਬਿਆ ਪਿਆ ਹੈ, ਇਹਨੂੰ ਖੁਦ ਹੋਸ਼ ਨਹੀਂ ਹੈ ਆਪਣੀ ਵੀ ਕੀ ਕਰੇ ਕੀ ਨਾ ਕਰੇ। ਚਾਰੇ ਪਾਸੇ ਥੰਮਿਆ ਪਿਆ ਇਹ ਲੋਕਾਂ ਨੇ। ਜਿਹੜੀ ਵੈਕਸੀਨਾਂ ਬਾਹਰ ਤੋਂ ਆ ਰਹੀਆਂ, ਜੇ ਜਹਾਜ਼ ਆ ਰਹੇ, ਉਹ ਕਿੱਥੇ ਜਾ ਰਹੇ ਹੈਗੇ? ਇਹਦਾ ਚਾਰੇ ਪਾਸੇ ਤੇ ਫਸ ਗਿਆ ਹੁਣ। ਇਹਦਾ ਜਾਨ ਛਡਾਉਣੀ ਮੁਸ਼ਕਿਲ ਹੋਈ ਪਈ ਹੈ। ਕਹਿੰਦੇ ਸੀ ਅੱਛੇ ਦਿਨ ਦੇਖਣ ਨੂੰ, ਟੀਵੀ ਤੇ ਸਭ ਕੁਝ ਦੇਖਦੇ ਹਾਂ ਅਸੀਂ, ਟੀਵੀ ਤੇ ਵੀ ਆਉਂਦਾ, ਮੋਬਾਈਲ 'ਚ ਵੀ ਆਉਂਦਾ, ਸਭ ਕੁਝ ਆਉਂਦਾ। ਕਹਿੰਦੇ ਸੀ ਅੱਛੇ ਦਿਨ ਆਉਣਗੇ ਦੇਸ਼ ਦੇ ਵਿੱਚ, ਮਿਲੇ ਤੁਹਾਨੂੰ ਅੱਛੇ ਦਿਨ? ਬਹੁਤ ਅੱਛੇ ਦਿਨ ਆ ਗਏ, ਸਾਰਾ ਦੇਸ਼ ਵੇਚਦੇ ਆ ਨਾ, ਹੋਰ ਅੱਛੇ ਦਿਨ ਤੋਂ ਉੱਪਰ ਕੇ ਆਉਣਗੇ। ਮੋਦੀ ਕੇ ਅੱਛੇ ਦਿਨ ਆ ਗਏ ਜੀ, ਉਹ ਵੇਚ ਦੇਗਾ ਬਸ, ਉਹ ਵੀ ਵੇਚ ਰਿਹਾ। 13,000 करोड़ का अपना मकान बना रहा मोदी, उसके अच्छे दिन आए हैं जी, बाकी लोगों के नहीं आए किसी के भी। ਆਮ ਜਨਤਾ ਸਰਕਾਰਾਂ ਨੂੰ ਬਣਾਉਂਦੀ ਆ, ਸੋ ਇਸ ਟਾਈਮ ਤੇ ਆਮ ਜਨਤਾ ਸਰਕਾਰਾਂ ਤੋਂ ਕਿੰਨੀ ਕੁ ਖੁਸ਼ ਆ? ਸਰ ਇਹ ਸਰਕਾਰ ਤੋਂ ਬਿਲਕੁਲ ਖੁਸ਼ ਨਹੀਂ ਹੈ ਅਸੀਂ। ਬਾਕੀ ਸਰਕਾਰਾਂ ਆਈਆਂ, ਬਹੁਤ ਸੋਹਣਾ ਟਾਈਮ ਪਾਸ ਕਰਿਆ, ਲੋਕਾਂ ਨੇ ਟਾਈਮ ਪਾਸ ਕਰਿਆ, ਦਿਆ ਵੀ ਹੈ ਉਹਨੇ। ਚਲੋ ਜਿਸ ਤਰ੍ਹਾਂ ਟਾਈਮ ਪਾਸ ਕਰਦੇ ਸੋਹਣਾ ਕਰ ਰਹੇ ਤੇ, ਪਰ ਇੱਦਾਂ ਤੰਗ ਨਹੀਂ ਹੋਏ ਇਹਨੇ ਹੈ। ਇਹਨੇ ਬਹੁਤ ਜ਼ਿਆਦਾ ਤੰਗ ਕਰਿਆ ਸਾਨੂੰ, ਇੰਨਾ ਤੰਗ ਕਰਿਆ ਇਹਨੇ ਵੀ ਪਿੱਛੋਂ ਹੀ ਸਾਨੂੰ ਰੋਡਾਂ ਜਾਣਾ ਪੈ ਗਿਆ। ਹੁਣ ਅਸੀਂ 3-3:30 ਵਜੇ ਰੋਡ ਤੇ ਖੜ ਜਾਂਦੇ ਨੇ, ਇੱਥੇ 6 ਵਜੇ ਤੱਕ ਰੋਡ ਤੇ ਖੜਦੇ ਹਾਂ, ਕੋਈ ਮਤਲਬ ਤਾਂ ਬਣਦਾ ਨਹੀਂ ਇਹਦਾ।
ਇਹ ਵੀ ਚੀਜ਼ਾਂ ਆਉਂਦੀਆਂ ਕਹਿੰਦੇ ਵਿਹਲੇ ਨੇ ਤਾਂ ਕਿ ਖੜ ਜਾਂਦੇ ਨੇ। ਵਿਹਲੇ ਹੈਗੇ ਤੂੰ ਸਾਡੇ ਨਾਲ ਪਹਿਲਾਂ ਆ ਕੇ ਦੇਖੀ ਜਿੰਨੇ ਸਵੇਰ ਤੋਂ ਆਈ 5 ਵਜੇ 2:30-3 ਵਜੇ ਤੋਂ ਆ ਕੇ ਦੇਖੀ ਲੱਗੀ ਸਾਡੇ ਨਾਲ ਤੂੰ ਫਿਰ ਤੈਨੂੰ ਦੱਸਾਂਗੇ ਅਸੀਂ ਵਿਹਲੇ ਆਂ ਕੰਮ ਕਰਦੇ ਆਂ ਅਸੀਂ ਕਰਦੇ ਵਿਹਲਾ ਤਾਂ ਜੀ ਕੋਈ ਨਹੀਂ ਹੁੰਦਾ। ਪਹਿਲਾਂ ਕੋਈ ਹੁੰਦਾ ਕੋਈ ਜਿਹੜੇ ਬੰਦੇ ਨੇ ਰੋਟੀ ਸਵੇਰ ਤੋਂ ਲੈ ਕੇ ਕੰਮ ਕਰਕੇ ਹੀ ਖਾਣੀ ਆ ਉਹ ਵਿਹਲਾ ਹੁੰਦਾ। ਤੇਰੇ ਵਰਗੇ ਹੁੰਦੇ ਵਿਹਲੇ ਹਰਾਮ ਜਿਹੜੇ ਬੈਠੇ ਏਸੀਆਂ ਥੱਲੇ ਹੈਂ ਦੁਨੀਆ ਖਾ ਰਹੇ ਹੈ ਸਾਰੀ। ਤੇਰੇ ਵਰਗੇ ਹੋਣਗੇ ਵਿਹਲੇ, ਅਸੀਂ ਵਿਹਲੇ ਕੋਈ ਨਹੀਂ ਹੈਗੇ। ਕੀ ਲੱਗਦਾ ਹੈ ਕਰੋਨਾ ਹੈ ਦੇਸ਼ ਦੇ ਵਿੱਚ, ਇਹਦਾ ਰੌਲਾ ਬੜਾ ਪੈ ਰਿਹਾ, ਕਰੋਨਾ ਹੈ ਕਰੋਨਾ ਦੇ ਕੇਸਿਸ ਬੜੇ ਵੱਧ ਰਹੇ ਨੇ। ਇਹ ਤਾਂ ਬਹਾਨਾ ਬਣਾਇਆ। ਕਰੋਨਾ ਦਾ ਬਹਾਨਾ ਬਣਾਇਆ ਵਾ, ਕਦੀ 6 ਵਜੇ ਆ ਜਾਂਦਾ, ਕਦੀ 8 ਵਜੇ ਆ ਜਾਂਦਾ, ਕਦੀ ਹੁਣ 6 ਵਜੇ ਆ ਜਾਂਦਾ, 6 ਤੋਂ ਲੈ ਕੇ 5 ਵਜੇ ਤੱਕ ਰਹਿੰਦਾ। ਸਵੇਰੇ 5 ਵਜੇ ਕਰੋਨਾ ਭੱਜ ਜਾਂਦਾ। ਜਦੋਂ ਅਸੀਂ ਗੁਰਦੁਆਰੇ ਖੁੱਲ੍ਹਣ ਦਾ ਟਾਈਮ ਉਦੋਂ ਭੱਜ ਜਾਂਦਾ ਇਹ। ਮੰਦਰ ਖੁੱਲ੍ਹਣ ਦਾ ਟਾਈਮ ਹੁੰਦਾ ਭੱਜ ਜਾਂਦਾ, ਜਦੋਂ ਗੁਰਦੁਆਰੇ ਖੁੱਲ੍ਹਦੇ ਉਦੋਂ ਕਰੋਨਾ ਆਇਆ ਹੁੰਦਾ ਇਹ ਸਭ ਪੋਲਿਟਿਕਸ ਹੈ ਦੀ ਗਵਰਨਮੈਂਟ ਦੀ, ਹੋਰ ਕੁਝ ਨਹੀਂ ਹੈਗਾ। ਕਿਵੇਂ ਦੇਖ ਰਹੇ ਹੋ ਕਿ ਇਸ ਦੇਸ਼ ਦੇ ਵਿੱਚ ਆਉਣ ਵਾਲਾ ਭਵਿੱਖ ਕਿਵੇਂ ਦਾ ਹੋਏਗਾ ਹੁਣ ਬੱਚਿਆਂ ਦਾ? ਜੀ ਨੇ ਭਵਿੱਖ ਦਾ ਖਤਮ ਕਰ ਦਿਆ। ਹੁਣ ਦੇਖੋ ਦੂਆ ਸਾਲ ਜਾ ਰਿਹਾ। ਪੜ੍ਹਨ ਵਾਸਤੇ ਬੱਚੇ ਨਹੀਂ ਛੱਡੇ, ਸਕੂਲ ਕੋਈ ਨਹੀਂ ਛੱਡਿਆ, ਪੜ੍ਹਾਈ ਕੋਈ ਨਹੀਂ ਛੱਡੀ ਇਸਨੇ। ਹਾਂ ਕਰੋਨਾ ਦੱਸੀ ਜਾ ਰਿਹਾ। ਬੱਚੇ ਕਿਆ ਜਦੋਂ ਠੇਕੇ ਖੁੱਲੇ ਹੈ ਤਾਂ 50% ਬੱਚੇ ਪੜ੍ਹਾਓ, ਪੂਰਾ ਸਕੂਲ ਨਾ ਮਤ ਲਾਓ, ਅੱਧਾ ਸਕੂਲ ਕਰ ਦਿਓ। ਜਦੋਂ ਠੇਕੇ ਖੁੱਲ ਸਕਦੇ ਹੈ ਤਾਂ ਸਕੂਲ ਨਹੀਂ ਖੁੱਲ ਸਕਦੇ। ਬੱਚਿਆਂ ਦਾ ਭਵਿੱਖ ਖਤਮ ਕਰਦੇ ਇਹਨੇ। ਬੱਚੇ ਪੜ੍ਹਨੋਂ ਬੰਦ ਹੋ ਗਏ ਪੂਰੇ। ਕਿਆ ਆਨਲਾਈਨ ਕਿਹੜਾ ਬੱਚਾ ਪੜ੍ਹਦਾ ਅੱਜ ਕੱਲ੍ਹ? ਇੱਕ ਬੱਚਾ ਸਾਹਮਣੇ ਪੜਾਉਣਾ, ਇੱਕ ਆਨਲਾਈਨ ਪੜਾਉਣਾ, ਬੜਾ ਫਰਕ ਪੈ ਜਾਂਦਾ ਇਹਦਾ। ਕਹਿੰਦੇ ਦੇਸ਼ 'ਚ ਆਜ਼ਾਦੀ ਹੈ ਸਭ ਨੂੰ, ਕਿੰਨੀ ਕੁ ਆਜ਼ਾਦੀ ਮਹਿਸੂਸ ਕਰਦੇ ਹੋ ਦੇਸ਼ 'ਚ? ਆਜ਼ਾਦੀ ਨਹੀਂ ਹੈ ਜੀ, ਕੋਈ ਆਜ਼ਾਦੀ ਨਹੀਂ। ਇਹ ਤਾਂ ਗੁਲਾਮੀ ਤੋਂ ਵੀ ਅੱਗੇ ਹੈ। ਇਹ ਤਾਨਾਸ਼ਾਹੀ ਗਵਰਨਮੈਂਟ ਆਈ ਵੀ ਹੈ ਹੁਣ। ਇਹ ਤਾਨਾਸ਼ਾਹੀ ਇਹਦਾ ਔਰੰਗਜ਼ੇਬ ਤੋਂ ਵੀ ਅੱਗੇ ਲੰਘ ਗਿਆ ਇਹ। ਉਹਨੂੰ ਵੀ ਮਾਤ ਪਾ ਗਿਆ ਨਾ ਮੋਦੀ ਦਾ। ਸੋ ਕਿਵੇਂ ਹੁਣ 2022 ਚ ਇਲੈਕਸ਼ਨਸ ਨੂੰ ਕਿਵੇਂ ਦੇਖਦੇ ਹੋ, ਕਿਵੇਂ ਰਿਜ਼ਲਟ ਰਹੇਗਾ? 22 ਦਾ ਇਲੈਕਸ਼ਨ ਤਾਂ ਹੁਣ ਧਾਤੀ ਚਟਾਉਂਗੇ ਹੀ ਹੁਣ ਇਹਨੂੰ, ਹੋਰ ਤਾਂ ਕੋਈ ਗੱਲ ਨਹੀਂ ਹੈ। ਧਾਤੀ ਚਟਾਉਣੀ ਬਾਕੀ ਰਹਿ ਗਈ ਜੀ ਹੁਣ 22 ਦੇ ਇਲੈਕਸ਼ਨ 'ਚ। ਧਾਤੀ ਦੀਆਂ ਚਟਾਉਣੀਆਂ ਪੈਣੀਆਂ ਹੁਣ ਜੀ ਜ਼ੀਰੋ ਹੈ ਪੂਰੇ ਆਪਣੇ ਹਿੰਦੁਸਤਾਨ ਵਿੱਚ ਜ਼ੀਰੋ ਹੈ। ਸਾਡੇ ਬੁਢਾਪੇ ਕਹਿੰਦੇ ਜਿੱਦਾਂ ਅਸੀਂ ਖੜੇ ਹਾਂ ਬੁੜੇ ਆਦਮੀ, ਸਾਡੇ ਕਹਿੰਦੇ ਜ਼ੀਰੋ ਹੈ। ਅਸੀਂ ਤਾਂ ਵੋਟ ਪੈਣੇ ਨਾ ਹੀ ਆਪਣੇ ਘਰ ਦੇ ਨਹੀਂ ਪਾਉਣ ਦਿੰਦੇ, ਨਾ ਹੀ ਆਪ ਪਾਉਂਦੇ। ਫਿਰ ਹੀ ਕਰੂਗਾ ਕਰਨੀ ਇਹਦੇ ਖੂਨ 'ਚ ਹੇਰਾ ਫੇਰੀ ਹੈ। ਜਦੋਂ ਇਹਦੀ ਮਾਂ ਕਹਿੰਦੀ ਵੀ ਬੇਟਾ 16 ਸਾਲ ਦਾ ਨਿਕਲਿਆ ਤੂੰ ਹੁਣ ਤਾਂ ਸਿੱਧ ਰਿਹਾ, ਔਰ ਇਹਦੀ ਮਾਂ ਇਹਨੂੰ ਕਹਿ ਰਹੀ ਹੈ ਕਿ ਉਹ ਮਾਂ ਦੀ ਗੱਲ ਨਹੀਂ ਮੰਨ। ਜਿਹੜਾ ਬੇਟਾ ਆਪਣੀ ਮਾਂ ਦੀ ਗੱਲ ਨਹੀਂ ਮੰਨਦਾ ਉਹ ਦੇਸ਼ ਦਾ ਕਿਆ ਬਣ ਸਕਦਾ? ਦੇਸ਼ ਦਾ ਕਿਆ ਵੀ ਖਿਸਵਾਰੇਗਾ ਉਹ ਤੀਵੀਂ ਵਿਚਾਰੀ ਧੱਕੇ ਖਾਂਦੀ ਫਿਰ ਰਹੀ ਜੀ। ਧੱਕੇ ਖਾਂਦੀ ਫਿਰ ਰਹੀ ਹੈ ਜੀ। ਸ਼ਰਮ ਆਉਣੀ ਚਾਹੀਦੀ ਹੈ ਮੋਦੀ ਨੂੰ। ਦੇਖਦੇ ਨਹੀਂ ਕਿਆ ਮੋਬਾਈਲ 'ਚ ਅਸੀਂ ਜਾਣਦੇ ਨਹੀਂ, ਸਾਨੂੰ ਬੱਚੇ ਦਿਖਾ ਦਿੰਦੇ ਪਾਪਾ ਇਹ ਦੇਖ, ਬਾਬਾ ਇਹ ਦੇਖ ਕਿਆ ਚੀਜ਼ ਆ ਰਿਹਾ, ਬਾਬਾ ਇਹ ਦੇਖ ਇਹਦੀ ਘਰ ਵਾਲੀ ਹੈ, ਇਹਦੀ ਮਾਂ ਹੈ, ਬਾਬਾ ਇਹਦੀ। ਸਾਨੂੰ ਕੱਢਣਾ ਨਹੀਂ ਆਉਂਦਾ, ਠੀਕ ਹੈ ਅਸੀਂ ਅਨਪੜ੍ਹ ਹੈ ਥੋੜ੍ਹੇ ਬਹੁਤੇ, ਚਲੋ ਖੇਤੀ ਕਰਨ ਵਾਲੇ ਬੰਦੇ ਪਰ ਦੇਖਦੇ ਅਸੀਂ ਸਭ ਕੁਝ ਹੈ ਸਾਡੇ ਬੱਚੇ ਜੀ ਸਾਰਾ। ਕੀ ਕਹੋਗੇ ਹੁਣ ਸਰਕਾਰਾਂ ਨੂੰ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਡੇਲੀ ਆ ਰਹੇ ਹੋ, ਖੜ ਰਹੇ ਹੋ, ਗਰਮੀ ਧੁੱਪ ਹਨੇਰੀ ਬੜਾ ਕੁਝ ਫੇਸ ਕਰਨਾ ਪੈਂਦਾ। ਕੁਝ ਮਰਜ਼ੀ ਹੋਈ ਜਾਏ ਜੀ, ਜਦੋਂ ਤੱਕ ਸਰਕਾਰਾਂ ਮੰਨਦੀਆਂ ਨੇ ਉਦੋਂ ਤੱਕ ਤਾਂ ਅਸੀਂ ਹਟਦੇ ਨਹੀਂ ਹੈਗੇ। ਪਹਿਲੀ ਗੱਲ ਹੈਂ ਮਾਰ ਦਿਓ ਕੋਈ ਗੱਲ ਨਹੀਂ, ਮਾਰ ਦਿਓ ਬੇਸ਼ੱਕ ਤੇ ਅਸੀਂ ਹੱਥ ਚੱਕਣ ਵਾਲੇ ਨਹੀਂ ਹੈ। ਅਸੀਂ ਸ਼ਾਂਤਮਈ ਖੜੇ ਹੈਗੇ, ਸਾਨੂੰ ਕੋਈ ਉਹ ਨਹੀਂ, ਗਲਤ ਨਹੀਂ ਕਹਿੰਦੇ ਅਸੀਂ ਕਿਸੇ ਨੂੰ। ਜੋ ਕੰਮ ਕਰ ਰਿਹਾ ਉਹ ਅਸੀਂ ਦੱਸ ਰਹੇ ਲੋਕਾਂ ਨੂੰ ਵੀ ਇਹ ਕੰਮ ਕਰ ਰਿਹਾ ਇਹ। ਜਿੱਦਾਂ ਹੁਣ ਦੇਸ਼ ਵੇਚਿਆ ਤਾਂ ਅਸੀਂ ਦੱਸਣਾ ਲੋਕਾਂ ਨੂੰ ਵੀ ਦੇਸ਼ ਵੇਚਦੇ ਨੇ। ਸੜਕਾਂ ਵੇਚੀਆਂ, ਗੱਡੀਆਂ ਵੇਚੀਆਂ, ਤੇਲ ਕਿੱਥੇ ਪਹੁੰਚ ਗਿਆ। ਇਹ 45 ਰੁਪਏ ਦੇ ਤੇਲ ਦੇ ਰੌਲਾ ਪਾਉਂਦਾ ਸੀ ਇਹ, ਜੇ ਪਹਿਲੀ ਵਾਰੀ ਬਣਿਆ ਇਹ ਕਹਿੰਦਾ 45 ਰੁਪਏ ਤੇਲ, ਕਹਿੰਦਾ ਡੀਜ਼ਲ 45 ਰੁਪਏ। ਹੁਣ ਅੱਜ ਕੱਲ੍ਹ ਕਿੱਥੇ 90 ਰੁਪਏ 100 ਰੁਪਏ। ਜੀ ਮੁਲਕ ਨੂੰ ਤਾਂ ਮੁਲਕ ਤਾਂ ਖਤਮ ਕਰ ਦਿਆ ਇਸ ਨੇ। ਕਿਵੇਂ ਮੈਂ ਦੇਖ ਰਹੇ ਹੋ ਹੁਣ ਪੂਰੇ ਅੰਦੋਲਨ ਨੂੰ, ਕਿਵੇਂ ਇਸ ਟਾਈਮ ਤੇ ਜਿਹੜਾ ਮਾਹੌਲ ਆ ਜੋ ਭਖਿਆ ਜਿਸ ਤਰੀਕੇ ਦੇ ਨਾਲ ਪੂਰਾ ਬਣਿਆ ਹੋਇਆ ਹੈ? ਮਾਹੌਲ ਤਾਂ ਜੀ ਤੁਹਾਨੂੰ ਪਤਾ ਹੀ ਹੈ, ਬੁਰਾ ਹਾਲੇ ਬਣਿਆ ਹੋਇਆ ਹੈ। ਹੁਣ ਅਸੀਂ ਦੁਪਹਿਰੇ ਤੇ ਆ ਕੇ ਖੜੇ ਹੋ ਜਾਂਦੇ ਆ, ਦੁਪਹਿਰੇ ਤੇ ਆ ਕੇ ਖੜੇ ਧੁੱਪਾਂ 'ਚ ਜਲੀ ਜਾਂਦੇ ਆ। ਕਿਸਾਨ ਦੇ ਮੋਦੀ ਦੇ ਤਾਂ ਨਾ ਇੱਕ ਜੂੰ ਨਹੀਂ ਸਰਕਦੀ ਮੱਥੇ ਪਰ ਵੀ ਕਿਸਾਨ ਕਿਵੇਂ ਖੜੇ ਆ ਕਿਵੇਂ ਨਹੀਂ। ਆਪਣਾ ਆਪ ਉਹਨਾਂ ਦੇ ਹਾਲਤਾਂ ਖਰਾਬ ਹੋ ਗਈਆਂ, ਇੰਨੇ ਕਿਸਾਨ ਮਰ ਗਏ ਪਰ ਮੋਦੀ ਨੂੰ ਕੋਈ ਚਿੰਤਾ ਨਹੀਂ ਹੈਗੀ। ਜਿਸ ਤਰੀਕੇ ਨਾਲ ਤੁਸੀਂ ਕਿਹਾ ਬਹੁਤ ਸਾਰੇ ਕਿਸਾਨ ਉੱਥੇ ਸ਼ਹੀਦ ਹੋ ਗਏ, ਸਰਕਾਰਾਂ ਦੇ ਵੱਲੋਂ 2 ਵਰਡ ਵੀ ਨਹੀਂ ਨਿਕਲੇ ਉਹਨਾਂ ਲੋਕਾਂ ਦੇ ਲਈ। 2 ਵਰਡ ਮਰੀਆਂ ਜ਼ਮੀਰਾਂ, ਸਰਕਾਰਾਂ ਦੀਆਂ ਮਰੀਆਂ ਹੋਈਆਂ ਜ਼ਮੀਰਾਂ ਦੀ ਸਰਕਾਰ, ਅਮੀਰਾਂ ਦੀ ਸਰਕਾਰ ਆ। ਅਸੀਂ ਜਾਗਦੀ ਜ਼ਮੀਰ ਵਾਲੇ ਤਾਂ ਹੀ ਅਸੀਂ ਇੱਥੇ ਖੜੇ ਆ। ਸਾਡੀਆਂ ਜਿਹੜੀਆਂ ਜ਼ਮੀਰਾਂ ਉਹ ਮਰੀਆਂ ਨਹੀਂ ਹੋਈਆਂ, ਜਾਗਦੀਆਂ ਹੋਈਆਂ ਵਾ। ਤਾਂ ਇਹ ਮੈਂ ਪਹਿਲਾਂ ਵੀ ਹਰ ਵਾਰੀ ਇਹੀ ਕਰਨੀ ਕਿ ਅਸੀਂ ਆਪਣੇ ਹੱਕ ਲਈ ਖੜੇ ਆ, ਹੱਕ ਲੈ ਕੇ ਰਵਾਂਗੇ, ਮਰਾਂਗੇ ਤੇ ਇੱਥੇ ਹੀ ਮਰ ਜਾਵਾਂਗੇ। ਅਗਰ ਮੋਦੀ ਨੂੰ ਇਹ ਵੀ ਮਨਜ਼ੂਰ ਹੋਇਆ ਨਾ ਵੀ ਇਹਨਾਂ ਨੂੰ ਵੀ ਮਾਰਨਾ ਤਾਂ ਅਸੀਂ ਮਰਨ ਨੂੰ ਵੀ ਤਿਆਰ ਆ, ਗੋਲੀਆਂ ਖਾਣ ਨੂੰ ਵੀ ਤਿਆਰ ਆ। ਕਹਿੰਦੇ ਫਰੀडम ਆਫ ਸਪੀਚ ਆ ਦੇਸ਼ ਦੇ ਵਿੱਚ, ਹਰ ਇੱਕ ਨੂੰ ਆਪਣਾ ਬੋਲਣ ਦਾ ਅਧਿਕਾਰ ਆ, ਚਾਹੇ ਬੋਲਣ ਦਾ ਪੂਰਾ ਰਾਈਟ ਆ ਹਰ ਇੱਕ ਚੀਜ਼ ਨੂੰ, ਕਿਉਂਕਿ ਹਰ ਇੱਕ ਦਾ ਜਿਹੜੇ ਬਹੁਤ ਸਾਰੇ ਰਾਈਟਸ ਨੇ। ਆਜ਼ਾਦੀ ਮਹਿਸੂਸ ਕਰ ਰਹੇ ਹੋ ਦੇਸ਼ ਦੇ ਵਿੱਚ? ਆਜ਼ਾਦੀ ਮਿਲਣੀ ਨਹੀਂ ਹੈ ਕਦੇ, ਬਿਲਕੁਲ ਵੀ ਨਹੀਂ ਮਿਲ ਸਕਦੀ। ਸਾਡੇ ਤਾਂ ਬੱਚਿਆਂ ਨੂੰ ਪੋਤਿਆਂ ਨੂੰ ਨਹੀਂ ਮਿਲ ਸਕਦੀ। ਬੱਚੇ ਤਾਂ ਇੱਕ ਪਾਸੇ ਰਹਿ ਗਏ। ਆਜ਼ਾਦੀ ਤਾਂ ਜ਼ਿੰਦਗੀ 'ਚ ਨਹੀਂ ਮਿਲੂਗੀ ਜਿੰਨਾ ਚਿਰ ਮੋਦੀ ਦਾ ਰਾਜ ਆ।
ਮੋਦੀ ਦੇ ਰਾਜ 'ਚ ਕੋਈ ਆਜ਼ਾਦੀ ਨਹੀਂ, ਕੋਈ ਖੁੱਲ੍ਹ ਨਹੀਂ, ਕੋਈ ਕੁਛ ਨਹੀਂ। ਮੋਦੀ ਨੇ ਤਾਂ ਸਾਰੀ ਦੁਨੀਆ ਅੰਦਰ ਬਾੜਤੀ ਕੋਰੋਨਾ ਦਾ ਬਹਾਨਾ ਲਾ ਕੇ। ਆਜ਼ਾਦੀ ਕਿੱਥੇ ਆ? ਇਹ ਮਾਰ ਦੁਨੀਆ ਰੱਖਤੀ ਮੋਦੀ ਨੇ। ਆਜ਼ਾਦੀ ਕੋਈ ਨਹੀਂ ਆ। ਮੋਦੀ ਤੋਂ ਬੀਜੇਪੀ ਤੋਂ ਪਹਿਲਾਂ ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਵੀ ਰਾਜ ਕਰਦੀ ਰਹੀ ਆ। ਹੁਣ ਤੋਂ ਮੋਦੀ ਸਰਕਾਰ ਤੇ ਇਸ ਪਿਛਲੇ ਸਾਲ ਤੋਂ 18 ਤੋਂ ਲੈ ਕੇ 2020 ਤੱਕ ਹੱਦ ਅੱਧੇ 21 ਵੀ ਅੱਧੀ ਬੀਤ ਚੁੱਕੀ ਹੈ। ਇਸ ਤੱਕ ਤੁਸੀਂ ਦੇਖ ਲਓ ਕਿੰਨੇ ਰੇਪ ਹੋਏ ਆ। ਪਹਿਲੇ ਸਰਕਾਰਾਂ ਦੇ ਟਾਈਮ ਇਹਨੇ ਰੇਪ ਹੁੰਦੇ ਸੀ, ਜਿੰਨੇ ਇਸ ਸਰਕਾਰ ਦੇ ਟਾਈਮ ਰੇਪ ਹੋਇਆ। ਔਰ ਸਜ਼ਾ ਕਿਹਨੂੰ ਮਿਲੀ? ਕਿਸੇ ਨੂੰ ਨਹੀਂ ਮਿਲੀ। ਇੱਕ ਸਿਰਫ ਹੈਦਰਾਬਾਦ ਵਾਲਿਆਂ ਨੇ ਐਨਕਾਊਂਟਰ ਕੀਤਾ, ਜਿਨ੍ਹਾਂ ਨੇ ਉਹ ਇੱਕ ਲੜਕੀ ਨੂੰ ਪਿੱਛੇ ਜਿਹਾ ਡਾਕਟਰ ਲੜਕੀ ਸੀ, ਉਹਦਾ ਰੇਪ ਜਦੋਂ ਐਕਟਿਵਾ ਤੇ ਉਹਨੂੰ ਘੇਰ ਕੇ ਕੀਤਾ ਗਿਆ, ਉਹਨਾਂ ਨੇ ਐਨਕਾਊਂਟਰ ਕਰਕੇ ਉਹਨੂੰ ਖਤਮ ਕਰ ਦਿੱਤਾ। ਜਦ ਕਿ ਉਹਦੇ ਸਾਥੀ ਫੜਨੇ ਚਾਹੀਦੇ ਸੀ, ਉਹਦੀ ਪੂਰੀ ਪੈਰਵਾਈ ਕਰਨੀ ਚਾਹੀਦੀ ਸੀ ਵੀ ਕਿ ਇਹਦੇ ਨਾਲ ਹੋਰ ਕਿੰਨੇ ਲੜਕੇ ਆ ਜਾਂ ਕਿੰਨੀਆਂ ਹੋਰ ਸਾਡੀਆਂ ਵੀ ਧੀਆਂ ਵਾ। ਅਸੀਂ ਵੀ ਪਹਿਲਾਂ ਕੁੜੀਆਂ ਸੀ, ਹੁਣ ਬੇਸ਼ੱਕ ਅਸੀਂ ਮਾਵਾਂ ਵਾਂ, ਪਰ ਇਸ ਟਾਈਮ ਮਾਵਾਂ ਲਈ ਵੀ ਕੋਈ ਹਿਫਾਜ਼ਤ ਨਹੀਂ ਹੈ। ਮੋਦੀ ਨੂੰ ਤੇ ਸਿਰਫ ਗੈਂਗ ਛੱਡੇ ਹੋਏ, ਉਹਨੇ ਗੁੰਡੇ ਛੱਡੇ ਹੋਏ ਆ ਵੀ ਜਿੱਥੇ ਕਿਸੇ ਦੀ ਇੱਜ਼ਤ ਲੁੱਟੀ ਜਾਂਦੀ ਹੈ, ਇੱਜ਼ਤ ਲੁੱਟ ਲਓ। ਇਹ ਸਰਕਾਰ ਹੈ ਜੀ, ਬਿਲਕੁਲ ਗੁੰਡਿਆਂ ਦੀ ਸਰਕਾਰ ਹੈ। ਇਹ ਸਰਕਾਰ ਦਾ ਕੋਈ ਕੰਮ ਨਹੀਂ, ਗੁੰਡਾਗਰਦੀ, ਚੋਰ ਬਜ਼ਾਰੀ, ਲੁੱਟਖੋ ਇਹੀ ਚੱਲ ਰਿਹਾ ਪੂਰੇ ਦੇਸ਼ 'ਚ। ਸੋ ਕੀ ਤੁਹਾਨੂੰ ਕੋਈ ਜਨਤਾ ਚੱਲਣ ਦੇਗੀ ਇਹ ਚੀਜ਼ਾਂ ਲੰਬੇ ਟਾਈਮ ਤੱਕ? ਨਹੀਂ, ਬਿਲਕੁਲ ਵੀ ਨਹੀਂ ਜੀ। ਜਿਵੇਂ ਮੈਂ ਤੁਹਾਨੂੰ ਰੋਜ਼ ਦੱਸਦੀ ਹਾਂ ਵੀ ਮਮਤਾ ਬੈਨਰਜੀ ਦੇ ਥਰੂ ਜਨਤਾ ਨੇ ਦੱਸਣਾ ਸ਼ੁਰੂ ਕਰਤਾ ਕਿ ਮੋਦੀ ਜੀ ਸਾਨੂੰ ਤੁਹਾਡੀ ਬਿਲਕੁਲ ਲੋੜ ਨਹੀਂ ਹੈਗੀ, ਤੁਸੀਂ ਇਸ ਦੇਸ਼ 'ਚੋਂ ਜਾ ਸਕਦੇ ਹੋ। ਤੁਸੀਂ ਪਹਿਲਾਂ ਵੀ ਤੜੀ ਪਾਰ ਸੀ ਤੇ ਹੁਣ ਵੀ ਤੜੀ ਪਾਰ ਹੀ ਹੋਵੋਗੇ। ਸੋ ਕਿਵੇਂ ਦੇਖ ਰਹੇ ਹੋ 2022 ਦੇ ਇਲੈਕਸ਼ਨਸ ਨੂੰ, ਕਿਵੇਂ ਰਿਜ਼ਲਟ ਹੋਏਗਾ? ਜ਼ੀਰੋ ਹੋਏਗਾ, ਬੀਜੇਪੀ ਜ਼ੀਰੋ ਹੋਏਗੀ। ਸਾਡੀ ਤਰਫ ਤੋਂ ਤਾਂ ਜ਼ੀਰੋ ਹੈ। ਅਗਰ ਇਹਨਾਂ ਦੀ ਹੇਰਾ ਫੇਰੀ, ਜਿਹੜੇ ਚੋਰ ਹੈ ਇਹ ਪੱਕੇ ਚੋਰ ਹੈ, ਇਹਨਾਂ ਦੀ ਹੇਰਾ ਫੇਰੀ ਹੋਏਗੀ ਤੇ ਇੱਕ ਅੱਧੀ ਸੀਟ ਲੈ ਜਾਣਗੇ, ਅਦਰਵਾਈਜ਼ ਤਾਂ ਉਹ ਵੀ ਨਹੀਂ ਮਿਲੇਗੀ, ਜ਼ੀਰੋ ਆਏਗੀ। ਬੱਚਿਆਂ ਦਾ ਭਵਿੱਖ ਕਿਵੇਂ ਦੇਖ ਰਹੇ ਹੋ ਦੇਸ਼ ਦੇ ਵਿੱਚ ਹੁਣ ਆਪਣੇ? ਬੱਚਿਆਂ ਦਾ ਭਵਿੱਖ ਕਿਸੇ ਨੇ ਨਹੀਂ ਦੇਖਿਆ, ਸਭ ਦਾ ਮਾੜਾ ਹਾਲ ਆ। ਬੱਚਿਆਂ ਦਾ ਭਵਿੱਖ ਨਾ 2014 ਤੇ ਪਹਿਲਾਂ ਹੋ ਰਿਹਾ ਜੋ ਹੋਣਾ ਤਾਂ, ਉਸ ਤੋਂ ਬਾਅਦ ਕੋਈ ਭਵਿੱਖ ਨਹੀਂ ਹੈ ਬੱਚਿਆਂ ਦਾ। ਕਹਿੰਦੇ ਨੇ ਕਿ ਜਿਹੜੀਆਂ ਇੱਥੇ ਆ ਕੇ ਲੇਡੀਜ਼ ਬੈਂਦੇ ਨੇ 100 ਰੁਪਏ ਚਮਦੀਆਂ ਨੇ। ਅਸੀਂ ਤਾਂ 5000 ਦਿੰਨੇ ਆ ਜੀ, ਖੜੋ ਇੱਥੇ ਆ ਕੇ। ਮੈਂ 10000 ਦਊਂਗੀ ਇੱਕ ਪਰਸਨ ਨੂੰ, ਆਣ ਤਾਂ ਸਹੀ। 10000 ਰੁਪਇਆ ਦਵਾਂਗੇ, ਆ ਕੇ ਖੜੋ ਸਾਡੇ ਨਾਲ। ਆ ਸਾਰੀ ਇੱਕ ਘੰਟੇ ਦਾ 10-10 ਸਟੇਟਮੈਂਟ ਦਿੱਤੀ ਸੀ ਕੰਗਣਾ ਰਣੌਤ ਨੇ। ਹੁਣ ਕੰਗਣਾ ਰਣੌਤ ਦਾ ਟਵਿੱਟਰ ਅਕਾਊਂਟ ਵੀ ਸਸਪੈਂਡ ਹੋ ਗਿਆ, ਇੰਸਟਾਗ੍ਰam ਤੇ ਵੀ ਸਾਰਾ ਕੁਝ ਡਿਲੀਟ ਹੋ ਰਿਹਾ। ਕੰਗਣਾ ਰਣੌਤ ਮੈਡਮ ਸਾਡੇ ਲਈ ਜ਼ੀਰੋ ਆ। ਅਸੀਂ ਉਸ ਟੌਪਿਕ ਤੇ ਕੋਈ ਗੱਲ ਨਹੀਂ ਕਰਨਾ ਸਕਦੇ। ਅਸੀਂ ਨਾ ਉਹਨੂੰ ਇੰਡੀਅਨ ਸਮਝਦੇ ਆ। ਸਾਰਾ ਅਸੀਂ ਵੀ ਉਹਨਾਂ ਦਾ ਦੇਖਦੇ ਆ, ਅਸੀਂ ਵੀ ਉਹਨਾਂ ਦਾ ਨੈਟ ਦੇਖਦੇ ਆ, ਨੈਟ ਤੇ देखते हैं। ਹੁਣ मोदी जी क्या तरले काट रही हैं कि मोदी जी हमने तो आपकी सपोर्ट करी थी, ये हमारे साथ क्या हो रहा है, हमारे अकाउंट बंद हो रहे हैं, हमारा ये बंद हो गया, हमारा वो बंद हो गया। अभी तो सारा कुछ, अभी तो वही बात बोलनी तो नहीं चाहिए, अभी तो पोटी शिशु भी बंद होएगा इनका, अभी मोदी जी करेगा इनका बंद। बोल रहे हैं ना हमारे तो अकाउंट बंद हो गए, मोदी जी हमने तो आपकी सपोर्ट करी थी, जी हमारे साथ क्यों हो रहा है। वो रो रही है, पायल रो रही है, पायल दे रही है, अब कमेंट पायल दे रही है कि हमने तो आपकी सपोर्ट करी थी, जी हमारे साथ क्यों ऐसा हो रहा है। अभी तो बहुत कुछ होएगा, देखो तो सही अभी आगे आगे क्या होता है। ਪਹਿਲਾਂ ਇੰਨੀ ਠੰਡ ਰਹੀ, ਠੰਡ 'ਚ ਡਟੇ ਸੀ ਕਿਸਾਨ, ਧੁੱਪ ਹਨੇਰੀ ਹਰ ਚੀਜ਼। ਤੁਸੀਂ ਲੋਕ ਵੀ ਡੇਲੀ ਇੱਥੇ ਆ ਰਹੇ ਹੋ, ਪਰ ਕੀ ਲੱਗਦਾ ਹੈ ਕਿ ਇੰਨਾ ਜ਼ਿਆਦਾ ਸਰਕਾਰਾਂ ਦਾ ਰਵੱਈਆ ਕਿਉਂ ਸਖਤ ਆ? ਸਰਕਾਰਾਂ ਦੀ ਜ਼ਮੀਰ ਮਰ ਗਈ। ਉਹ ਕਿਸਾਨ ਉਹ ਬੰਦੇ ਨਹੀਂ ਹੈ, ਉਹ ਜਾਨਵਰ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਜੇ ਇੱਕ ਬਿੱਲੀ ਦਾ ਬਲੂੰਗੜਾ ਮਰ ਜਾਂਦਾ ਹੈ ਨਾ, ਉਹ ਵੀ ਆਪਣੇ ਮਰੇ ਵੇ ਨੂੰ ਰੋਂਦੀ ਆ। ਇਹਦੇ ਪੱਲੇ ਕੱਖ ਨਹੀਂ ਹੈ ਕਿਸਾਨਾਂ ਵਾਸਤੇ, ਕੁਝ ਨਹੀਂ ਹੈ। ਇਹਨੇ ਕਿਸਾਨਾਂ ਦੀਆਂ ਜਾਨਾਂ ਲੈ ਲੀਆਂ, ਹੋਰ ਇਹਦੇ ਕੋਲ ਕੁਝ ਨਹੀਂ ਹੈ। ਪਰ ਅਸੀਂ ਜਿਹੜੇ ਕਾਨੂੰਨ ਆ ਨਾ ਮੋਦੀ ਨੇ ਹੀ ਪਾਸ ਕੀਤੇ, ਮੋਦੀ ਕੋਲੋਂ ਹੀ ਰੱਦ ਕਰਵਾ ਕੇ ਰਹਾਂਗੇ। ਸਾਡੀ ਇਹ ਮੇਨ ਜਿਹਦੇ ਆ ਕਿ ਜਿਸਨੇ ਪਾਸ ਕੀਤੇ ਉਹੀ ਰੱਦ ਕਰੇਗਾ। ਕਹਿੰਦੇ ਕਾਨੂੰਨ ਬੜੇ ਵਧੀਆ ਨੇ, ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕਾਨੂੰਨਾਂ ਦੇ ਫਾਇਦੇ ਕਿੰਨੇ। ਸਾਡੇ ਰਾਈਟਰਸ ਨੇ, ਸਾਡੇ ਕਿਸਾਨਾਂ ਨੇ ਬੁੱਕ ਲਿਖ ਚੁੱਕੇ ਆ ਕਿ ਸਾਨੂੰ ਕੀ ਲੌਸਿਸ ਹੈ। ਮੋਦੀ ਜੀ ਇੱਕ ਵਾਰ ਆ ਕੇ ਉਹ ਵੀ ਲਿਖ ਕੇ ਦੱਸ ਦੇਣ ਸਾਨੂੰ, ਉਹ ਵੀ ਇੱਕ ਬੁੱਕ ਛਾਪ ਦੇਣ ਵੀ ਇਹਨਾਂ ਦੇ ਇਹ ਫਾਇਦੇ ਆ, ਅਸੀਂ ਸਮਝ ਜਾਾਂਗੇ। ਅਸੀਂ ਵੀ ਆਪਣੀ ਬੁੱਕ ਛਾਪੀ ਹੈ, ਕਿਸਾਨਾਂ ਨੇ ਵੀ ਸਾਨੂੰ ਕੀ ਨੁਕਸਾਨ ਹੈ, ਉਹ ਵੀ ਇੱਕ ਬੁੱਕ ਛਾਪ ਦੇਣ। ਜਦੋਂ ਅਮਿਤ ਸ਼ਾਹ ਤੋਂ ਕੁਐਸਚਨ ਕਰੋ कि किसानों के बिल क्यों नहीं रद्द करे, की बेनिफिट है, उन्होंने कुछ नहीं आता। सिर्फ ये मुसलमानों का मुद्दा है जी, ये सिखों का है, ये खालिस्तान, उनको इसके अलावा कोई तीसरी बात ही नहीं आती उनको। ये जो ना बिल है ना, अगर हमारे लिए अच्छे होते, जो बिल साढ़े लिए वधिया होंगे तो फिर ये पंजाबी च और हिंदी च भी पास कर दे। पंजाबी हिंदी च क्यों नहीं पास किए? उन्होंने यही कि ज़्यादा पंजाबी है, ज़्यादा हिंदी राष्ट्र भाषा है, और पंजाब को ज़्यादा एग्रीकल्चर लैंड है, जमीन है, तो इसलिए दोनों भाषावां में ये कानून जोड़े और नहीं उन्होंने पास करे, बाकी सारी लैंगुएज से पास होए हैं। और वो उधर के किसान जो है किसी किते पानी की कमी है, किते वैसे सोका पिया होया है। ये पंजाब को पानी भी सब तो ज़्यादा है, हरियाणे को भी पानी है, पंजाब को भी पानी है, पर जबकि हरियाणे नूं भी पंजाब तो पानी जाता है, इसलिए पंजाबी च कानून बिल्कुल नहीं आए। ਮੋਦੀ ਸਾਹਿਬ ਨੇ ਇੱਕ ਚੀਜ਼ ਕਹੀ ਸੀ ਕਿ ਐਦਾਂ ਦਾ ਦੇਸ਼ ਬਣਾਵਾਂਗੇ ਕਿ ਜਿੱਥੇ ਅਮਰੀਕਾ ਵੀ ਵੀਜ਼ਾ ਲੈਣ ਲਈ ਲਾਈਨਾਂ ਦੇ ਵਿੱਚ ਲੱਗੇਗਾ। ਲੱਗਦੀ ਤੁਹਾਨੂੰ ਚੀਜ਼? ਨਹੀਂ, ਬਿਲਕੁਲ ਨਹੀਂ। ਅਮਰੀਕਾ ਨਾ ਵੀ ਲੱਗੇ ਪਰ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ, ਮੋਦੀ ਨੂੰ ਕਿਸੇ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ ਇਸ ਟਾਈਮ।
ਸਾਰੇ ਉਹਦੇ ਸਭ ਜਗ੍ਹਾ ਡਿਪੋਰਟ ਹੋਏਗਾ। ਹੁਣ ਨਹੀਂ ਉਹਨੂੰ ਵੀਜ਼ਾ, ਕਿਉਂਕਿ ਸਾਰੀ ਕੰਟਰੀਆਂ ਨੇ ਦੇਖ ਲਿਆ ਕਿ ਮੋਦੀ ਕਿਸ ਤਰ੍ਹਾਂ ਦਾ ਕੱਲਾ। ਫੋਰਨ ਕੰਟਰੀਜ਼ ਦੇ ਵੱਲੋਂ ਬੜੀ ਸਪੋਰਟ ਮਿਲੀ ਫਾਰਮ ਆਫ ਪ੍ਰੋਟੈਸਟ ਨੂੰ। ਉਹਨਾਂ ਨੇ ਬਾਰ-ਬਾਰ ਕਿਹਾ ਕਿਸਾਨਾਂ ਦੀ ਸੁਣੀ ਜਾਵੇ, ਪਰ ਫਿਰ ਵੀ ਸਰਕਾਰਾਂ ਨੇ ਨਹੀਂ ਸੁਣੀ। ਸਰਕਾਰਾਂ ਇਹ ਬੇਸ਼ਰਮ ਹੈ, ਮੋਦੀ ਬੇਸ਼ਰਮ ਹੈ। ਮੋਦੀ ਬੇਸ਼ਰਮ ਕਿਉਂ ਹੈ? ਇਹਨੇ ਅਡਾਨੀਆਂ ਬਾਨੀਆਂ ਕੋ, ਮੈਂ ਪਹਿਲਾਂ ਵੀ ਬੋਲਿਆ, ਇਹਨੇ ਅਡਾਨੀਆਂ ਬਾਨੀਆਂ ਕੋ ਪੈਸਾ ਲਿਆ ਹੋਇਆ ਹੈ। ਪੈਸੇ ਸਿਰਫ ਇਹਨੂੰ ਪੈਸੇ ਨਾਲ ਪਿਆਰ ਸੀ, ਪਬਲਿਕ ਨਾਲ ਪਿਆਰ ਨਹੀਂ ਸੀ। ਅਡਾਨੀਆਂ ਬਾਨੀਆਂ ਨੂੰ ਰਾਜ ਕਰਨ ਦੀ ਆਦਤ ਹੈ ਕਿ ਜਿਹਦੀ ਘਰ ਦੀ ਨੇ ਉੱਠਦੇ ਦੇਖਿਆ ਜੀ 2-2 ਲੱਖ ਰੁਪਏ ਦਾ ਇੱਕ ਚਾਹ ਦਾ ਕੱਪ ਆ ਉਹਦਾ, ਨੀਤਾ ਅੰਬਾਨੀ ਦਾ, ਤੇ ਉਹਨਾਂ ਨੂੰ ਕਿਹਾ ਉਹਨਾਂ ਨੂੰ ਤਾਂ ਆਪਣੀ ਸ਼ੋਹਰਤ ਚਾਹੀਦੀ, ਉਹਨਾਂ ਨੂੰ ਸਾਡੇ ਵਰਗੇ ਕਿਸਾਨ ਨਹੀਂ ਚਾਹੀਦੇ, ਉਹਨਾਂ ਨੂੰ ਆਪਣੀ ਸ਼ੋਹਰਤ। ਪਰ ਉਹ ਵੀ ਇੰਨੇ ਬੇਵਕੂਫ ਹੈ, ਸ਼ੋਹਰਤ ਕਿੰਨੀ ਦੇਰ ਰਹੀ? ਅਗਰ ਕਿਸਾਨ ਹੀ ਮਰ ਗਿਆ ਤਾਂ ਇਹਨਾਂ ਦੀ ਸ਼ੋਹਰਤ ਕਿੱਥੋਂ ਆਏਗੀ? ਇਹਨਾਂ ਦੀ ਕੌਫੀ ਕਿੱਥੋਂ ਆਏਗੀ? ਇਹਨਾਂ ਦੀ ਚਾਹ ਕਿੱਥੋਂ ਆਏਗੀ? ਆਟਾ ਦਾਲ ਕਿੱਥੋਂ ਆਏਗਾ? ਇਸ ਟਾਈਮ ਤੇ ਲੋਕ ਸਰਕਾਰਾਂ ਤੋਂ ਬੜੇ ਦੁਖੀ ਆ। ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰਾਂ ਨੂੰ? ਸਰਕਾਰਾਂ ਜੋ ਦੁਖੀ ਆ, ਵਧੀਆ ਕਿ ਸਰਕਾਰਾਂ ਤੇ ਦੁਖੀ ਆ। ਸਰਕਾਰਾਂ ਨੇ ਸਾਡੀਆਂ ਨਿਕਲੋ, ਅਸੀਂ ਡੇਲੀ ਇੱਥੇ ਹੁਣ ਸੀਐਮ ਹਾਊਸ ਜਾ ਰਹੇ ਆ, ਸੀਐਮ ਹਾਊਸ ਜਾ ਰਹੇ ਆ, ਮੈਂ ਵੀ ਜਾ ਰਹੀ ਹਾਂ, ਉਹ ਸਾਹਮਣੇ ਵਾਲੇ ਹਰਬੰਸ ਕੌਰ ਵੀ ਜਾ ਰਹੇ ਆ। ਸੀਐਮ ਹਾਊਸ ਤੇ ਅਸੀਂ ਪੰਪਲੇਟ ਕੀ ਦੇ ਕੇ ਆਏ ਨੇ, ਗੈਟ ਵੈਲ ਸੂਨ, ਜਲਦੀ ਠੀਕ ਹੋਵੋ, ਬਾਹਰ ਨਿਕਲੋ। ਉਹ ਅੱਗੇ ਜੋ ਸਿਕਿਉਰਿਟੀ ਵਾਲੇ ਕਹਿੰਦੇ ਜੀ ਤੁਸੀਂ ਕਿਉਂ? ਅਸੀਂ ਆਂਦੇ ਵੀ ਅਸੀਂ ਇਸ ਲਈ ਦੇ ਕੇ ਜਾ ਰਹੇ ਹਾਂ, ਇਹਨਾਂ ਨੂੰ ਪੜੋ, ਮੰਤਰੀ ਸਾਹਿਬ ਜੋ ਅੰਦਰ ਬੈਠੇ ਹੋਏ ਆ ਉਹਨਾਂ ਤੱਕ ਪਹੁੰਚਾਓ, ਸਾਡੀ ਆਵਾਜ਼ ਪਹੁੰਚਾਓ, ਸਾਡੇ ਤੱਕ ਪਹੁੰਚਣ, ਆ ਕੇ ਸੁਣਨ। ਸਾਨੂੰ ਇੱਕ ਵਧੀਆ ਨੇਤਾ ਚਾਹੀਦਾ, ਸਾਨੂੰ ਇਸ ਤਰ੍ਹਾਂ ਦੇ ਨੇਤੇ ਨਹੀਂ ਚਾਹੀਦੇ ਜਿਹੜੇ ਅੰਦਰ ਵੜ ਕੇ ਬੈਠੇ ਹੋਣ। ਬਾਹਰ ਨਿਕਲਣ, ਆਣ, ਸਾਡੇ ਕੋਲ ਆਣ, ਸਾਡੇ ਨਾਲ ਗੱਲਬਾਤ ਕਰਨ। ਅਸੀਂ ਕੋਈ ਉਹਨਾਂ ਨੂੰ ਖਾ ਨਹੀਂ ਚੱਲੇ ਜਾਂ ਅਸੀਂ ਉਹਨਾਂ ਨੂੰ ਮਾਰਨ ਨਹੀਂ ਲੱਗੇ, ਸਾਡਾ ਹੱਲ ਕਰਨ, ਅੱਗੇ ਤੱਕ ਗੱਲ ਪਹੁੰਚਾਉਣ। ਜੇ ਉਹ ਅੰਦਰਾਂ ਤੋਂ ਇਹ ਹੁਣ ਸੀਐਮ ਬਾਹਰ ਨਿਕਲ ਕੇ ਆਣਗੇ ਪੰਜਾਬ ਦੇ, ਹਰਿਆਣੇ ਦੇ, ਜਿਨ੍ਹਾਂ ਕੋ ਅਸੀਂ ਜਾ ਰਹੇ ਹਾਂ, ਸਾਨੂੰ ਇੱਕ ਹਫ਼ਤਾ ਹੋ ਚੱਲਿਆ ਜਾ ਰਹੇ ਹਾਂ, ਉਹਨਾਂ ਨੂੰ ਦੇ ਰਹੇ ਹਾਂ ਪੰਪਲੇਟ, ਦੇ ਰਹੇ ਹਾਂ ਗੈਟ ਵੈਲ ਸੂਨ, ਜਲਦੀ ਠੀਕ ਹੋਵੋ, ਜਲਦੀ ਬਾਹਰ ਆਓ, ਹਮਾਰੇ ਸਾਥ ਗੱਲਬਾਤ ਕਰੋ, ਸਾਡੀ ਗੱਲਬਾਤ ਅੱਗੇ ਪਹੁੰਚਾਓ। ਵੀ ਅਸੀਂ ਕਿਹੜਾ, ਸਾਨੂੰ ਕਿਹੜਾ ਸ਼ੌਂਕ ਹੈ? ਜਿਹੜੇ ਤਾਂ ਕਹਿੰਦੇ 100 ਰੁਪਏ ਬਦਲੇ ਆਉਂਦੇ, ਅਸੀਂ ਫਿਰ ਵੀ ਕਹਿੰਦੇ ਆ ਕਿ ਆ ਜਾਓ, ਅਸੀਂ ਤੁਹਾਨੂੰ 10-10 ਹਜ਼ਾਰ ਰੁਪਏ ਇੱਕ ਘੰਟੇ ਦਾ ਦਿੰਦੇ ਆ, ਆਓ ਸਾਡੇ ਨਾਲ ਤੇ ਖੜੇ ਹੋਵੋ। ਸਾਨੂੰ ਸ਼ੌਂਕ ਨਹੀਂ ਇੱਥੇ ਖੜੇ ਹੋਣ ਦਾ, ਅਸੀਂ ਸਿਰਫ ਆਪਣੇ ਹੱਕਾਂ ਲਈ ਖੜੇ ਹੋਏ ਆ। ਇੱਥੇ ਮਟਕਾ ਚੌਂਕ ਤੇ ਹੁਣ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਕਹਿ ਰਹੇ ਸਰਕਾਰਾਂ ਸੁਣ ਨਹੀਂ ਰਹੀਆਂ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਭੁੱਖ ਹੜਤਾਲ ਜਿਹੜੀ ਉਹ ਸ਼ੁਰੂ ਕਰ ਦੇਈਏ। ਹਾਂਜੀ, ਹੋਏਗੀ ਸੀਰੀਅਲ ਵਾਈਜ਼ ਹੋਏਗੀ। ਅਸੀਂ 3-4 ਪਰਸਨ ਇੱਕ ਦਿਨ ਬਿਠਾਵਾਂਗੇ, 3-4 ਪਰਸਨ ਇੱਕ ਦਿਨ ਜਾਂ 2-2 ਦਿਨ, ਚਾਹੇ ਹਫਤਾ ਵੀ ਸਹਿਣ ਵਾਲੇ ਹੈਗੇ ਸਾਡੇ ਕੋਲ ਯੋਧੇ, ਇਸ ਤਰ੍ਹਾਂ ਦੇ ਸਾਡੇ ਭਰਾ ਹੈ ਜਿਹੜੇ ਹਫਤਾ ਵੀ ਕੰਟੀਨਿਊ ਬੈਠਣ ਨੂੰ ਤਿਆਰ ਹੈ ਭੁੱਖ ਹੜਤਾਲ ਤੇ। ਦਵਾਂਗੇ, ਕਰਾਂਗੇ, ਭੁੱਖ ਹੜਤਾਲ ਵੀ ਚੱਲੇਗੀ ਸਾਡੀ। ਅੱਜ ਸਾਡਾ ਇਹੀ ਮਤਾ ਪਾਸ ਹੋਇਆ ਹੈ। ਫਾਰਮ ਆਫ ਪ੍ਰੋਟੈਸਟ ਆਪਣੇ ਰੋਸ ਨੂੰ ਪ੍ਰਗਟ ਕਰਨ ਦਾ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੈ। ਹਰ ਕੋਈ ਬੰਦਾ ਆਪਣੇ ਤਰੀਕੇ ਦੇ ਨਾਲ ਜਿਹੜਾ ਆ ਪ੍ਰੋਟੈਸਟ ਦੇ ਵਿੱਚ ਸਾਥ ਦੇ ਰਿਹਾ, ਆਪਣੇ ਤਰੀਕੇ ਦੇ ਨਾਲ ਆਪਣੇ ਰੋਸ ਨੂੰ ਜ਼ਾਹਿਰ ਕਰ ਰਿਹਾ। ਤੇ ਉੱਥੇ ਸਾਡੇ ਨਾਲ ਕੁਝ ਲੇਡੀਜ਼ ਨੇ ਜੋ ਕਿ ਹਮੇਸ਼ਾ ਹੀ ਕੁਝ ਨਾ ਕੁਝ ਸੁਣਾਉਂਦੀਆਂ ਨੇ, ਚਾਹੇ ਬੋਲੀਆਂ ਦੇ ਰਾਹੀਂ, ਚਾਹੇ ਗੀਤਾਂ ਦੇ ਰਾਹੀਂ, ਇੱਕ ਅਲੱਗ ਤਰੀਕੇ ਦੇ ਨਾਲ ਜਿਹੜਾ ਆਪਣਾ ਗੁੱਸਾ ਸਰਕਾਰਾਂ ਦੇ ਪ੍ਰਤੀ ਜ਼ਾਹਿਰ ਕਰਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਫਾਰਮ ਆਫ ਪ੍ਰੋਟੈਸਟ ਨੂੰ ਸਪੋਰਟ ਲੱਗੇ ਹੋ ਕਰਨ, ਕਿਵੇਂ ਆਪਣੇ ਗੁੱਸੇ ਨੂੰ ਜ਼ਾਹਿਰ ਕਰਨ ਲੱਗੇ? ਪਹਿਲੇ ਤਾਂ ਅਸੀਂ ਜੋ ਬੰਗਾਲ 'ਚ ਬੀਜੇਪੀ ਹਾਰੀ ਆ ਉਹਦੇ ਤੇ ਅਸੀਂ ਨਾਰਾ ਬੋਲਾਂਗੇ, ਉਹਦੇ 'ਚ ਬਾਅਦ ਅਸੀਂ ਗੀਤ ਬਣਾਏ। ਮੋਦੀ ਤੇਰੀ ਕੁਰਸੀ ਦੀਆਂ ਚਾਰੇ ਲੱਤਾਂ ਵੱਢਾਂਗੇ, ਮੋਦੀ ਤੇਰੀ ਕੁਰਸੀ ਦੀਆਂ ਚਾਰੇ ਲੱਤਾਂ ਵੱਢਾਂਗੇ, ਬੰਗਾਲ ਵਿੱਚ ਤਾਂ ਵੱਢਤੀਆਂ, ਚੰਡੀਗੜ੍ਹ ਵਿੱਚ ਵੱਢਾਂਗੇ, ਬੰਗਾਲ ਵਿੱਚ ਤਾਂ ਵੱਢਤੀਆਂ, ਚੰਡੀਗੜ੍ਹ ਵਿੱਚ ਵੱਢਾਂਗੇ, ਬੰਗਾਲ ਵਿੱਚ ਤਾਂ ਵੱਢਤੀਆਂ, ਪੰਜਾਬ ਵਿੱਚ ਵੀ ਵੱਢਾਂਗੇ। ਮੋਦੀ ਤੇਰੀ ਕੁਰਸੀ ਦੀਆਂ ਚਾਰੇ ਲੱਤਾਂ ਵੱਢਾਂਗੇ, ਮੋਦੀ ਤੇਰੀ ਕੁਰਸੀ ਦੀਆਂ ਚਾਰੇ ਲੱਤਾਂ ਵੱਢਾਂਗੇ, ਮੋਦੀ ਤੇਰੀ ਕੁਰਸੀ ਦੀਆਂ ਚਾਰੇ ਲੱਤਾਂ ਵੱਢਾਂਗੇ, ਬੰਗਾਲ ਵਿੱਚ ਤਾਂ ਵੱਢਤੀਆਂ, ਪੰਜਾਬ ਵਿੱਚ ਵੀ ਵੱਢਾਂਗੇ,
ਨਾਲ ਦੀ ਨਾਲ ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਆ ਹਮੇਸ਼ਾ ਹੀ ਇਹਨਾਂ ਦੇ ਵੱਲੋਂ ਆਪਣਾ ਰੋਸ ਜ਼ਾਹਿਰ ਕੀਤਾ ਜਾਂਦਾ ਹੈ, ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਨੂੰ ਸਪੋਰਟ ਕੀਤਾ ਜਾਂਦਾ ਹੈ। ਸੋ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਜਿਹੜੇ ਲੋਕਾਂ ਦੇ ਵੱਲੋਂ ਆ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਸਾਥ ਦਿੱਤਾ ਜਾ ਰਿਹਾ। ਪੂਰੇ ਆਪਾਂ ਮਟਕਾ ਚੌਂਕ ਤੇ ਨਜ਼ਰ ਮਾਰੀਏ ਤਾਂ ਹਰ ਪਾਸੇ ਕਾਫੀ ਲੋਕ ਨਜ਼ਰ ਆ ਰਹੇ ਨੇ। ਹਾਲਾਂਕਿ ਟਾਈਮਿੰਗਸ ਬਦਲ ਦਿੱਤੀਆਂ ਗਈਆਂ ਨੇ, ਟਾਈਮਿੰਗਸ ਇਸ ਟਾਈਮ ਤੇ ਚੇਂਜ ਨੇ। 3:30-4 ਵਜੇ ਦੇ ਕਰੀਬ ਇਹ ਲੋਕ ਜਿਹੜੇ ਨੇ ਇੱਥੇ ਆ ਜਾਂਦੇ ਨੇ, ਆ ਕੇ ਕਾਫੀ ਘੰਟਿਆਂ ਤੱਕ ਖੜੇ ਰਹਿੰਦੇ ਨੇ, ਕਿਸਾਨਾਂ ਨੂੰ ਸਪੋਰਟ ਕਰਦੇ ਨੇ, ਆਪਣਾ ਜਿਹੜਾ ਦੁੱਖ ਵਾ ਜਿਹੜਾ ਗੁੱਸਾ ਉਹਨਾਂ ਨੂੰ ਜ਼ਾਹਿਰ ਕਰਦੇ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ। ਸੋ ਅੱਜ ਰੋਜ਼ਾਨਾ ਦੀ ਤਰ੍ਹਾਂ ਫਿਰ ਸਾਡੀ ਟੀਮ ਪਹੁੰਚੀ ਸੀ ਚੰਡੀਗੜ੍ਹ ਮਟਕਾ ਚੌਂਕ, ਜਿੱਥੇ ਕਿਸੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਫਾਰਮ ਆਫ ਪ੍ਰੋਟੈਸਟ ਨੂੰ ਲੈ ਕੇ। ਉਹਨਾਂ ਦੇ ਕੋਲੋਂ ਜਾਣਿਆ ਕੀ ਕੁਝ ਉਹਨਾਂ ਦਾ ਕਹਿਣਾ ਹੈ, ਕਿੰਨਾ ਟਾਈਮ ਉਹ ਖੜੇ ਰਹਿੰਦੇ ਨੇ ਤੇ ਇਸ ਟਾਈਮ ਤੇ ਇਹਨਾਂ ਹਾਲਾਤਾਂ ਦੇ ਨਾਲ ਕਿਵੇਂ ਲੜ ਰਹੇ ਨੇ, ਸਰਕਾਰਾਂ ਦੇ ਕੋਲੋਂ ਕਿੰਨੀ ਕੁ ਉਮੀਦ ਆ, ਕੀ ਉਹਨਾਂ ਨੂੰ ਲੱਗਦਾ ਹੈ ਕਿ ਫਾਰਮ ਆਫ ਪ੍ਰੋਟੈਸਟ ਕਦੋਂ ਕੋ ਲੋਕ ਜਿਹੜੇ ਨੇ ਜਿੱਤ ਜਾਣਗੇ। ਕੈਮਰਾਮੈਨ ਗੌਰਵ ਦੇ ਨਾਲ ਖੁਸ਼ੀ ਸਰਾਂ, ਚੰਡੀਗੜ੍ਹ।